ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਟੀਵੀ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਕਿਸਾਨ ਅੰਦੋਲਨ ਨੇ ਨਾ ਸਿਰਫ ਪੰਜਾਬ ਨੂੰ, ਪੂਰੇ ਭਾਰਤ ਨੂੰ, ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਹਲੂਣਾ ਜਿਹਾ ਦਿੱਤਾ ਹੈ। ਇਸ ਦੇ ਬਹੁਤ ਸਾਰੀਆਂ ਸੰਸਥਾਵਾਂ ਨੂੰ ਵੀ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ, ਕੰਮ ਕੀਤਾ ਤੇ ਕੰਮ ਕਰ ਰਹੇ ਨੇ, ਤੇ ਇਸ ਅੰਦੋਲਨ ਨੂੰ ਦੁਨੀਆ ਦੇ ਤਖਤੇ ਤੱਕ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਕਿਸਾਨ ਨੂੰ ਆਮ ਤੌਰ ਤੇ ਬੜਾ ਇੱਕ ਸਿੱਧਾ ਸਾਦਾ ਇੱਕ ਅਜਿਹਾ ਇਨਸਾਨ ਹੀ ਸਮਝਿਆ ਜਾਂਦਾ ਸੀ, ਜਿਸ ਦੇ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਦੱਬ ਕੇ ਵਾਹ ਤੇ ਰੱਜ ਕੇ ਖਾ। ਫਿਰ ਗੱਲ ਆ ਗਈ ਕਿ ਅਕਲ ਨਾਲ ਵਾਹ ਤੇ ਰੱਜ ਕੇ ਖਾ, ਤੇ ਗੱਲ ਹੁਣ ਇੱਥੇ ਪਹੁੰਚ ਗਈ ਕਿ ਕਿਸਾਨ ਦਾ ਹਾਈਟੈਕ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਸਾਨਾਂ ਦੇ ਪੁੱਤਰ ਭਾਵੇਂ ਕਿੰਨੇ ਪੜ੍ਹ ਲਿਖ ਜਾਣ, ਵਿਦੇਸ਼ਾਂ ਦੀ ਧਰਤੀ ਤੇ ਪਹੁੰਚ ਜਾਣ, ਵੱਡੀਆਂ ਨੌਕਰੀਆਂ, ਵੱਡਿਆਂ ਅਹੁਦਿਆਂ ਨੂੰ ਹਾਸਲ ਕਰ ਲੈਣ, ਪਰ ਜਦੋਂ ਉਹ ਇਹੋ ਜਿਹੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਫਿਰ ਮਿੱਟੀ ਵੱਲ ਮੁੜ ਕੇ ਘੱਟ ਹੀ ਪਰਤਦੇ ਨੇ, ਇੱਧਰ ਨੂੰ ਘੱਟ ਹੀ ਵੇਖਦੇ ਨੇ। ਤੇ ਕਿਸਾਨ ਦੀ ਹਾਲਤ ਫਿਰ ਉਹੀ ਰਹਿ ਜਾਂਦੀ ਹੈ। ਜਿਹੜਾ ਕਿਸਾਨ ਖੇਤੀ ਕਰਦਾ ਹੈ ਉਹ ਖੇਤਾਂ ਜੋਗਾ ਰਹਿ ਜਾਂਦਾ ਹੈ, ਤੇ ਜੋ ਘਰੋਂ ਨਿਕਲ ਜਾਂਦਾ ਹੈ ਉਹ ਉੱਥੇ ਜੋਗਾ ਰਹਿ ਜਾਂਦਾ ਹੈ। ਪਰ ਇਸ ਮੌਕੇ ਤੇ ਕਿਸਾਨ ਅੰਦੋਲਨ ਦੌਰਾਨ ਕੁਝ ਕਿਸਾਨਾਂ ਦੇ ਪੁੱਤਰਾਂ ਨੇ ਅਜਿਹੀ ਖੇਡ ਵਰਤਾਈ ਕਿ ਦੁਨੀਆ ਦੇ ਤਖਤੇ ਤੇ ਦਿਖਾ ਦਿੱਤਾ ਕਿ ਕਿਸਾਨ ਸਿਰਫ ਹਲ ਵਾਹੁਣ ਵਾਲੇ ਨਹੀਂ, ਫਸਲਾਂ ਪੈਦਾ ਕਰਨ ਵਾਲੇ ਨਹੀਂ, ਬਲਕਿ ਉਹ ਹਾਈਟੈਕ ਕਿਸਾਨ ਵੀ ਹੈ। ਸੋ ਅਜਿਹੇ ਹੀ ਸਾਡੇ ਪੰਜਾਬ ਦੇ ਕੁਝ ਦੋ ਇਹੋ ਜਿਹੇ ਸ਼ਖਸੀਅਤਾਂ ਸਾਡੇ ਨਾਲ ਹਾਜ਼ਰ ਨੇ, ਜਿਨ੍ਹਾਂ ਨਾਲ ਅਸੀਂ ਪਹਿਲਾਂ ਮੈਂ ਆਪ ਜੀ ਨੂੰ ਇੰਟਰੋਡਿਊਸ ਕਰਾਵਾਂਗਾ। ਭਵਜੀਤ ਸਿੰਘ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਧੰਨਵਾਦ। ਦੂਸਰੇ ਸਾਡੇ ਮਹਿਮਾਨ ਨੇ ਰਾਜ ਪੁੱਟਰ ਜੀ, ਉਹ ਵੀ ਇਸੇ ਤਰ੍ਹਾਂ ਦੀ ਸੰਸਥਾ ਨਾਲ ਜੁੜੇ ਹੋਏ ਨੇ, ਜਿਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ। ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਰਾਜ ਪੁੱਟਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਰ। ਸਰ ਭਵਜੀਤ ਸਿੰਘ ਜੀ, ਮੈਂ ਆਪ ਜੀ ਨੂੰ ਪਹਿਲਾ ਸਵਾਲ ਪੁੱਛਾਂਗਾ ਕਿ ਟਰੈਕਟਰ ਟੂ ਟਵਿੱਟਰ, ਇਹ ਤੁਸੀਂ ਇੱਕ ਸੰਸਥਾ ਬਣਾਈ। ਹਾਲਾਂਕਿ ਤੁਸੀਂ ਜਿਵੇਂ ਮੈਨੂੰ ਆਫ ਦੀ ਏਅਰ ਪਹਿਲਾਂ ਦੱਸ ਰਿਹਾ ਸੋ ਕਿ ਅਜਿਹੀਆਂ ਸੰਸਥਾ ਨਾਲ ਤੇ ਕਿਸਾਨਾਂ ਦੇ ਮਸਲਿਆਂ ਤੇ ਤੁਸੀਂ ਪਹਿਲਾਂ ਵੀ ਕਈ ਵਿਚਾਰ ਵਟਾਂਦਰੇ ਕੀਤੇ ਹੋਏ ਨੇ, ਪਰ ਇਹ ਟਰੈਕਟਰ ਟੂ ਟਵਿੱਟਰ ਕੀ ਹੈ ਤੇ ਇਸ ਦਾ ਖਿਆਲ ਕਿਵੇਂ ਆਇਆ ਤੇ ਕਦੋਂ ਆਇਆ? ਇਹ ਭਾਜੀ ਬੇਸਿਕਲੀ ਇਹ ਅਸੀਂ ਇੱਕ ਕੈਂਪੇਨ ਸ਼ੁਰੂ ਕੀਤਾ ਸੀ ਜਦੋਂ ਆਪਣੇ ਕਿਸਾਨ ਨਵੰਬਰ ਦੇ ਐਂਡ ਵਿੱਚ ਦਿੱਲੀ ਵੱਲ ਨੂੰ ਜਦੋਂ ਉਹਨਾਂ ਨੇ ਚਾਲੇ ਪਾਏ ਸੀ। ਔਰ ਉਸ ਟਾਈਮ ਤੇ ਕੀ ਹੋ ਰਿਹਾ ਸੀ, ਜਿਹੜਾ ਭਾਜਪਾ ਜਾਂ ਉਹਨਾਂ ਦੀ IT ਸੈੱਲ ਆ ਜਾਂ ਉਹਨਾਂ ਦੀ ਜਿੰਨੇ ਵੀ ਮਿਨਿਸਟਰ ਨੇ, ਉਹ ਬਹੁਤ ਬੁਰੇ ਤਰੀਕੇ ਦੇ ਨਾਲ ਆਪਣੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ, ਨੈਸ਼ਨਲ ਮੀਡੀਆ ਦੇ ਉੱਪਰ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਵੱਖਵਾਦੀ ਕਹਿ ਕੇ ਮਤਲਬ ਕੂੜ ਪ੍ਰਚਾਰ ਕਰ ਰਹੇ ਸੀ। ਸੋ ਉਸ ਟਾਈਮ ਫਿਰ ਸਾਨੂੰ ਇੱਕ ਜ਼ਰੂਰਤ ਲੱਗੀ ਕਿ ਕੁਛ ਇੱਦਾਂ ਦਾ ਪਲੇਟਫਾਰਮ ਬਣਾਇਆ ਜਾਵੇ, ਕੁਛ ਇੱਦਾਂ ਦੀ ਚੀਜ਼ ਸੈਟਅਪ ਕੀਤੀ ਜਾਵੇ ਕਿ ਆਪਾਂ ਇਹਨਾਂ ਨੂੰ ਜਿੱਥੇ ਇਹ ਸਟਰੋਂਗ ਨੇ, ਖਾਸ ਕਰਕੇ ਟਵਿੱਟਰ ਦੇ ਉੱਪਰ, ਉੱਥੇ ਜਵਾਬ ਦਿੱਤਾ ਜਾਵੇ। ਕਿਉਂਕਿ ਬੇਸਿਕਲੀ ਇੰਡੀਆ ਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇਗੀਆਂ ਜਦੋਂ ਤੁਸੀਂ ਕਿਸੇ ਨੈਰੇਟਿਵ ਦੇ ਨਾਲ ਲੜ ਰਹੇ ਹੋ ਜਾਂ ਨੈਰੇਟਿਵ ਸਿਰਜ ਰਹੇ ਹੋ। ਇੱਕ ਤੁਹਾਡਾ ਮੀਡੀਆ, ਇੱਕ ਤੁਹਾਡਾ ਸੋਸ਼ਲ ਮੀਡੀਆ। ਹੁਣ ਮੀਡੀਆ ਆਪਾਂ ਨੂੰ ਪਤਾ ਕਿ ਗੌਰਮੈਂਟ ਇਹਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਟਰੋਲ ਕਰ ਰਹੀ ਹੈ, ਮਤਲਬ ਇੰਨਾ ਕੁ ਜ਼ਬਰਦਸਤ ਤਰੀਕੇ ਨਾਲ ਸਕੰਜਾ ਕੱਸਿਆ ਹੋਇਆ ਕਿ ਆਪਦੀ ਮਰਜ਼ੀ ਤੋਂ ਬਿਨਾਂ ਉੱਥੇ ਉਹ ਚੂਬ ਨਹੀਂ ਕਹਿਣ ਦਿੰਦੇ ਕਿਸੇ ਐਂਕਰ ਨੂੰ। ਸੋ ਉੱਥੇ ਆਪਣਾ ਕੋਈ ਕੰਟਰੋਲ ਨਹੀਂ ਹੈਗਾ। ਜਦੋਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਕੋਲੇ ਇੰਨੇ ਕੁ ਜ਼ਿਆਦਾ ਰਿਸੋਰਸਿਸ ਨੇ, ਇਹ ਇੰਨੇ ਕੁ ਜ਼ਿਆਦਾ ਔਰਗੇਨਾਈਜ਼ ਨੇ। ਸੋ ਇਹ ਦਿਨ ਪਰ ਰਾਤ ਕਿਸਾਨਾਂ ਦੇ ਖਿਲਾਫ ਮਤਲਬ ਇਹਨਾਂ ਨੇ ਪੂਰਾ ਕੂੜ ਪ੍ਰਚਾਰ ਚਲਾਇਆ ਹੋਇਆ ਸੀ। ਸੋ ਉੱਥੇ ਫਿਰ ਇੱਕ ਚੀਜ਼ ਦਿਮਾਗ ਦੇ ਵਿੱਚ ਆਈ, ਇੱਕ ਚੀਜ਼ ਨਿਕਲ ਕੇ ਆਈ ਕਿ ਜਿਵੇਂ ਤੁਸੀਂ ਪਹਿਲਾਂ ਇੰਟਰੋ ਦੇ ਵਿੱਚ ਕਿਹਾ ਕਿ ਕਿਸਾਨਾਂ ਦੇ ਪੁੱਤਰ, ਹੁਣ ਚਾਹੇ ਆਪਾਂ ਨੌਕਰੀ ਕਰਦੇ ਹਾਂ, ਚਾਹੇ ਆਪਾਂ ਖੇਤੀ ਕਰਦੇ ਹਾਂ, ਚਾਹੇ ਆਪਾਂ ਬਾਹਰ ਚਲੇ ਗਏ, ਪਰ ਜੜ੍ਹਾਂ ਆਪਣੀਆਂ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ। ਸੋ ਉਹਦੇ ਵਿੱਚੋਂ ਫਿਰ ਅਸੀਂ ਇੱਕ ਆਵਾਜ਼ ਦਿੱਤੀ ਆਪਣੇ ਨੂੰ ਕਿ ਜਿਹੜਾ ਵੀ ਟਰੈਕਟਰ, ਜਿਹੜਾ ਹੁਣ ਆਪਣਾ ਇੱਕ ਖੇਤੀ ਦਾ ਸਿੰਬਲ ਹੁੰਦਾ, ਇੱਕ ਕਿ ਜੋ ਵੀ ਇਨਸਾਨ ਟਰੈਕਟਰ ਨੂੰ ਚਲਾ ਰਿਹਾ, ਟਰੈਕਟਰ ਵਰਤ ਰਿਹਾ, ਹੁਣ ਟਾਈਮ ਆ ਗਿਆ ਕਿ ਕੁਛ ਟਾਈਮ ਲਈ ਟਰੈਕਟਰ ਦੇ ਸਟੀਅਰਿੰਗ ਦੇ ਨਾਲ ਨਾਲ ਫੋਨ ਦੇ ਉੱਪਰ ਵੀ ਕੁਛ ਕੀਤਾ ਜਾਵੇ। ਸੋ ਇੱਕ ਬੂਠਾ ਉੱਥੋਂ ਚੱਕ ਕੇ ਟਵਿੱਟਰ ਦੇ ਉੱਪਰ ਵੀ ਵਰਤਿਆ ਜਾਵੇ, ਟਵੀਟ ਕੀਤੇ ਜਾਣ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਸ ਅਭਿਆਨ ਦੇ ਬਾਰੇ ਵਿੱਚ, ਜੋ ਵੀ ਆਪਣਾ ਕਿਸਾਨ ਸੰਘਰਸ਼ ਚੱਲਦਾ। ਸੋ ਉੱਥੋਂ ਇਹ ਚੀਜ਼ ਨਿਕਲ ਕੇ ਆਈ ਸੀ। ਸੋ ਇਹ ਜਿਹੜਾ ਸੀ ਬੇਸਿਕਲੀ ਟਵਿੱਟਰ ਅਕਾਊਂਟ ਹੀ ਬਣਾਇਆ ਗਿਆ ਸੀ ਜਾਂ ਇਸ ਤੋਂ ਇਲਾਵਾ ਵੀ ਕੁਝ ਕੀਤਾ ਗਿਆ ਸੀ? ਇਹ ਅਸਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਇੱਕ ਕੈਂਪੇਨ ਸੀ, ਇਹ ਟਰੈਕਟਰ ਟੂ ਟਵਿੱਟਰ, ਕਿ ਜਿਹੜੇ ਟਰੈਕਟਰਾਂ ਵਾਲੇ ਨੇ, ਇਨਫੈਕਟ ਇਕੱਲਾ ਟਰੈਕਟਰ ਟੂ ਟਵਿੱਟਰ ਨਹੀਂ ਸੀ, ਇਹਦੇ ਵਿੱਚ ਹੋਰ 3-4 ਚੀਜ਼ਾਂ ਹੋਰ ਸੀ। ਟਰੈਕਟਰ ਟੂ ਟਵਿੱਟਰ, ਹਾਲ ਟੂ ਟਵਿੱਟਰ, ਦਾਤੀ ਟੂ ਟਵਿੱਟਰ, ਮਤਲਬ ਇਹ ਇੱਕ ਥਾਟ ਸੀ, ਇਹ ਕੋਈ ਇੱਕ ਟਵਿੱਟਰ ਹੈਂਡਲ ਨਹੀਂ ਸੀ ਇਹ।
ਤਾਂ ਕਿ ਮਤਲਬ ਨਾ ਸਿਰਫ ਕਿਸਾਨ, ਜਿਹੜਾ ਇੱਕ ਮਜ਼ਦੂਰ ਆ, ਜਿਹੜਾ ਕਿਸਾਨ ਦੀ ਮਦਦ ਕਰਦਾ, ਚਾਹੇ ਉਹ ਦਾਤੀ ਵਰਤਦਾ, ਚਾਹੇ ਉਹ ਖੁਰਪਾ ਵਰਤਦਾ, ਚਾਹੇ ਉਹ ਤੰਗਲੀ ਵਰਤਦਾ, ਕੋਈ ਵੀ ਇਹੋ ਜਿਹਾ ਸ਼ਖਸ ਜਿਹੜਾ ਖੇਤੀ ਦੇ ਨਾਲ ਸਿੱਧੇ ਔਰ ਅਸਿੱਧੇ ਤਰੀਕੇ ਨਾਲ ਜੁੜਿਆ ਹੋਇਆ, ਸੋ ਉਹਦੇ ਲਈ ਇੱਕ ਕਾਲ ਸੀ ਵੀ ਤੁਸੀਂ ਹੁਣ ਉਸ ਟੂਲ ਦੇ ਨਾਲ ਇੱਕ ਆ ਜਿਹੜਾ ਸੋਸ਼ਲ ਮੀਡੀਆ ਵਾਲਾ ਟੂਲ ਆ ਟਵਿੱਟਰ, ਇਹਦੇ ਉੱਪਰ ਆਓ। ਸੋ ਫਿਰ ਥਾਟ ਇਨੀਸ਼ੀਅਲੀ ਇਹ ਸੀ ਵੀ ਲੋਕਾਂ ਨੂੰ ਕਾਲ ਸੀਗੀ ਇੱਕ, ਕਿ ਟਵਿੱਟਰ ਦੇ ਉੱਪਰ ਆਓ ਜਿੱਥੇ ਆਪਾਂ ਆਪਣੀ ਗੱਲ ਰੱਖ ਸਕੀਏ। ਕਿਉਂਕਿ ਮੈਂ ਇੱਕ ਚੀਜ਼ 'ਚ ਹੋਰ ਐਡ ਕਰ ਦੇਵਾਂ ਕਿ ਕਈ ਵਾਰ ਇੱਕ ਗੱਲ ਦਾ ਇਹ ਵੀ ਮੀਨਿੰਗ ਕੱਢ ਲਿਆ ਜਾਂਦਾ ਕਿ ਪੰਜਾਬ ਦੇ ਲੋਕ ਟੈਕਸ ਹੈਵੀ ਨਹੀਂ ਸੀਗੇ, ਇਸ ਕਰਕੇ ਆਪਾਂ ਉਹਨਾਂ ਨੂੰ ਕਿਹਾ ਵੀ ਸੋਸ਼ਲ ਮੀਡੀਆ ਦੇ ਉੱਪਰ ਆਓ। ਹੈਰਾਨੀ ਦੀ ਗੱਲ ਇਹ ਹੈ ਵੀ ਪੂਰੇ ਇੰਡੀਆ ਦੇ ਵਿੱਚੋਂ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੀ, ਟੈਕਨੋਲੋਜੀ ਦੀ ਤੇ ਸਮਾਰਟਫੋਨ ਦੀ ਪੈਨੀਟ੍ਰੇਸ਼ਨ ਮੇਰੇ ਖਿਆਲ ਨਾਲ ਪੂਰੇ ਇੰਡੀਆ ਨਾਲੋਂ ਸਭ ਤੋਂ ਜ਼ਿਆਦਾ ਇੱਥੇ। ਬਟ ਆਪਣਾ ਜਿਹੜਾ ਸੋਸ਼ਲ ਮੀਡੀਆ ਯੂਜ਼ ਆ ਉਹ ਜ਼ਿਆਦਾ ਬਿਕੋਜ਼ ਆਫ ਪੰਜਾਬੀ ਮਿਊਜ਼ਿਕ ਇੰਡਸਟਰੀ, ਉਹ ਐਂਟਰਟੇਨਮੈਂਟ ਵਾਲੇ ਪਾਸੇ ਜ਼ਿਆਦਾ। ਸੋ ਜਦੋਂ ਆਪਾਂ ਸੋਸ਼ਲ ਮੀਡੀਆ ਖੋਲਦੇ ਹਾਂ ਤਾਂ ਆਪਾਂ ਨੂੰ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਵੀ ਆਪਾਂ ਕੁਝ ਐਂਟਰਟੇਨਿੰਗ ਦੇਖਾਂਗੇ ਉੱਥੇ, ਚਾਹੇ ਕਿਸੇ ਸਿੰਗਰ ਦਾ ਕੋਈ ਸੌਂਗ ਰਿਲੀਜ਼ ਹੋ ਗਿਆ, ਚਾਹੇ ਕਿਸੇ ਨੇ ਕੋਈ ਇੰਸਟਾ ਤੇ ਸਟੋਰੀ ਪਾਤੀ। ਸੋ ਐਂਟਰਟੇਨਮੈਂਟ ਵਾਲਾ ਐਲੀਮੈਂਟ ਜ਼ਿਆਦਾ ਸੀ। ਸੋ ਉਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਜ਼ਰੂਰਤ ਇਹ ਸੀ ਕਿ ਹੁਣ ਆਪਾਂ ਧਿਆਨ ਉਸ ਪਾਸੇ ਲੈ ਕੇ ਆਈਏ, ਸੋਸ਼ਲ ਮੀਡੀਆ ਦੇ ਉਸ ਪਾਸੇ ਲੈ ਕੇ ਚੱਲੀਏ ਜਿਹਨੂੰ ਇੰਟਰਨੈਸ਼ਨਲ ਮੀਡੀਆ, ਜਿਹਨੂੰ ਪੋਲੀਟੀਸ਼ੀਅਨਸ, ਜਿਹਨੂੰ ਸੀਰੀਅਸ ਜਰਨਲਿਸਟ ਅਬਜ਼ਰਵ ਕਰਦੇ ਨੇ, ਜਿੱਥੋਂ ਉਹ ਗੱਲਾਂ ਅਬਜ਼ਰਵ ਕਰਦੇ ਨੇ ਕਿ ਹੋ ਕੀ ਰਿਹਾ, ਉੱਥੋਂ ਨਿਊਜ਼ ਬਣਦੀਆਂ ਨੇ। ਕਿਉਂਕਿ ਹੁਣ ਜਦੋਂ ਆਪਾਂ ਦੇਖਿਆ ਕਿ ਰਿਹਾਨਾ ਉਹਨਾਂ ਦਾ ਟਵੀਟ ਆਇਆ, ਸੋ ਉਹਨਾਂ ਨੇ ਟਵਿੱਟਰ ਦੇ ਪਲੇਟਫਾਰਮ ਨੂੰ ਯੂਜ਼ ਕੀਤਾ ਤੇ ਉਹ ਮੇਰੇ ਖਿਆਲ ਨਾਲ ਪੂਰੇ ਇੰਡੀਆ ਦੇ ਵਿੱਚ ਉਹਦੇ ਨਾਲ ਹਾਹਾਕਾਰ ਮਚ ਗਈ, ਪੂਰੀ ਸਰਕਾਰ ਹਿੱਲ ਗਈ ਉਹ। ਸੋ ਇਹ ਚੀਜ਼ ਸੀਗੀ ਕਿ ਸੋਸ਼ਲ ਮੀਡੀਆ ਤੇ ਆਪਾਂ ਹੈਗੇ ਹਾਂ, ਪਰ ਕੁਝ ਟਾਈਮ, ਥੋੜੇ ਟਾਈਮ ਲਈ ਹੁਣ ਆਪਾਂ ਉੱਥੋਂ ਹਟ ਕੇ ਇਹੋ ਜਿਹੇ ਪਲੇਟਫਾਰਮ ਦੇ ਉੱਪਰ ਆਵਾਜ਼ ਰੱਖੀਏ ਜਿੱਥੇ ਗੱਲ ਸੁਣੀ ਜਾਵੇ ਆਪਣੀ। ਸੋ ਇਸ ਕਰਕੇ ਇਹ ਉਹ ਇਨੀਸ਼ੀਅਲ ਥਾਟ ਤੋਂ ਇੱਕ ਹੈਂਡਲ ਤੇ ਗੱਲ ਪਹੁੰਚੀ ਹੋਈ। ਜੀ, ਮੈਂ ਰਾਜ ਬੁੱਟਰ ਜੀ ਨੂੰ ਵੀ ਸਵਾਲ ਕਰਨਾ ਚਾਹਾਂਗਾ ਕਿ ਜਿਵੇਂ ਵੀਰ ਜੀ ਹੁਣਾਂ ਨੇ ਹੁਣੇ ਐਕਸਪਲੇਨ ਕੀਤਾ ਕਿ ਸਾਡੀ ਜਿਹੜੀ ਰੀਚ ਹੈ ਉਹ ਸੋਸ਼ਲ ਮੀਡੀਆ ਦੇ ਇੱਕ ਜਿਹੜੇ ਖਾਸ ਐਲੀਮੈਂਟ ਨੇ, ਜਿਵੇਂ ਫੇਸਬੁੱਕ ਵਗੈਰਾ ਹੈ ਜਾਂ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਸਿਸਟਮ ਅਸੀਂ ਕੋ ਅੱਗੇ ਲਿਆਉਣਾ ਸੀ, ਤੇ ਫਿਰ ਸਾਨੂੰ ਇਹ ਜਿਹੜੀ ਸੀ ਰੀਚ ਜਿਹੜੀ ਸੀ ਆਮ ਲੋਕਾਂ ਤੱਕ ਕਿਵੇਂ ਪਹੁੰਚਾਉਣ ਦਾ ਯਤਨ ਕੀਤਾ ਗਿਆ? ਐਕਚੁਅਲੀ ਵਾਕਈ ਥੋੜਾ ਜਿਹਾ ਟਫ ਜੌਬ ਸੀਗੀ, ਬਟ ਕਿਸਾਨੀ ਦੇ ਲਈ ਲੋਕਾਂ ਦੇ ਇਮੋਸ਼ਨ ਬਹੁਤ ਜੁੜੇ ਹੋਏ ਸੀ, ਬਹੁਤ ਜ਼ਿਆਦਾ ਜੁੜੇ ਸੀਗੇ। ਬਹੁਤ ਸਾਰੇ ਲੋਕ ਸੀਗੇ ਜਿਹੜੇ ਪ੍ਰੋਟੈਸਟ ਤੇ ਤਾਂ ਪਹੁੰਚ ਪਾ ਰਹੇ ਸੀਗੇ, ਬਟ ਕੁਝ ਲੋਕ ਆਪਣੀ ਜੌਬਸ ਕਰਕੇ ਜਾਂ ਕੁਝ NRIs ਆਪਣੀ ਕੰਟਰੀ ਚੇਂਜ ਹੋਣ ਕਰਕੇ, ਜਾਂ ਕਾਫੀ ਲੋਕ ਇੱਦਾਂ ਦੇ ਸੀ ਜੋ ਪ੍ਰੋਟੈਸਟ ਨਾਲ ਜੁੜਨਾ ਚਾਹੁੰਦੇ ਸੀ ਪਰ ਉਹਨਾਂ ਕੋਲ ਕੋਈ ਸਾਧਨ ਨਹੀਂ ਸੀ ਸਹੀ ਤਰੀਕੇ ਨਾਲ ਕਿਵੇਂ ਜੁੜੀਏ। ਤਾਂ ਜਿਵੇਂ ਬਾਕੀ ਭਾਜੀ ਨੇ ਦੱਸਿਆ ਕਿ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਤਾਂ ਦੂਜੇ ਵੀ ਸੀਗੇ, ਫੇਸਬੁੱਕ ਸੀਗਾ, ਇੰਸਟਾਗ੍ਰਾਮ ਸੀਗਾ, ਦੂਜੇ ਸੀਗੇ, ਬਟ ਮੋਸਟ ਆਫ ਇਹ ਉਨਾ ਅਸਰ ਨਹੀਂ ਕਰ ਪਾਉਂਦੇ ਗਵਰਨਮੈਂਟ ਤੇ ਜੇ ਆਪਣੇ ਜਿਵੇਂ ਫੇਸਬੁੱਕ ਵੀ ਹੁੰਦੀ ਆ ਤਾਂ ਆਪਣੇ 20-50-100 ਬੰਦੇ ਹੁੰਦੇ ਜਿਹੜੇ ਆਪਸ ਚ ਹੀ ਗੱਲ ਕਰਦੇ ਆ, ਪਰ ਲੋਕਾਂ ਤੱਕ ਨਹੀਂ ਪਹੁੰਚ ਕਰ ਪਾਉਂਦੇ। ਤੇ ਜਦੋਂ ਟਵਿੱਟਰ ਇੱਕ ਐਸੀ ਚੀਜ਼ ਸੀਗੀ ਜਿਹੜੀ ਅਸੀਂ ਸੁਣੀ ਤਾਂ ਸੀਗੀ ਕਿ ਹਾਂ ਇਹ ਬਹੁਤ ਵੱਡੇ ਲੈਵਲ ਤੇ ਕੰਮ ਕਰਦਾ, ਵਰਕ ਕਰਦਾ ਤੇ ਬਹੁਤ ਵੱਡੇ ਥਾਂ ਤੇ ਇਫੈਕਟ ਪਾਉਂਦਾ, ਤਾਂ ਜਦੋਂ ਭਵਜੀਤ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਸਾਡਾ ਟੀਚਾ ਸੀਗਾ 20 ਤੋਂ 25 ਹਜ਼ਾਰ ਲੋਕਾਂ ਨੂੰ ਟਵਿੱਟਰ ਦੇ ਨਾਲ ਜੋੜਨਾ ਤੇ ਡੇਲੀ ਆਪਣੀ ਗੱਲ ਟਵਿੱਟਰ ਦੇ ਥਰੂ ਪੂਰੇ ਵਰਲਡ ਤੱਕ ਪਹੁੰਚਾਉਣੀ ਹੈ। ਕਿਉਂਕਿ ਮੋਦੀ ਹੋਣੀ ਜਾਂ ਗਵਰਨਮੈਂਟਸ ਆਲਮੋਸਟ ਟਰਾਈ ਕਰਦੀਆਂ ਹੁੰਦੀਆਂ ਕਿ ਟਵਿੱਟਰ ਨੂੰ ਯੂਜ਼ ਕਰਕੇ ਜਾਂ ਇੱਦਾਂ ਦੀਆਂ ਪਲੇਟਫਾਰਮ ਯੂਜ਼ ਕਰਕੇ ਪੂਰੇ ਵਰਲਡ ਨੂੰ ਇੱਕ ਗਲਤ ਸਿਨੈਰੀਓ ਦਿਖਾਉਂਦੀਆਂ ਨੇ ਤੇ ਪੂਰੇ ਵਰਲਡ ਨੂੰ ਲੱਗਦਾ ਕਿ ਸਭ ਸਹੀ ਚੱਲਦਾ ਪਿਆ। ਬਟ ਜਦੋਂ ਅਸੀਂ ਟਵਿੱਟਰ ਤੇ 20-25 ਹਜ਼ਾਰ ਦੀ ਮੁਹਿੰਮ ਸ਼ੁਰੂ ਕੀਤੀ, ਪਹਿਲੇ ਦਿਨ ਸੀਗਾ ਲੱਗੀ ਬਹੁਤ ਵੱਡੀ ਸੀਗੀ ਕਿ 20-25 ਹਜ਼ਾਰ ਲੋਕ ਅਸੀਂ ਨਾਲ ਜੋੜਨੇ ਆ ਤੇ ਬਹੁਤ ਵੱਡੀ ਚੀਜ਼ ਆ ਇਹ। ਬਟ ਬਾਈ ਗॉड ਗ੍ਰੇਸ ਕਹਿ ਲਓ ਕਿ ਰੱਬ ਵੀ ਜਦੋਂ ਨਾਲ ਹੁੰਦਾ ਤਾਂ ਉਹ ਕੁਝ ਘੰਟਿਆਂ ਦੇ ਵਿੱਚ ਅਸੀਂ ਅਚੀਵ ਕਰ ਲਿਆ। ਉਹ ਸਾਡੇ ਲਈ ਵੀ ਬਹੁਤ ਮਤਲਬ ਵੱਡੀ ਗੱਲ ਸੀਗੀ। ਬਹੁਤ ਛੇਤੀ ਮਤਲਬ ਕਿ ਬਹੁਤ ਮੀਡੀਆ ਪਲੇਟਫਾਰਮ ਨੇ ਚੱਕ ਲਿਆ। ਮਤਲਬ ਸਾਡੇ ਲਈ ਏਦਾਂ ਕੋਈ ਕਿਸੇ ਪਾਰਟੀਕੂਲਰ ਵਰਗ ਨੂੰ ਨਹੀਂ ਜੋੜਿਆ, ਬਟ ਮੀਡੀਆ ਨੇ ਬਹੁਤ ਜ਼ਿਆਦਾ ਚੱਕ ਲਿਆ ਸੀ। ਮੀਡੀਆ ਨੇ ਕਾਫੀ ਜ਼ਿਆਦਾ ਸਪੋਰਟ ਕੀਤੀ, NDTV ਤੋਂ ਰਵੀਸ਼ ਕੁਮਾਰ ਜੀ ਉਹਨਾਂ ਨੇ ਕਾਫੀ ਸਪੋਰਟ ਕੀਤੀ, ਤਾਂ ਉਹਦੇ ਕਰਕੇ ਸਾਡੇ ਨਾਲ ਲੋਕ ਬਹੁਤ ਛੇਤੀ ਜੁੜ ਗਏ ਤੇ ਈਵਨ ਬਹੁਤ ਛੇਤੀ ਲੋਕਾਂ ਨੂੰ ਪਾਵਰ ਦਾ ਪਤਾ ਲੱਗਿਆ ਦੀ ਟਵਿੱਟਰ ਦੀ। ਤਾਂ ਮੇਰੇ ਹਿਸਾਬ ਨਾਲ ਜਿਹੜੇ ਲੋਕ ਨਹੀਂ ਪਾਰਟੀਸਪੇਟ ਕਰ ਪਾ ਰਹੇ ਸੀ ਕਿਸੇ ਤਰੀਕੇ ਨਾਲ, ਉਹਨਾਂ ਨੂੰ ਇੱਕ ਜ਼ਰੀਆ ਮਿਲਿਆ ਸਹੀ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਤੇ ਪਾਰਟੀਸਪੇਟ ਕਰਨ ਦਾ। ਜਿਉਂ-ਜਿਉਂ 26 ਜਨਵਰੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਜਿਵੇਂ ਵਾਪਰੀਆਂ ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਇਸ ਦੇ ਵਿੱਚ ਫੈਕਸ਼ਨਿਜ਼ਮ ਤੇ ਧੜੇਬੰਦੀ ਤੇ ਹੋਰ ਕੋਈ ਚੀਜ਼ਾਂ ਨਾਲ ਇਸ ਦੇ ਉੱਭਰੀਆਂ ਸਾਰੀਆਂ, ਤੇ ਤੁਸੀਂ ਇਸ ਸੰਸਥਾ ਦੇ ਤੁਸੀਂ ਵੋਲੰਟੀਅਰ ਹੋਣ ਦੇ ਨਾਤੇ ਤੇ ਉਹਦੇ ਅਗਾਂਹ ਵਧੂ ਵਿਅਕਤੀ ਹੋਣ ਦੇ ਨਾਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਹੈਂਡਲ ਕੀਤਾ ਤੁਸੀਂ? ਇਸ ਦੇ ਵਿੱਚ ਕਿਵੇਂ ਸਮੋ ਕੇ ਰੱਖਿਆ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ?
ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਧੜੇਬੰਦੀ ਹੋਈ, ਕੋਈ ਦੋ ਰਾਏ ਨਹੀਂ। ਗਰਾਊਂਡ ਤੇ ਚਾਹੇ ਬਹੁਤ ਥੋੜਾ ਫਰਕ ਪਿਆ, ਪਰ ਸੋਸ਼ਲ ਮੀਡੀਆ ਦੇ ਉੱਤੇ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪਿਆ, ਧੜੇਬੰਦੀ ਦਾ। ਤੇ ਜ਼ਿਆਦਾਤਰ ਕੋਸ਼ਿਸ਼ ਇਹੀ ਕੀਤੀ ਗਈ ਕਿ ਲੋਕਾਂ ਨੂੰ ਸੱਚ ਦਿਖਾਇਆ ਜਾਵੇ ਕਿ ਜਿਹੜੀ ਧੜੇਬੰਦੀ ਵੀ ਅਸਲ ਰੂਪ ਦੇ ਵਿੱਚ ਨਹੀਂ ਹੋ ਰਹੀ, ਜਾਂ ਕੋਈ ਵੀ ਲੀਡਰ ਜਾਂ ਕੋਈ ਵੀ ਦੂਜਾ ਜਿਹੜੀ ਧਿਰ ਹੈਗੀ, ਕੋਈ ਆਪਸ ਨਹੀਂ ਲੜਦੀ ਪਈ, ਬਟ ਵਿੱਚ ਵਿਚਾਲੇ ਕੁਝ ਫੇਕ ਆਈਡੀਆਜ਼ ਬਣਾ ਕੇ ਲੋਕ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਚਾਹੇ ਬੀਜੇਪੀ IT ਸੈੱਲ ਦਾ ਨਾਮ ਲੈ ਲਓ ਜਾਂ ਕਿਸੇ ਵੀ ਤਰ੍ਹਾਂ ਦਾ, ਏਦਾਂ ਦੇ ਇੱਕ ਤਰੀਕੇ ਨਾਲ ਫੇਕ ਆਈਡੀਆ ਥਰੂ ਇੱਕ ਦੂਜੇ ਦੇ ਵਾਰ ਕੀਤੇ ਜਾ ਰਹੇ ਆ, ਤੇ ਉਹਨਾਂ ਨੂੰ ਲੱਗਦਾ ਕਿ ਆਪਸੀ ਵਾਰ ਚੱਲਦੀ ਪਈ ਆ। ਤਾਂ ਅਸੀਂ ਲੋਕਾਂ ਨੂੰ ਮੋਸਟ ਆਫ ਟਰਾਈ ਕੀਤਾ ਸੱਚ ਦਿਖਾਉਣ ਦਾ ਕਿ ਜਿਹੜੀ ਆਹ ਚੀਜ਼ ਇੱਥੋਂ ਤੁਰੀ ਆ, ਆਹ ਚੀਜ਼ ਇੱਥੋਂ ਤੁਰੀ ਆ। ਤਾਂ ਹਜੇ ਵੀ ਕੋਸ਼ਿਸ਼ ਕਰ ਰਹੇ ਹਾਂ, ਉਹ ਚੀਜ਼ ਨਾਲ ਇਫੈਕਟ ਹੋਇਆ, ਇੰਪੈਕਟ ਵੀ ਪਿਆ, ਬਟ ਫਿਲਹਾਲ ਸਾਡਾ ਇਹੀ ਹੁੰਦਾ ਕਿ ਅਸੀਂ ਜਿੱਥੋਂ ਗੱਲ ਤੁਰੀ ਆ ਤੇ ਉਹਦਾ ਫੈਕਟ ਕੀ ਆ, ਜਾਂ ਲੀਡਰਸ ਵੱਲੋਂ ਕਿਹੜਾ ਬਿਆਨ ਦਿੱਤਾ ਗਿਆ ਉਹਦੇ ਫੈਕਟਸ ਨੂੰ ਲੋਕਾਂ ਮੂਹਰੇ ਰੱਖੀਏ, ਜਾਂ ਦੂਜੇ ਪਾਸੋਂ ਕਿਹੜਾ ਬਿਆਨ ਆਇਆ ਉਹ ਕਿਸ ਤਰੀਕੇ ਨਾਲ ਲੋਕਾਂ ਮੂਹਰੇ ਪ੍ਰੈਜ਼ੈਂਟ ਕੀਤਾ ਜਾ ਰਿਹਾ, ਉਹਦੇ ਫੈਕਟਸ ਰੱਖੇ ਜਾਂਦੇ ਆ। ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਜੋੜ ਕੇ ਰੱਖੀਏ। ਅਗਰ ਵਿਚਾਲੇ ਉਹਨਾਂ ਦੇ ਕੋਈ ਵੀ ਤੋੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਸਹੀ ਜਾਣਕਾਰੀ ਦੇ ਨਾਲ ਉਹਨੂੰ, ਉਹ ਪ੍ਰੋਪੇਗੈਂਡੇ ਨੂੰ ਵੱਧ ਤੋਂ ਵੱਧ ਬਸਟ ਕੀਤਾ ਜਾਵੇ। ਮੇਰਾ ਸਵਾਲ ਬ੍ਰੇਕ ਤੇ ਜਾਣ ਤੋਂ ਪਹਿਲਾਂ ਭਵਜੀਤ ਸਿੰਘ ਜੀ ਆਪ ਜੀ ਨੂੰ ਹੋਵੇਗਾ ਕਿ ਜੋ ਜਿਵੇਂ ਸਟੈਟਸ ਤੁਸੀਂ ਇਹਦੇ ਟਵਿੱਟਰ ਦੇ ਅਕਾਊਂਟ ਦੇ ਹੈਂਡਲ ਦੇ ਜਾਂ ਹੋਰ ਸਾਰੀਆਂ ਦੇ ਚੀਜ਼ਾਂ ਤੇ ਦੇਖੇ ਹੋਣਗੇ, ਜਿਹੜੇ ਤੁਹਾਨੂੰ ਫੋਲੋ ਕਰਨ ਵਾਲੇ ਲੋਕ ਨੇ ਜਾਂ ਪਾਰਟਿਸਪੈਂਟ ਨੇ, ਨਾ ਐਕਟਿਵ ਯੂਜ਼ਰ ਨੇ, ਉਹ ਬੇਸਿਕਲੀ ਪੰਜਾਬ ਦੀ ਧਰਤੀ ਤੋਂ ਜ਼ਿਆਦਾ ਨੇ ਜਾਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਏ ਐਂਟਰਪ੍ਰੈਨਿਓਰਸ ਜਾਂ ਜਿਹੜੇ ਜੌਬ ਕਰਨ ਵਾਲੇ ਬੰਦੇ ਨੇ, ਜਾਂ ਉਹਨਾਂ ਨੇ ਜ਼ਿਆਦਾ ਇਸ ਵਿੱਚ ਪਾਰਟਿਸਿਪੇਟ ਕੀਤਾ? ਜੀ ਇਹਦੇ ਵਿੱਚ ਇਹ ਬੜਾ ਇੱਕ ਮਿਕਸ ਜਾਂ ਕੰਬੀਨੇਸ਼ਨ ਆ। ਪੰਜਾਬ ਤੋਂ ਤਾਂ ਸ਼ੁਰੂਆਤ ਦੇ ਵਿੱਚ ਡੈਫੀਨੇਟਲੀ ਹੈ ਹੀ ਬਹੁਤ ਨੇਗੇ, ਹੈ ਨਾ। ਕਈ ਵਾਰ ਸ਼ੁਰੂਆਤ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਸੀ ਵੀ ਕਿਹੜੇ ਕਿਹੜੇ ਵੱਡੇ ਹੈਂਡਲ, ਜਾਂ ਜਿਵੇਂ ਤੁਸੀਂ ਕਿਹਾ ਕਿ ਜਰਨਲਿਸਟ ਦੇ ਹੁੰਦੇ ਨੇ ਵੱਡੇ, ਜਾਂ ਐਂਟਰਪ੍ਰੈਨਿਓਰ ਲੋਕ ਹੁੰਦੇ ਨੇ ਫੋਲੋ ਕਰਦੇ ਸੀ। ਕਈ ਵਾਰ ਸਾਨੂੰ ਸਾਡੇ ਵਲੰਟੀਅਰਸ ਨੇ ਦੱਸਣਾ ਕਿ ਆਹ ਦੇਖੋ ਜੀ, ਇਹ ਹੈਂਡਲ ਤੁਹਾਨੂੰ ਫੋਲੋ ਕਰ ਰਿਹਾ ਹੋ। ਐਂਡ ਪੂਰੇ ਪੈਨ ਇੰਡੀਆ ਤੋਂ ਸਾਡੇ ਨਾਲ ਲੋਕ ਜੁੜੇ ਹੋਏ ਨੇ, ਬੰਗਾਲ, ਤਮਿਲਨਾਡੂ, ਨਾਰਥ ਈਸਟ ਤੋਂ, ਤੇ ਕੇਰਲਾ ਤੋਂ, ਹੈ ਨਾ। ਸੋ ਜਿਹੜੀ ਸਾਡੀ ਹੁਣ ਇਸ ਟਾਈਮ ਆਡੀਅנס ਕਹਿ ਲਓ ਜਾਂ ਜਿਹੜੇ ਸਾਡੇ ਫੋਲੋਅਰ ਨੇ, ਉਹ ਮਤਲਬ ਸਿਰਫ ਔਰ ਸਿਰਫ ਇਹ ਨਹੀਂ ਕਹਿ ਸਕਦੇ ਕਿ ਈਵਨ ਕੋਈ ਮੀਡੀਆ ਵੀ ਸਾਡੇ ਤੇ ਬਲੇਮ ਨਹੀਂ ਕਰ ਸਕਦਾ ਜੀ, ਇਹ ਤਾਂ ਇੱਕ ਪਾਰਟੀਕੂਲਰ ਇੱਕ ਸਟੇਟ ਨੂੰ ਜਾਂ ਇੱਕ ਰਿਲੀਜਨ ਨੂੰ ਰੈਪਰੈਜ਼ੈਂਟ ਕਰਦੇ ਨੇ। ਸੋ ਜਿਹੜੀ ਅਸੀਂ ਇਨਫੋਰਮੇਸ਼ਨ ਦਿੰਨੇ ਆ, ਸੋ ਉਹ ਕਿਸੇ ਵੀ ਇੱਕ ਖਾਸ ਜਗ੍ਹਾ ਨੂੰ ਦੇਖ ਕੇ ਜਾਂ ਵਰਗ ਨੂੰ ਦੇਖ ਕੇ ਨਹੀਂ ਅਸੀਂ ਦਿੰਦੇ। ਸਾਡੀ ਕੋਸ਼ਿਸ਼ ਹੁੰਦੀ ਆ, ਕਿਉਂਕਿ ਦੇਖੋ ਪੰਜਾਬ ਦੇ ਵਿੱਚੋਂ ਇਹ ਮੁਹਿੰਮ ਸ਼ੁਰੂ ਹੋਈ ਆ, ਹਰਿਆਣਾ ਦੇ ਵਿੱਚੋਂ, ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿ ਆਲਰੇਡੀ ਆਪਣੇ ਲੋਕ ਇਹਦੇ ਬਾਰੇ ਬਹੁਤ ਜ਼ਿਆਦਾ ਅਵੇਅਰ ਹੈਗੇ ਨੇ। ਸੋ ਆਪਣੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਜਿਹੜੇ ਸਿੱਧੇ ਤਰੀਕੇ ਦੇ ਨਾਲ ਕਿਸਾਨ ਸੰਘਰਸ਼ ਨਾਲ ਨਹੀਂ ਜੁੜੇ ਹੋਏ, ਜਿਹੜੇ ਇਸ ਕਿਸਾਨ ਸੰਘਰਸ਼ ਦੇ ਆਡੀਅנס ਨੇਗੇ। ਸੋ ਸਪੈਸ਼ਲੀ ਜਿੱਦਾਂ ਹੁਣ ਆਪਣੀਆਂ ਫੋਰਨਰਸ ਹੋ ਗਏ, ਜਿਹੜੇ ਆਪਣੇ ਪੰਜਾਬੀ ਡਾਇਸਪੋਰਾ ਹੋ ਗਿਆ, ਜਾਂ ਜਿਹੜੇ ਹਿੰਦੀ ਡਾਇਸਪੋਰਾ ਹੋ ਗਿਆ, ਉਹਨਾਂ ਨੂੰ ਸਿੱਧੇ ਤੌਰ ਤੇ ਨਹੀਂ ਪਤਾ ਲੱਗਦਾ ਕਿ ਗਰਾਊਂਡ ਤੇ ਕੀ ਚੱਲਦਾ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹ ਸਾਰੇ ਲੋਕ, ਉਹ ਸਾਰਾ ਵਰਗ ਜਿਹੜਾ ਇੱਥੋਂ ਦੀ ਜਾਣਕਾਰੀ ਲੈਣਾ ਚਾਹੁੰਦਾ, ਜਿਹੜਾ ਫੇਕ ਨਿਊਜ਼ ਤੋਂ ਜਾਂ ਜਿਹੜਾ ਗੋਦੀ ਮੀਡੀਆ ਤੋਂ ਫੈਡ ਅਪ ਹੋ ਚੁੱਕਿਆ ਵਾ, ਸੋ ਉਹਨਾਂ ਦੇ ਲਈ ਅਸੀਂ ਕਰੈਕਟ ਇਨਫੋਰਮੇਸ਼ਨ ਆਪਦੇ ਹੈਂਡਲ ਤੋਂ ਦਿਆ ਕਰੀਏ। ਠੀਕ ਹੈ ਜੀ, ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੇ ਜਲਦੀ ਹਾਜ਼ਰ ਹੋ ਕੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਦੇ ਰਹਾਂਗੇ। ਡਾਇਰੈਕਟਰ ਟੂ ਟਵਿੱਟਰ ਦਾ ਨਾਂ ਤੇ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ, ਤੇ ਇਸ ਵਾਰੀ ਅਸੀਂ ਇਸ ਸੰਸਥਾ ਦੇ ਦੋ ਸੰਸਥਾਪਕਾਂ ਦੇ ਨਾਲ ਆਪ ਜੀ ਦੀ ਗੱਲਬਾਤ ਸਾਂਝੀ ਕਰਵਾ ਰਹੇ ਹਾਂ, ਉਹਨਾਂ ਕੋਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਮੇਰਾ ਸਵਾਲ ਆਪਣੇ ਭਵਜੀਤ ਸਿੰਘ ਜੀ ਆਪ ਜੀ ਨੂੰ ਹੈ ਕਿ ਇਸ ਸੰਸਥਾ ਦੇ ਜੋ ਰਿਸਪੌਂਸ ਤੁਹਾਨੂੰ ਆਏ, ਤੇ ਜੋ ਆਮ ਮੀਡੀਆ ਜਿਹੜੀ ਫੈਸਿਲਿਟੀਜ਼ ਹਨ, ਭਾਵੇਂ ਕਿ ਅਸੀਂ ਗੋਦੀ ਮੀਡੀਆ ਲਫ਼ਜ਼ ਕਹਿ ਦਿੰਦੇ ਹਾਂ, ਪਰ ਸਾਰੇ ਦਾ ਸਾਰਾ ਗੋਦੀ ਮੀਡੀਆ ਨਹੀਂ ਸੀ, ਪਰ ਫਿਰ ਵੀ ਉਹਨਾਂ ਦੇ ਸੰਦਰਭ ਦੇ ਵਿੱਚ ਮੁਕਾਬਲਤਨ ਘੱਟੋ ਘੱਟ ਜਿਹੜਾ ਪੰਜਾਬ ਦਾ ਮੀਡੀਆ ਸੀ ਜਾਂ ਵਿਸ਼ਵ ਭਰ ਦਾ ਜਿਹੜਾ NRI ਮੀਡੀਆ ਸੀ, ਜਾਂ ਉਹਨਾਂ ਦੇ ਮੁਕਾਬਲਤਨ ਇਸ ਨੂੰ ਕਿਵੇਂ ਵੇਖਿਆ ਗਿਆ ਤੇ ਕਿਵੇਂ ਲੋਕਾਂ ਨੇ ਰਿਸੀਵ ਕੀਤਾ? ਇੱਕ ਚੀਜ਼ ਬਹੁਤ ਸੋਹਣੀ ਨਿਕਲ ਕੇ ਆਈ ਆ ਕਿਸਾਨ ਸੰਘਰਸ਼ ਦੇ ਵਿੱਚੋਂ ਕਿ ਜਿਹੜਾ ਪੰਜਾਬੀ ਮੀਡੀਆ, ਉਹਨੇ ਬਹੁਤ ਇੱਕ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ। ਉੱਥੇ ਕੁਝ ਚੈਨਲ ਨਵੇਂ ਬਣ ਕੇ ਆਏ, ਉਹਨਾਂ ਦੀ ਪ੍ਰੈਜ਼ੈਂਸ ਪੈਨ ਇੰਡੀਆ ਹੋਈ, ਲੋਕ ਉਹਨਾਂ ਨੂੰ ਫੋਲੋ ਕਰਨ ਲੱਗੇ, ਕਿਉਂਕਿ ਪਹਿਲਾਂ ਇਹ ਚੀਜ਼ ਪੰਜਾਬ ਦੇ ਵਿੱਚੋਂ ਮਿਸਿੰਗ ਹੁੰਦੀ ਸੀ। ਪੰਜਾਬ ਦੇ ਵਿੱਚ ਜ਼ਿਆਦਾ ਡੋਮੀਨੇਟ ਕਰਦੇ ਹੁੰਦੇ ਸੀ ਜਿਹੜੇ ਮੇਨ ਸਟ੍ਰੀਮ ਪੰਜਾਬੀ ਚੈਨਲ ਨੇ, ਕਿ ਚਲੋ ਆਪਾਂ ਨਾਮ ਨਹੀਂ ਲੈਣੇ ਹੈਗੇ ਉਹਨਾਂ ਦੇ, ਬਟ ਅਗੇਨ ਉਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਆਈਡੀਓਲੋਜੀ ਹੁੰਦੀ ਆ ਜਾਂ ਕੋਈ ਪਾਰਟੀਜ਼ ਹੁੰਦੀਆਂ ਨੇ, ਸੋ ਕਾਈਂਡ ਆਫ ਇੱਕ ਬਾਇਸਡ ਐਟੀਟਿਊਡ ਹੁੰਦਾ ਸੀ। ਬਟ ਇਸ ਸੰਘਰਸ਼ ਦੇ ਨਾਲ ਜਿਹੜੇ ਨਵੇਂ ਚੈਨਲ ਨਿਕਲ ਕੇ ਆਏ, ਉਹਨਾਂ ਨੇ ਬਹੁਤ ਸਹੀ ਨਿਊਜ਼ ਦਿੱਤੀਆਂ। ਹੁਣ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਜੇ ਆਪਾਂ ਡਾਇਰੈਕਟ ਟੂ ਟਵਿੱਟਰ ਨੂੰ ਦੇਖਦੇ ਹਾਂ, ਪਹਿਲੀ ਚੀਜ਼ ਤਾਂ ਹੈ ਕਿ
ਇਹਨਾਂ 'ਚ ਕੋਈ ਕੰਪੈਰੀਜ਼ਨ ਨਹੀਂ ਹੈਗਾ, ਕਿਉਂਕਿ ਅਸੀਂ ਸਿਰਫ ਇੱਕ ਨਿਊਜ਼ ਪਲੇਟਫਾਰਮ ਨਹੀਂ ਸੀਗੇ। ਤੁਸੀਂ ਨਿਊਜ਼ ਪਲੇਟਫਾਰਮ ਦੇ ਉੱਪਰੋਂ ਸਿਰਫ ਇੱਕ ਨਿਊਜ਼ ਦੇ ਸਕਦੇ ਹੋ। ਸਾਡੀ ਕੋਸ਼ਿਸ਼ ਇਹ ਹੁੰਦੀ ਸੀ ਕਿ ਡੈਫੀਨੇਟਲੀ ਜਿਹੜਾ ਉੱਥੇ ਗਰਾਊਂਡ ਤੇ ਹੋ ਰਿਹਾ ਵਾ, ਪਹਿਲਾਂ ਤਾਂ ਸਾਡੇ ਕੋਲ ਇੱਕ ਇਹ ਐਜ ਹੁੰਦਾ ਸੀ ਕਿ ਸਾਨੂੰ ਕੋਈ ਐਡੀਟਿੰਗ ਨਹੀਂ ਸੀ ਕਰਨੀ ਪੈਂਦੀ, ਕੁਛ ਉੱਥੋਂ ਸਾਨੂੰ ਕਿਸੇ ਫਰੇਮਵਰਕ ਦੇ ਥਰੂ ਨਹੀਂ ਸੀ ਗੁਜ਼ਰਨਾ ਪੈਂਦਾ। ਕੋਈ ਨਿਊਜ਼ ਅਸੀਂ ਨਾਲ ਦੀ ਨਾਲ ਪਾ ਦਿੰਦੇ ਸੀ, ਔਰ ਜਿਹੜੇ ਸਾਡੇ ਫੋਲੋਅਰ ਸੀ ਉਹਨਾਂ ਨੂੰ ਵਿਦਿਨ ਸੈਕਿੰਡਸ ਉਹ ਗੱਲ ਪਤਾ ਲੱਗ ਜਾਂਦੀ ਸੀ। ਦੂਜੀ ਚੀਜ਼ ਇਹ ਸੀ ਕਿ ਅਸੀਂ ਨਾਲ ਦੀ ਨਾਲ, ਜਿਵੇਂ ਅਸੀਂ ਸਾਡੀ ਟੀਮ ਆ, ਤਾਂ ਕੋਈ ਵੀ ਜਿਹੜੀ ਚੀਜ਼ ਨੈਸ਼ਨਲ ਮੀਡੀਆ ਮਿਸ ਇਨਫੋਰਮੇਸ਼ਨ ਫੈਲਾਉਂਦਾ ਉੱਥੇ, ਫਾਰ ਐਗਜ਼ਾਮਪਲ ਜਿੱਦਾਂ ਨੈਸ਼ਨਲ ਮੀਡੀਆ ਦੀ ਕੋਸ਼ਿਸ਼ ਕੀ ਹੁੰਦੀ ਸੀ ਵੀ ਉੱਥੇ ਪ੍ਰੋਟੈਸਟ ਸਾਈਟ ਦੇ ਉੱਪਰ ਜਾਓ, ਲੱਖਾਂ ਕਿਸਾਨ ਨੇ ਉੱਥੇ, ਉਹਨਾਂ ਵਿੱਚੋਂ ਕਿਸੇ ਨੂੰ ਵੀ ਇੱਕ ਨੂੰ ਫੜ ਕੇ ਉਹਨੂੰ ਪੁੱਛਣ ਲੱਗ ਜਾਓ ਜੀ ਤੁਹਾਨੂੰ ਬਿੱਲਾਂ ਦੀਆਂ ਟੈਕਨੀਕੈਲਿਟੀਜ਼ ਬਾਰੇ ਪਤਾ ਹੈ ਕਿ ਨਹੀਂ ਹੈ। ਹੁਣ ਆਪਾਂ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਕਿ ਜਿੰਨੀ ਤੁਹਾਡੀ ਉੱਥੇ ਪਾਰਟੀਸਪੇਸ਼ਨ ਆ ਉਹ ਸਾਰੇ ਇਸ ਲੈਵਲ ਦੀ ਇਨਫੋਰਮੇਸ਼ਨ ਰੱਖਦੇ ਹੋਣਗੇ। ਸੋ ਉੱਥੇ ਫਿਰ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਜਿਹੜਾ ਸਾਡਾ ਪਲੇਟਫਾਰਮ ਆ, ਅਸੀਂ ਵੀ ਆਰ ਕਾਈਂਡ ਆਫ ਲਾਈਕ ਕਿ ਜਿਵੇਂ ਅਸੀਂ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਬੱਚੇ ਆ, ਠੀਕ ਹੈ, ਅਸੀਂ ਇਹ ਬਿੱਲ ਪੜ੍ਹੇ ਹੋਏ ਨੇ। ਅੱਜ ਤੁਸੀਂ ਸਾਡੇ ਨਾਲ ਗੱਲ ਕਰੋ, ਤੁਸੀਂ ਇੱਕ ਆਮ ਕਿਸਾਨ ਜਿਹੜਾ ਉੱਥੇ ਬੈਠਾ, ਜਿਹਦਾ ਖੇਤੀ ਨਾਲ ਸੰਬੰਧ ਹੈ, ਬਟ ਕਿਸੇ ਵਜ੍ਹਾ ਕਰਕੇ ਉਹ ਇੰਨਾ ਲੀਗੈਲਿਟੀਜ਼ ਦੇ ਵਿੱਚ ਲੀਗਲ ਐਸਪੈਕਟਸ ਨੂੰ ਨਹੀਂ ਸਮਝ ਪਾਉਂਦਾ, ਤੁਸੀਂ ਉਹਨੂੰ ਕਿਉਂ ਘੇਰ ਰਹੇ ਹੋ ਉੱਥੇ। ਸੋ ਆਮ ਮੀਡੀਆ ਨਾਲੋਂ ਸਾਡਾ ਡਿਫਰੈਂਸ ਇਹ ਸੀਗਾ ਕਿ ਅਸੀਂ ਬਹੁਤ ਛੇਤੀ ਉਹਨਾਂ ਦੇ ਜਿਹੜਾ ਫੇਕ ਨੈਰੇਟਿਵ ਆ ਉਹਨੂੰ ਬਸਟ ਕਰ ਦਿੰਦੇ ਸੀ। ਅਗਰ ਕੋਈ ਉਹ ਗਲਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਅਸੀਂ ਉਹਦੇ ਨਾਲ ਦੀ ਨਾਲ ਫੈਕਟ ਦਿੰਦੇ ਹੁੰਦੇ ਸੀ, ਔਰ ਆਪਦੇ ਅੰਨੀਓ ਰੋਜ਼ ਅਸੀਂ ਬਿੱਲਾਂ ਦੇ ਰਿਗਾਰਡਿੰਗ ਜਾਂ ਜੋ ਵੀ ਸਰਕਾਰ ਦੀ ਬੇਰੁਖੀ ਆ ਕਿਸਾਨਾਂ ਦੇ ਪ੍ਰਤੀ, ਉਹਦੇ ਰਿਗਾਰਡਿੰਗ ਅਸੀਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੁੰਦੇ ਸੀ। ਸੋ ਇਹ ਕੁਛ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਲੱਗਦੀਆਂ ਸੀ ਕਿ ਅਸੀਂ ਨਾਰਮਲ ਮੀਡੀਆ ਨਾਲੋਂ ਇੱਕ ਹੈ ਤਾਂ ਟੀਮ ਵਰਕ ਹੈ, ਮੀਡੀਆ ਆਪਦਾ ਰੋਲ ਨਿਭਾ ਰਿਹਾ ਸੀ, ਅਸੀਂ ਆਪਦਾ ਰੋਲ ਨਿਭਾ ਰਹੇ ਸੀ, ਬਟ ਇਹ ਦੋ ਤਿੰਨ ਛੋਟੇ ਛੋਟੇ ਡਿਫਰੈਂਸ ਸੀਗੇ ਜਿਹੜੇ ਸਾਨੂੰ ਲੱਗਦੇ ਸੀਗੇ ਕਿ ਅਸੀਂ ਨਿਭਾ ਰਹੇ ਹਾਂ ਇਹ ਰੋਲ। ਮੈਂ ਰਾਜ ਬੁੱਟਰ ਜੀ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਲਾਂਚ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਬੋਲੀ ਦਾ ਪਹਿਲਾਂ ਤੋਂ ਸੈਟਅਪ ਕੀਤਾ ਜਾਂਦਾ ਹੈ ਕਿ ਅਸੀਂ ਪੰਜਾਬੀ ਵਿੱਚ ਕਰਨਾ ਹੈ, ਹਿੰਦੀ ਵਿੱਚ ਹੈ, ਅੰਗਰੇਜ਼ੀ ਵਿੱਚ ਹੈ, ਉਹ ਰੀਚ ਦੇ ਹਿਸਾਬ ਨਾਲ ਉਸਨੂੰ ਜਿਹੜਾ ਕੀਤਾ ਜਾਂਦਾ। ਜਾਂ ਇੱਕ ਓਪਨ ਪਲੇਟਫਾਰਮ ਸੀ, ਜਾਂ ਇੱਕ ਕਿਸੇ ਖਾਸ ਲੈਂਗੁਏਜ ਨੂੰ ਜਾਂ ਵਰਗ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਉਹਨਾਂ ਤੱਕ ਹੀ ਰੀਚ ਰੱਖਣੀ ਹੈ, ਜਾਂ ਇਸ ਨੂੰ ਓਪਨ ਸੋਰਸ ਰੱਖਿਆ ਗਿਆ ਕਿ ਕੋਈ ਜਿਵੇਂ ਵੀ ਠੀਕ ਸਮਝਦਾ ਇਸ ਨੂੰ ਵਰਤੋਂ ਕਰ ਸਕਦਾ। ਵੈਸੇ ਇਹਨੂੰ ਓਪਨ ਸੋਰਸ ਹੀ ਰੱਖਿਆ ਗਿਆ। ਅਸੀਂ ਜਿਹੜੀ ਚੀਜ਼ ਪੰਜਾਬ ਤੱਕ ਪਹੁੰਚਾਉਣੀ ਆ ਉਹਨੂੰ ਪੰਜਾਬੀ ਯੂਜ਼ ਕੀਤੀ ਗਈ, ਜਿਹੜੀ ਇੰਡੀਆ ਲੈਵਲ ਤੇ ਪਹੁੰਚਾਉਣੀ ਆ ਉੱਥੇ ਹਿੰਦੀ ਯੂਜ਼ ਕੀਤੀ ਗਈ, ਜਿਹੜੀ ਸਾਨੂੰ ਲੱਗਦੀ ਸੀ ਇਹ ਗੱਲ ਇੰਟਰਨੈਸ਼ਨਲ ਲੈਵਲ ਤੇ ਪਹੁੰਚਣੀ ਚਾਹੀਦੀ ਹੈ ਉੱਥੇ ਇੰਗਲਿਸ਼ ਯੂਜ਼ ਕੀਤੀ ਗਈ। ਪਰ ਜ਼ਿਆਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੰਗਲਿਸ਼ ਜਾਂ ਹਿੰਦੀ ਜ਼ਿਆਦਾ ਯੂਜ਼ ਕਰੀਏ, ਕਿਉਂਕਿ ਸਾਡੇ ਪੰਜਾਬ ਹਰਿਆਣਾ ਦੇ ਕਿਸਾਨ ਜਾਂ ਇੱਥੋਂ ਦੇ ਲੋਕ ਤਾਂ ਬਹੁਤ ਜ਼ਿਆਦਾ ਅਵੇਅਰ ਨੇ, ਬਟ ਬਾਕੀ ਜਿਹੜੀ ਥਾਵਾਂ ਹੈਗੀਆਂ ਉੱਥੋਂ ਦੇ ਲੋਕ ਅਵੇਅਰ ਜ਼ਿਆਦਾ ਨਹੀਂ ਹੈਗੇ। ਤਾਂ ਕਰਕੇ ਸਾਡੀ ਹਿੰਦੀ ਇੰਡੀਆ ਲੈਵਲ ਤੱਕ ਰੀਚ ਕਰਨ ਲਈ ਯੂਜ਼ ਕੀਤੀ ਜਾਂਦੀ ਆ। ਤੇ ਇੰਗਲਿਸ਼ ਲਈ ਜਿਵੇਂ ਉਹਨਾਂ ਨੇ ਪਹਿਲਾਂ ਦੱਸਿਆ ਕਿ ਜਿਵੇਂ ਰਿਹਾਨਾ ਹੋਣੀ ਵਿੱਚ ਪਾਰਟੀਸਪੇਟ ਕੀਤਾ ਜਾਂ ਕਾਫੀ ਵੱਡੀ ਸੈਲੀਬ੍ਰਿਟੀਜ਼ ਨੇ ਪਾਰਟੀਸਪੇਟ ਕੀਤਾ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੰਗਲਿਸ਼ ਦੇ ਥਰੂ ਜਾਂ ਆਪਣੇ ਜਿਹੜੇ ਹੈਸ਼ਟੈਗ ਚਲਾਉਂਦੇ ਆ ਡੇਲੀ, ਉਹ ਇਸ ਲੈਵਲ ਤੇ ਟ੍ਰੈਂਡ ਕਰਕੇ ਇੰਗਲਿਸ਼ ਦੇ ਥਰੂ ਪੂਰੇ ਵਰਲਡ ਤੱਕ ਆਪਣਾ ਮੈਸੇਜ ਪਹੁੰਚਾਈਏ। ਕੋਈ ਵੀ ਪ੍ਰੋਪੋਗੰਡਾ ਜਿਹੜਾ ਮੋਦੀ ਹੋਣੀ ਕਰਦੇ ਨੇ ਕਿਸੇ ਵੀ ਤਰੀਕੇ ਦਾ, ਤਾਂ ਅਸੀਂ ਉਹਨੂੰ ਬਸਟ ਕਰਕੇ ਆਪਣਾ ਹੈਸ਼ਟੈਗ ਟ੍ਰੈਂਡ ਕਰਵਾਉਂਦੇ ਆ, ਉਹਦੇ ਨਾਲ ਆਪਣੇ ਇੰਗਲਿਸ਼ ਦੇ ਵਿੱਚ ਉਹਦੇ ਮੈਸੇਜ ਪ੍ਰੋਪਰਲੀ ਦੇ ਕੇ ਕਿ ਉਹ ਰੀਅਲ ਦੇ ਵਿੱਚ ਕੀ ਆ ਤੇ ਉਹ ਦਿਖਾ ਕੀ ਰਹੇ ਆ, ਉਹ ਪੂਰੇ ਵਰਲਡ ਵਾਈਡ ਤੇ ਲੈ ਕੇ ਜਾਂਦੇ ਆ ਉਹਨੂੰ। ਉਹਦੇ ਕਰਕੇ ਸਾਨੂੰ ਇੰਗਲਿਸ਼ ਲੈਂਗੁਏਜ ਕਾਫੀ ਹੈਲਪ ਕਰਦੀ ਹੈ ਵਰਲਡ ਤੱਕ ਪਹੁੰਚਣ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਫੇਕ ਨਿਊਜ਼ ਜਾਂ ਫੇਕ ਇਨਫੋਰਮੇਸ਼ਨ ਜਿਹੜੀ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ, ਤੇ ਤੁਸੀਂ ਫਿਰ ਜਿਹੜੇ ਰਿਸੋਰਸਿਸ ਨੇ ਉਹ ਕਿਹੜਿਆਂ ਤੋਂ ਲੈ ਕੇ ਫਿਰ ਉਹ ਜਿਹੜਾ ਫਾਲਸ ਜਾਂ ਟਰੂ ਦਾ ਜਿਹੜਾ ਉਸ ਦੇ ਉੱਤੇ ਪੱਕਾ ਕਰਦੇ ਹੋ ਕਿ ਆਹ ਗੱਲ ਜਿਹੜੀ ਹੈ ਗਲਤ ਲੋਕਾਂ ਨੂੰ ਦੱਸੀ ਜਾ ਰਹੀ ਸੀ ਤੇ ਉਹ ਨਹੀਂ, ਆਹ ਠੀਕ ਹੈ, ਇਹ ਫਿਰ ਸੋਰਸਿਸ ਕਿਵੇਂ ਚੈੱਕ ਕਰਦੇ ਸੋ ਤੁਸੀਂ? ਇਹ ਸੋਰਸਿਸ ਮੋਸਟ ਆਫ ਤਾਂ ਜੀ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਪ੍ਰੋਟੈਸਟ ਨਾਲ ਹੀ ਰਿਲੇਟਡ ਹੁੰਦੀਆਂ ਨੇ। ਮੋਸਟ ਆਫ ਸਾਡੀਆਂ ਟੀਮਸ ਜਾਂ ਸਾਡੇ ਕੁਝ ਬੰਦੇ ਜਿਹੜੇ ਪ੍ਰੋਟੈਸਟ ਤੇ ਹਮੇਸ਼ਾ ਉੱਥੇ ਰਹਿੰਦੇ ਨੇ, ਆਲਮੋਸਟ ਕੋਈ ਨਾ ਕੋਈ ਸਾਡਾ ਬੰਦਾ ਜਾਂ ਟੀਮ ਸਾਡੀਆਂ ਉੱਥੇ ਵੀ ਪ੍ਰੈਜ਼ੈਂਟ ਹੁੰਦੀਆਂ ਨੇ, ਤੇ ਸਾਡੀਆਂ ਆਪਣੇ ਅਸੀਂ ਪਿੱਛੇ ਆਪਣੇ ਹੈਂਡਲ ਤੇ ਵੀ ਪ੍ਰੈਜ਼ੈਂਟ ਹੁੰਦੇ ਹਾਂ। ਤਾਂ ਕਈ ਚੀਜ਼ਾਂ ਜਿਹੜੀਆਂ ਪ੍ਰੋਟੈਸਟ ਦੇ ਬਾਰੇ ਦੱਸੀਆਂ ਜਾਂਦੀਆਂ ਕਿ ਉੱਥੇ ਆਹ ਕੁਛ ਹੋ ਰਿਹਾ ਤਾਂ ਆਪਣੇ ਅਸੀਂ ਜਿਹੜੇ ਆਪਣੇ ਸੋਰਸਿਸ ਹੈਗੇ, ਆਪਣੀ ਟੀਮ ਹੈਗੀ, ਉਹਨਾਂ ਤੋਂ ਕਨਫਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਕਿ ਛੇਤੀ ਹੈ ਇਹ ਚੀਜ਼ਾਂ ਕਨਫਰਮ ਕਰੋ। ਜਿਹੜੀਆਂ ਉਹ ਲਾਜ਼ ਬਾਰੇ ਗੱਲਾਂ ਫੈਲਾਉਂਦੇ ਕਿ ਲਾਜ਼ ਦੇ ਵਿੱਚ ਆ ਨਹੀਂ ਹੈਗਾ, ਇਹ ਦੱਸਿਆ ਜਾ ਰਿਹਾ, ਇਹ ਨਹੀਂ ਹੈਗਾ, ਇਹ ਦੱਸਿਆ ਜਾ ਰਿਹਾ, ਉਹ ਸਾਡੇ ਕੋਲੇ ਕੁਝ ਲੀਗਲ ਟੀਮਸ ਹੈਗੀਆਂ ਨੇ ਜਿਨ੍ਹਾਂ ਤੋਂ ਅਸੀਂ ਕਨਫਰਮ ਕਰਦੇ ਹਾਂ ਕਿ ਆਹ ਚੀਜ਼ ਲਾਅ ਦੇ ਵਿੱਚ ਜਿਹੜੀ ਚੀਜ਼ ਦੱਸੀ ਜਾ ਰਹੀ ਹੈ ਕਿਵੇਂ ਦੱਸਿਆ ਜਾ ਰਿਹਾ, ਉਹਨਾਂ ਤੋਂ ਕਨਫਰਮ ਕਰਦੇ ਹਾਂ। ਤਾਂ ਇੱਦਾਂ ਡਿਪੈਂਡ ਹੁੰਦਾ ਕਿ ਕਿਹੜੀ ਚੀਜ਼ ਨੂੰ ਪ੍ਰੋਪੋਗੰਡਾ ਕਿਸ ਲੈਵਲ ਤੇ ਕੀਤਾ ਜਾ ਰਿਹਾ, ਉਸ ਹਿਸਾਬ ਨਾਲ ਉਸ ਰਿਲੇਟਡ ਟੀਮ ਜਾਂ ਕੋਈ ਬੰਦਾ ਜਾਂ ਕੋਈ ਸਪੈਸ਼ਲਿਸਟ ਹੈਗਾ ਉਹ ਚੀਜ਼ ਦਾ, ਉਹਦੇ ਤੱਕ ਰੀਚ ਕਰਦੇ ਹਾਂ। ਫਿਰ ਉਸ ਤੋਂ ਬਾਅਦ ਉਹ ਚੀਜ਼ ਨੂੰ ਅਸੀਂ ਫੈਕਟ ਦੇ ਥਰੂ ਬਸਟ ਕਰਦੇ ਹਾਂ।
ਭਵਜੀਤ ਸਿੰਘ ਜੀ, ਮੈਂ ਸਵਾਲ ਆਪ ਜੀ ਨੂੰ ਪੁੱਛਣਾ ਚਾਹਾਂਗਾ ਅਗਲਾ ਕਿ ਜਦੋਂ ਜਿਹੜਾ ਉੱਥੇ ਕਿਸਾਨਾਂ ਨੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਪਲੇਟਫਾਰਮ ਸੀਗੇ, ਭਾਵੇਂ ਸੰਯੁਕਤ ਕਿਸਾਨ ਮੋਰਚੇ ਦਾ ਸੀ ਜਾਂ ਕਿਸਾਨ ਏਕਤਾ ਮੋਰਚਾ ਸੀ, ਫੇਸਬੁੱਕ ਦਾ ਪੇਜ ਸੀ ਜਿਹੜਾ, ਉਸ ਦੀ ਪੋਪੂਲੈਰਿਟੀ ਹੋਈ, ਫਿਰ ਮੀਡੀਆ ਸੈੱਲ ਉੱਥੇ ਆਫਿਸਿਸ ਬਣਾਏ ਗਏ। ਟੈਕਨੀਕਲ ਆਸਪੈਕਟ ਤੋਂ ਤੁਸੀਂ ਕਿਵੇਂ ਉੱਥੇ ਜਿਹੜਾ ਸੀ ਉਹ ਕਵਰੇਜ ਕੀਤੀ? ਤੇ ਦੂਸਰਾ, ਜਦੋਂ ਫੇਸਬੁੱਕ ਨੇ ਜਾਂ ਹੋਰਨਾਂ ਨੇ ਜਿਹੜੇ ਓਨਰਸ ਨੇ ਪਲੇਟਫਾਰਮ ਦੇ, ਉਹਨਾਂ ਨੇ ਉਹਨਾਂ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਤਾਂ ਨਹੀਂ ਇਹੋ ਜਿਹੀ ਕੋਈ ਸਮੱਸਿਆ ਆਈ? ਸਾਨੂੰ ਵੀ ਸਮੱਸਿਆ ਆਈ ਹੈ। 26 ਜਨਵਰੀ ਤੋਂ ਬਾਅਦ 2 ਵਾਰ ਸਾਡਾ ਹੈਂਡਲ ਪਹਿਲਾਂ ਵਿਦਹੈਲਡ ਹੋਇਆ ਇੱਕ ਵਾਰ, ਉਸ ਤੋਂ ਬਾਅਦ ਇੱਕ ਵਾਰ ਸਸਪੈਂਡ ਹੋਇਆ। ਔਰ ਜੋ ਤੁਸੀਂ ਸ਼ੁਰੂ ਦੇ ਵਿੱਚ ਗੱਲ ਪੁੱਛੀ ਆ ਟੈਕਨੀਕਲ ਐਸਪੈਕਟਸ ਤੇ ਕਿਸਾਨਾਂ ਦੇ ਹੋਰ ਵੀ ਪਲੇਟਫਾਰਮ ਆਏ ਨੇ, ਉਹਦੇ ਵਿੱਚ ਥੋੜ੍ਹੀ ਜਿਹੀ ਮੈਂ ਇੱਕ ਇਨਫੋਰਮੇਸ਼ਨ ਦੇਣੀ ਚਾਹੁੰਦਾ ਕਿ ਜਿਹੜਾ ਸਾਡਾ ਹੈਂਡਲ ਆ ਇਹ ਕੰਪਲੀਟਲੀ 100% ਇੱਕ ਵੋਲੰਟੀਅਰਸ ਵੱਲੋਂ ਸੈਟਅਪ ਕੀਤਾ ਗਿਆ ਸੀ। ਅਸੀਂ ਸ਼ੁਰੂ ਦੇ ਵਿੱਚ ਜਦੋਂ ਕਿਸਾਨ ਦਿੱਲੀ ਪਹੁੰਚਣ ਲੱਗੇ ਸੀ, ਕਿਉਂਕਿ ਸਾਨੂੰ ਜ਼ਰੂਰਤ ਮਹਿਸੂਸ ਹੋਈ ਵੀ ਆਪਾਂ ਇਹਨਾਂ ਦੇ ਨੈਰੇਟਿਵ ਨੂੰ ਕਾਊਂਟਰ ਕਰਨਾ। ਐਂਡ ਟੂ ਬੀ ਓਨੈਸਟ, ਸਾਨੂੰ ਸ਼ੁਰੂ ਦੇ ਵਿੱਚ ਬਿਲਕੁਲ ਵੀ ਉਮੀਦ ਨਹੀਂ ਸੀਗੀ, ਇਹ ਕੋਈ ਇਸ ਐਡੀ ਸੋਚ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਇੰਨਾ ਜ਼ਿਆਦਾ ਚੱਲ ਜੂਗਾ ਜਾਂ ਇੰਨੇ ਸਾਨੂੰ ਲੋਕ ਫੋਲੋ ਕਰਨਗੇ। ਇਹ ਸਾਨੂੰ, ਜਿਵੇਂ ਹੁਣ ਰਾਜ ਉਹਨਾਂ ਨੇ ਪਹਿਲਾਂ ਗੱਲ ਕਹੀ ਹੈ ਕਿ ਜਿੱਦਾਂ ਹੁਣ ਮੈਂ IT 'ਚ ਜੌਬ ਕਰਦਾ, ਤਾਂ ਇਹਦੇ ਵਿੱਚ ਇੱਕ ਕਨਸੈਪਟ ਹੁੰਦੀ ਆ ਵਰਕ ਫਰੋਮ ਹੋਮ। ਜੇ ਤੁਸੀਂ ਆਫਿਸ ਨਹੀਂ ਜਾ ਸਕਦੇ ਜਾਂ ਪੈਂਡੈਮਿਕ ਦੀ ਵਜ੍ਹਾ ਕਰਕੇ ਤੁਸੀਂ ਘਰੋਂ ਕੰਮ ਕਰਦੇ ਹੋ, ਤਾਂ ਇੱਕ ਇਹ ਵੀ ਇਹਦੇ ਵਿੱਚ ਥਾਟ ਸੀ ਕਿ ਜਿਹੜੇ ਲੋਕ ਮੋਰਚੇ ਤੇ ਨਹੀਂ ਜਾ ਸਕਦੇ ਤਾਂ ਉਹ ਵਰਕ ਫਰੋਮ ਹੋਮ ਕਰ ਸਕਦੇ ਨੇ। ਆਪਾਂ ਹੋਰ ਨਹੀਂ ਕੁਝ ਕਰ ਸਕਦੇ, ਆਪਾਂ ਟਵੀਟ ਕਰ ਸਕਦੇ ਹਾਂ ਘਰੇ ਬੈਠ ਕੇ, ਹੈ ਨਾ। ਸੋ ਇਸ ਕਰਕੇ ਇਹ ਚੀਜ਼ ਜਦੋਂ ਸ਼ੁਰੂ ਕੀਤੀ ਗਈ, ਤਾਂ ਹੁਣ ਜਦੋਂ ਆਪਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਆਫੀਸ਼ੀਅਲ ਪਲੇਟਫਾਰਮ ਆ ਜਿਹੜਾ ਉੱਥੇ ਸੰਯੁਕਤ ਕਿਸਾਨ ਮੋਰਚਾ ਵਾ ਉਹਨਾਂ ਦਾ। ਸੋ ਜਿਹੜੀ ਉਹ ਇਨਫੋਰਮੇਸ਼ਨ ਦਿੰਦੇ ਨੇਗੇ ਤਾਂ ਉਹਨਾਂ ਦੀ ਇੱਕ ਆਥੋਰਾਈਜ਼ਡ ਇਨਫੋਰਮੇਸ਼ਨ ਹੁੰਦੀ ਆ। ਐਂਡ ਸਾਡਾ ਅਸਲ ਦੇ ਵਿੱਚ ਸਾਡਾ ਕੋਈ ਇੱਦਾਂ ਨਹੀਂ ਕਿ ਆਪਾਂ ਉਹਨਾਂ ਦੇ ਨਾਲ ਕੋਈ ਰੋਡਸ ਵਗੈਰਾ ਕ੍ਰਾਸ ਕਰਦੇ ਹਾਂ। ਸਾਡਾ ਸੀਗਾ ਪਿਓਰਲੀ ਵੋਲੰਟੀਅਰ ਵਰਕ। ਕਿ ਜਿਵੇਂ ਰਾਜ ਨੇ ਪਹਿਲਾਂ ਦੱਸਿਆ ਵੀ ਸਾਡੇ ਨਾਲ ਵੋਲੰਟੀਅਰ ਜੁੜੇ ਜਿਹੜੇ ਕਿ ਲੀਗਲ ਬੈਕਗਰਾਊਂਡ ਤੇ ਨੇ, ਕੁਛ ਇਹੋ ਜਿਹੇ ਵੋਲੰਟੀਅਰ ਜੁੜੇ ਜਿਨ੍ਹਾਂ ਨੇ ਇਹਨਾਂ ਨੂੰ ਬੜਾ ਥੋਰਲੀ ਸਟੱਡੀ ਕੀਤਾ ਹੋਇਆ ਸੀਗਾ ਫਾਰਮ ਲਾਜ਼ ਨੂੰ। ਕੁਝ ਸਾਡੇ ਨਾਲ ਇਹੋ ਜਿਹੇ ਵੀ ਵੋਲੰਟੀਅਰ ਜੁੜੇ ਜਿਹੜੇ ਮੀਡੀਆ ਦੇ ਵਿੱਚ ਜਾਣਕਾਰੀ ਰੱਖਦੇ ਨੇ ਕਿ ਕਿੱਥੇ ਕੀ ਹੋ ਰਿਹਾ ਵਾ। ਸੋ ਇਸ ਤਰੀਕੇ ਨਾਲ ਸਾਡਾ ਅਸੀਂ ਇੱਕ ਕਨਸੈਪਟ, ਅਸੀਂ ਕਈ ਵਾਰ ਇੱਕ ਟਰਮ ਯੂਜ਼ ਕਰਦੇ ਹੁੰਦੇ ਹਾਂ, ਕਰਾਊਡ ਸੋਰਸਿੰਗ। ਸੋ ਵੀ ਆਰ ਮੋਰ ਲਾਈਕ ਕਰਾਊਡ ਸੋਰਸਡ ਪਲੇਟਫਾਰਮ। ਅਸੀਂ ਬਹੁਤ ਵਾਰ ਸ਼ੁਰੂ ਦੇ ਵਿੱਚ ਮੈਸੇਜ ਪਾਉਂਦੇ ਹੁੰਦੇ ਸੀਗੇ ਕਿ ਜਿਹਦੇ ਕੋਲ ਕੋਈ ਨਿਊਜ਼ ਆ ਸਾਨੂੰ DM ਕਰ ਦਿਓ, ਕਿਸੇ ਕੋਲ ਕੋਈ ਵੀਡੀਓ ਪਈ ਆ ਸਾਨੂੰ ਭੇਜ ਦਿਓ, ਆਹ ਜਾਣਕਾਰੀ ਸਾਨੂੰ ਉੱਥੋਂ ਚਾਹੀਦੀ ਹੈ, ਸਾਨੂੰ ਉਹ ਭੇਜ ਦਿਓ। ਸੋ ਇਸ ਤਰੀਕੇ ਨਾਲ ਸਾਡਾ ਥੋੜਾ ਜਿਹਾ ਤਾਣਾ ਬਾਣਾ ਸੀਗਾ। ਮੈਂ ਸਰਦਾਰ ਭਵਜੀਤ ਸਿੰਘ ਜੀ, ਮੈਂ ਆਪ ਜੀ ਨੂੰ ਇਹ ਵੀ ਪੁੱਛਣਾ ਚਾਹਾਂਗਾ ਕਿ ਜਿਵੇਂ ਕਿ ਵੱਡੇ ਲੈਵਲ ਤੇ ਭਾਵੇਂ ਬਲੌਕ ਕੀਤਾ ਗਿਆ ਸੀ 1-2 ਵਾਰੀ, ਜਿਵੇਂ ਤੁਸੀਂ ਆਖਿਆ ਸੀ, ਤੇ ਫਿਰ ਚਾਲੂ ਕਰ ਦਿੱਤਾ ਗਿਆ, ਪਰ ਕੀ ਲੋਕਲ ਲੈਵਲ ਤੇ ਪੁਲਿਸ ਜਾਂ ਕੋਈ ਅਥਾਰਟੀ ਜਾਂ ਤੁਹਾਡੇ ਪਿੱਛੇ ਕੋਈ ਨੋਟਿਸ, ਜਿਵੇਂ ਕਿ ਹੁਣ ਹੈ ਹੀ ਇਸੇ ਤਰ੍ਹਾਂ ਕਿ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀ ਹਨ ਜਿਨ੍ਹਾਂ ਨੇ ਦੇਸ਼ ਦੀ ਅੰਦਰੂਨੀ ਰੱਖਿਆ ਜਾਂ ਬਾਹਰੀ ਰੱਖਿਆ ਦੇ ਲਈ ਵਾਸਤੇ ਕੰਮ ਕਰਨਾ ਹੁੰਦਾ ਹੈ, ਉਹ ਪੱਤਰਕਾਰਾਂ ਨੂੰ ਤੇ ਵੋਲੰਟੀਅਰਸ ਨੂੰ ਪ੍ਰੋਸੀਕਿਊਟ ਕਰਨ ਤੇ ਲੱਗੀਆਂ ਹੋਈਆਂ ਨੇ, ਇਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਆਈ? ਦੇਖੋ, ਸਮੱਸਿਆਵਾਂ ਤਾਂ ਇਹ ਤਾਂ ਇਟਸ ਅ ਪਾਰਟ ਆਫ ਦਾ ਪਾਰਸਲ। ਜਦੋਂ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਆਪਾਂ ਇਮਿਊਨ ਨਹੀਂ ਰਹਿ ਸਕਦੇ ਇੱਦਾਂ ਦੀ ਇਨਵੈਸਟੀਗੇਸ਼ਨ ਤੋਂ ਜਾਂ ਇੱਦਾਂ ਦੀ ਏਜੰਸੀਜ਼ ਤੋਂ। ਕਈ ਤਰੀਕੇ ਨੇ, ਹਾਂਜੀ ਬਿਲਕੁਲ ਇਹ ਚੀਜ਼ ਹੋ ਰਹੀ ਆ। ਕਈ ਤਰੀਕੇ ਹੁੰਦੇ ਨੇ ਕਿ ਏਜੰਸੀਜ਼ ਦੇ ਤੁਹਾਡੇ ਬਾਰੇ ਪਤਾ ਕਰਨ ਦੇ। ਕਈ ਵਾਰ ਉਹ ਤੁਹਾਡੇ ਕੋਲ ਸਿੱਧਾ ਨਹੀਂ ਆਉਂਦੇ, ਉਹ ਤੁਹਾਡੇ ਤੇ ਨਜ਼ਰ ਰੱਖਦੇ ਨੇ, ਤੁਹਾਡੀ ਕਾਲ ਵਗੈਰਾ ਤੇ ਨਜ਼ਰ ਰੱਖਦੇ ਨੇ, ਤੁਹਾਡੀ ਐਕਟੀਵਿਟੀਜ਼ ਤੇ ਨਜ਼ਰ ਰੱਖਦੇ ਨੇ, ਤੁਹਾਡੇ ਸਾਥੀਆਂ ਤੇ ਨਜ਼ਰ ਰੱਖਦੇ ਨੇ। ਟੂ ਮੱਚ ਡਿਟੇਲ ਦੇ ਵਿੱਚ ਨਹੀਂ ਜਾ ਸਕਦੇ ਡਿਊ ਟੂ, ਤੁਹਾਨੂੰ ਪਤਾ ਵੀ ਲੀਗਲ ਆਬਲੀਗੇਸ਼ਨਸ ਹੁੰਦੀਆਂ ਨੇ ਕਈ ਵਾਰ। ਬਟ ਬਿਲਕੁਲ ਸਾਡੀ ਕਈ ਵਾਰ ਜਦੋਂ ਅਸੀਂ ਕੰਮ ਕਰਦੇ ਹੁੰਦੇ ਹਾਂ, ਸਾਨੂੰ ਪੱਤਰਕਾਰ ਬਣ ਕੇ ਫੋਨ ਆਉਂਦੇ ਨੇ ਵੀ ਹਾਂਜੀ ਇਹਦੇ ਬਾਰੇ ਦੱਸ ਦਿਓ ਜੀ, ਇਹ ਕਿਵੇਂ ਕਰਨਾ, ਕਾਹਤੋਂ ਕਰਨਾ। ਐਂਡ ਕਈ ਵਾਰ ਇਨਡਾਇਰੈਕਟਲੀ ਵੀ ਪਤਾ ਕਰਦੇ ਹੁੰਦੇ ਨੇ ਕਿ ਹਾਂਜੀ ਇਹਦੇ ਬਾਰੇ ਦੱਸ ਦਿਓ ਜੀ, ਆਹ ਨੰਬਰ ਕਿਹਦਾ ਵਾ, ਉਹ ਨੰਬਰ ਕਿਹਦਾ। ਸੋ ਕਈ ਵਾਰ ਹੁਣ ਹਿੰਟ ਮਿਲ ਜਾਂਦੇ ਨੇ ਕਿ ਇਹ ਜਸਟ ਕੁਐਰੀ ਨਹੀਂ ਸੀ, ਕਿ ਇਹ ਇਨਕੁਆਇਰੀ ਸੀ ਇਹ। ਐਂਡ ਸੋ ਇਹ ਪ੍ਰੈਟੀ ਮੱਚ ਇਹ ਚੱਲ ਰਿਹਾ ਹੈ। ਠੀਕ ਹੈ ਜੀ, ਇੱਕ ਬ੍ਰੇਕ ਦਾ ਸਮਾਂ ਹੋ ਚੁੱਕਾ ਹੈ ਜੀ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਸਾਡੇ ਕੋਲ 2 ਹਿੱਸੇ ਇਸ ਪ੍ਰੋਗਰਾਮ ਵਿੱਚ ਬਾਕੀ ਨੇ ਤੇ ਗੱਲਬਾਤ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤੀਸਰੇ ਹਿੱਸੇ ਵਿੱਚ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ। ਟਰੈਕਟਰ ਟੂ ਟਵਿੱਟਰ ਜੋ ਪਲੇਟਫਾਰਮ ਹੈ, ਇਸ ਦੇ ਬਾਰੇ ਗੱਲਬਾਤ ਉਹਨਾਂ ਦੇ ਸੰਸਥਾਪਕਾਂ ਨਾਲ, ਵੋਲੰਟੀਅਰਸ ਦੇ ਨਾਲ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਬੁੱਟਰ ਸਾਹਿਬ, ਮੇਰਾ ਸਵਾਲ ਆਪ ਜੀ ਨੂੰ ਹੋਵੇਗਾ ਕਿ ਜਿਵੇਂ ਕਿ ਕਿਸਾਨ ਏਕਤਾ ਮੋਰਚਾ ਤੇ ਜਿਹੜਾ ਇੱਕ ਨਾਲ ਉੱਥੇ ਵੀ ਥੋੜ੍ਹੀ ਗਹਿਮਾ ਗਹਿਮੀ ਰਹੀ, ਤੇ ਆਮ ਤੌਰ ਤੇ ਜਿਹੜੀ ਇੱਥੇ ਸਟੇਜ ਲੱਗੀ ਹੋਈ ਸੀ, ਉੱਥੇ ਜੋ ਮੀਡੀਆ ਨੂੰ ਆਮ ਤੌਰ ਤੇ ਉੱਥੋਂ ਪ੍ਰਚਾਰਿਆ ਗਿਆ ਕਿ ਮੀਡੀਆ ਨੂੰ ਨਾ, ਉੱਥੇ ਜਿਹੜਾ ਗੋਦੀ ਮੀਡੀਆ ਜਿਹੜਾ ਲਫ਼ਜ਼ ਵਰਤਿਆ ਜਾਂਦਾ ਹੈ,
ਕਈ ਲੋਕ ਗੁਰੇਜ਼ ਕਰਦੇ ਨੇ, ਭਾਵੇਂ ਕਿ ਉਹ ਉਹਨਾਂ ਦੇ ਦਿਲ ਦੇ ਵਿੱਚ ਕੁਝ ਹੋਵੇ ਵੀ। ਫਿਰ ਤੁਸੀਂ ਇਹ ਸਾਰੀ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਕੀ ਇਹਨਾਂ ਲੋਕਾਂ ਨੂੰ ਵਾਕਿਆ ਉੱਥੇ ਵੰਡ ਦੇਣਾ ਚਾਹੀਦਾ ਸੀ ਜਾਂ ਨਹੀਂ ਵੰਡ ਦੇਣਾ, ਜਾਂ ਆਉਣ ਦੇਣਾ ਚਾਹੀਦਾ ਸੀ ਤੇ ਵੇਖਣਾ ਚਾਹੀਦਾ ਸੀ? ਕੀ ਆਖਦੇ ਨੇ? ਇਹਦੇ ਲਈ ਜੀ ਦੋਨੇ ਚੀਜ਼ਾਂ ਮੇਰੇ ਹਿਸਾਬ ਨਾਲ ਵੈਲਿਡ ਨੇ। ਨਹੀਂ ਆਉਣ ਦੇਣਾ ਚਾਹੀਦਾ ਤੇ ਆਉਣ ਦੇਣਾ ਚਾਹੀਦਾ। ਕਿਉਂ ਨਹੀਂ ਆਉਣ ਦੇਣਾ ਚਾਹੀਦਾ ਦੇ ਵਿੱਚ ਮੈਂ ਇਹਦੇ ਵਿੱਚ ਕਰਦਾ, ਕਿਉਂਕਿ ਇਹਨਾਂ ਜਿਹੜਾ ਮੀਡੀਆ ਆਉਂਦਾ ਹੈ ਉਹਦੇ ਹੱਥ ਪਾਸ ਕੁਝ ਨਹੀਂ ਹੁੰਦਾ, ਉੱਪਰ ਆਡੀਟਰ ਕੀ ਬਣਾ ਕੇ ਕਦੋਂ ਕੀ ਪੇਸ਼ ਕਰ ਦਿੰਦਾ, ਜਿਹੜਾ ਨੀਚੇ ਵਾਲਾ ਪੱਤਰਕਾਰੀ ਕਰਦਾ ਉਹਨੂੰ ਨਹੀਂ ਪਤਾ ਹੁੰਦਾ। ਸੋ ਮੈਂ ਨਹੀਂ ਆਉਣ ਦੇ ਵਿੱਚ ਹੀ ਜ਼ਿਆਦਾ ਫੇਵਰ ਦੇ ਵਿੱਚ ਆਉਣਾ ਹੁੰਦਾ, ਕਿਉਂਕਿ ਇਹਨਾਂ ਜਿੰਨੀ ਅੰਦਰ ਵੜਦੇ ਆ, ਜਿੰਨੀ ਚੀਜ਼ਾਂ ਲਿਆਉਂਦੇ ਆ, ਤੁਹਾਨੂੰ ਨਹੀਂ ਪਤਾ ਹੁੰਦਾ ਸ਼ੂਟ ਕੀ ਕਰ ਦਿੰਦੇ ਆ, ਪਿੱਛੋਂ ਤੁਹਾਡੇ ਬਾਰੇ ਕੀ ਦਿਖਾ ਦਿੰਦੇ ਆ। ਤਾਂ ਬੈਟਰ ਇਹਨਾਂ ਦਾ ਬਾਈਕਾਟ ਹੀ ਬੈਟਰ ਰਹਿੰਦਾ। ਹਾਂ, ਕਾਫੀ ਲੋਕ ਕਹਿੰਦੇ ਆ ਕਿ ਆਉਣ ਦੇਣਾ ਚਾਹੀਦਾ, ਚੀਜ਼ਾਂ ਆਉਣ ਦੇਣੀਆਂ ਚਾਹੀਦੀਆਂ, ਪਰ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਆਉਣ ਨਾਲ ਕਦੇ ਵੀ ਕੋਈ ਕਿਸੇ ਤਰੀਕੇ ਨਾਲ ਆਪਾਂ ਨੂੰ ਪੋਜ਼ਿਟਿਵ ਪੁਆਇੰਟ ਮਿਲਿਆ ਜਾਂ ਪੋਜ਼ਿਟਿਵ ਚੀਜ਼ ਮਿਲੀ ਆ। ਤਾਂ ਬੈਟਰ ਆ ਕਿ ਕਿਉਂਕਿ ਆਪਣੇ ਕੋਲੇ ਇਸ ਟਾਈਮ ਆਪਣੇ ਪੰਜਾਬੀ ਪਲੇਟਫਾਰਮ ਜਾਂ ਸੋਸ਼ਲ ਮੀਡੀਆ ਜਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿੱਥੋਂ ਆਪਾਂ ਆਪਣੀ ਸਹੀ ਚੀਜ਼ ਰੱਖ ਪਾ ਰਹੇ ਹਾਂ। ਸੋ ਇਹਨਾਂ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਜੇ ਇਹਨਾਂ ਦੀ ਪਹਿਲਾਂ ਹੁੰਦਾ ਸੀ ਕਿ ਹਾਂ ਵੀ ਕਿਸੇ ਤਰੀਕੇ ਵੀ ਮੀਡੀਆ 'ਚ ਤਾਂ ਆਉਣਾ ਹੀ ਆਉਣਾ, ਇਸ ਟਾਈਮ ਆਪਣੇ ਕੋਲੇ ਬਹੁਤ ਸੋਰਸਿਸ ਹੈਗੇ ਨੇ, ਚੀਜ਼ਾਂ ਹੈਗੀਆਂ। ਮੇਰੇ ਹਿਸਾਬ ਨਾਲ ਇਹਨਾਂ ਦਾ ਬਾਈਕਾਟ ਹੀ ਬੈਟਰ ਆ, ਕਿਉਂਕਿ ਜ਼ਿਆਦਾ ਗੰਦ ਹੀ ਪਾਉਂਦੇ ਨੇ, ਤੋਂ ਬਿਨਾਂ ਕੁਛ ਨਹੀਂ ਕਰਦੇ। ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੀ ਅਸੀਂ ਗੱਲਬਾਤ ਕਰੀਏ ਤੇ ਉਹਨਾਂ ਨੇ ਇੱਕ ਖਾਸ ਕਿਸਮ ਦਾ ਡਿਸਪਲਿਨ ਜਿਹੜਾ ਸੀ, ਅਨੁਸ਼ਾਸਨ ਜਿਹੜਾ ਸੀ ਉੱਥੇ ਬਣਾ ਕੇ ਰੱਖਿਆ, ਔਰ ਉਹਨਾਂ ਨੇ ਕਿਸੇ ਦੇ ਖਿਲਾਫ ਕੋਈ ਜਿਹੜਾ ਕੋਈ ਗੱਲਬਾਤ ਹੁੰਦੀ ਸੀ, ਪਰਸਨਲ ਲੈਵਲ ਤੇ ਕੋਈ ਗੱਲਬਾਤ ਕਰਦਾ ਸੀ ਜਾਂ ਕਿਸੇ ਖਾਸ ਫਿਰਕੇ ਦੇ ਖਿਲਾਫ ਜਾਂ ਕਿਸੇ ਜਾਤ ਪਾਤ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਸੀ ਪਰਸਨਲ ਲੈਵਲ ਤੇ ਉੱਥੋਂ ਸਟੇਜ ਤੋਂ ਨਹੀਂ ਐਲਾਨ ਕਿਸੇ ਨੇ ਕੀਤੀ ਹੋਵੇ ਤੇ ਉਹਨੂੰ ਇੱਕਦਮ ਰੋਕ ਦਿੱਤਾ ਗਿਆ। ਤੁਸੀਂ ਆਪਣੇ ਹੈਂਡਲ ਨੂੰ ਆਪਣੀ ਆਰਗੇਨਾਈਜੇਸ਼ਨ ਨੂੰ ਕਿਵੇਂ ਆਰਗੇਨਾਈਜ਼ ਕੀਤਾ ਕਿ ਇਹੋ ਜਿਹੀ ਚੀਜ਼ਾਂ ਤੋਂ ਬਚਿਆ ਜਾਵੇ ਤਾਂ ਕਿ ਇਹੋ ਜਿਹੀ ਗੱਲ ਨੂੰ ਕਿਸੇ ਪਾਸੇ ਕੋਈ ਬੜਾਵਾ ਨਾ ਮਿਲੇ? ਭਵਜੀਤ ਸਿੰਘ ਜੀ। ਇਹਦੇ ਵਿੱਚ ਭਾਜੀ ਅਸੀਂ ਨਾ ਬਹੁਤ ਪਹਿਲੇ ਦਿਨ ਤੋਂ ਬਹੁਤ ਕਲੀਅਰ ਇੱਕ ਕੰਪਲਾਇੰਸ ਰੱਖਿਆ ਹੋਇਆ ਸੀ, ਔਰ ਅਸੀਂ ਉਹਨੂੰ ਅੱਜ ਵੀ ਫੋਲੋ ਕਰਦੇ ਹਾਂ। ਕਿਉਂਕਿ ਕਈ ਵਾਰ ਕੀ ਹੁੰਦਾ ਜੀ, ਗਲਤੀਆਂ ਹੁੰਦੀਆਂ ਰਹਿੰਦੀਆਂ ਨੇਗੀਆਂ, ਹੈ ਨਾ। ਆਪਾਂ ਵੀ ਗਲਤੀਆਂ ਦੇ ਆਪਾਂ ਕਹਿ ਦਿੰਦੇ ਵੀ ਗਲਤੀਆਂ ਦੇ ਪੁਤਲੇ ਆ ਆਪਾਂ। ਸੋ ਅਸੀਂ ਇੱਕ ਡੈਕੋਰਮ ਰੱਖਿਆ ਹੋਇਆ ਕਿ ਆ 5-6 ਚੀਜ਼ਾਂ ਨੇਗੀਆਂ ਜਿਹਦੇ ਵਿੱਚੋਂ ਆਪਾਂ ਕੁਝ ਵੀ ਹੈਂਡਲ ਤੋਂ ਲਿਖਣਾ ਜਿਹੜਾ, ਕਿਉਂਕਿ ਇਹਨੂੰ ਬਹੁਤ ਅਲੱਗ-ਅਲੱਗ ਫਿਰਕੇ ਦੇ, ਅਲੱਗ-ਅਲੱਗ ਧਰਮਾਂ ਦੇ ਲੋਕ, ਅਲੱਗ-ਅਲੱਗ ਆਈਡੀਓਲੋਜੀ ਦੇ ਲੋਕ ਫੋਲੋ ਕਰਦੇ ਨੇ। ਸੋ ਸਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਇੰਪੋਰਟੈਂਟ ਚੀਜ਼ ਸੀ ਵੀ ਅਸੀਂ ਕੋਈ ਡੋਨੇਸ਼ਨ ਨਹੀਂ ਲੈਣੀ ਕਿਸੇ ਤੋਂ। ਕੋਈ ਵੀ ਡੋਨੇਸ਼ਨ, ਕੋਈ ਵੀ ਗਿਫਟ, ਕੋਈ ਬੰਦਾ ਕਹਿੰਦਾ ਜੀ ਕੈਮਰਾ ਲੈ ਲਓ, ਕੋਈ ਕੁਛ ਲੈ ਲਓ, ਆਹ ਕਰ ਲਿਓ, ਸਾਡਾ ਅਸੀਂ ਟਾਈਮ ਟੂ ਟਾਈਮ ਅਸੀਂ ਹੈਂਡਲ ਤੇ ਪਾਉਂਦੇ ਰਹਿੰਦੇ ਆ ਕਿ ਅਸੀਂ ਜਾਂ ਸਾਡਾ ਕੋਈ ਵੀ ਮੈਂਬਰ ਕਦੇ ਵੀ ਕੋਈ ਚੀਜ਼ ਨਾ ਮੰਗੂਗਾ, ਨਾ ਤੁਸੀਂ ਆਫਰ, ਮਤਲਬ ਜੇ ਤੁਸੀਂ ਆਫਰ ਵੀ ਕਰੋਗੇ ਤਾਂ ਅਸੀਂ ਨਹੀਂ ਲੈਣੀ ਚੀਜ਼ ਉਹ, ਨਾ। ਕਿਉਂਕਿ ਸਾਡੇ ਕੋਲ ਜਿੰਨੇ ਕੁ ਰਿਸੋਰਸਿਸ ਹੋਣਗੇ ਅਸੀਂ ਉਨੇ ਕੁ ਨਾਲ ਹੀ ਆਪਦਾ ਕੰਮ ਚਲਾਵਾਂਗੇ। ਸੈਕੰਡ ਚੀਜ਼ ਸੀ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਨਾ ਸਪੋਰਟ ਕਰਨਾ, ਨਾ ਬਿਨਾਂ ਮਤਲਬ ਤੋਂ ਆਪਾਂ ਅਪੋਜ਼ ਕਰਨਾ। ਫਿਰ ਉਦੋਂ ਮਗਰ ਇੱਕ ਚੀਜ਼ ਆ ਜਾਂਦੀ ਹੈ ਕਿ ਕਿਸੇ ਵੀ ਰਿਲੀਜੀਅਸ ਜਾਂ ਉੱਦਾਂ ਕਿਸੇ ਵੀ ਕਿਸਮ ਦੀ ਆਈਡੀਓਲੋਜੀ ਨੂੰ, ਕੋਈ ਬੰਦਾ ਮੰਨ ਲਓ RSS ਨੂੰ ਵੀ ਸਪੋਰਟ ਕਰਦਾ ਜਾਂ ਕਿਸੇ ਵੀ ਇੱਦਾਂ ਦੀ ਆਈਡੀਓਲੋਜੀ ਨੂੰ ਸਪੋਰਟ ਕਰਦਾ, ਆਪਾਂ ਬਿਨਾਂ ਮਤਲਬ ਤੋਂ ਨਾ ਉਹਨੂੰ ਅਸੀਂ ਅਪੋਜ਼ ਕਰਨਾ, ਨਾ ਉਹਨੂੰ ਸਪੋਰਟ ਕਰਨਾ। ਉਸ ਤੋਂ ਮਗਰੋਂ ਆ ਜਾਂਦਾ ਜੀ ਅਸੀਂ ਕੋਈ ਮਤਲਬ ਇਹਦੇ ਉੱਪਰੋਂ ਹੇਟ ਪ੍ਰੋਪੇਗੈਂਡਾ ਨਹੀਂ ਕਰਨਾ। ਸਾਡੀ ਬਹੁਤ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਸਾਨਾਂ ਦੀ ਗੱਲ ਰੱਖੀਏ। ਜੇ ਕੋਈ ਕਿਸਾਨਾਂ ਦੇ ਖਿਲਾਫ ਮਿਸ ਇਨਫੋਰਮੇਸ਼ਨ ਹੁੰਦੀ ਆ ਉਹਨੂੰ ਕੱਟੀਏ, ਬਟ ਬਿਲੋ ਦਾ ਬੈਲਟ ਕੁਛ ਵੀ ਨਾ ਕਰੀਏ। ਅਸੀਂ ਅਗਰ ਮੋਦੀ ਨਾਲ ਵੀ ਗੱਲ ਕਰਦੇ ਹਾਂ, ਅਸੀਂ ਕਈ ਵਾਰ ਲਿਖਦੇ ਹੁੰਦੇ ਹਾਂ ਜੀ ਮੋਦੀ ਜੀ ਲਿਖ ਦਿੰਦੇ ਹਾਂ, ਤਾਂ ਲੋਕ ਸਾਨੂੰ ਕਮੈਂਟ ਕਰਦੇ ਆ ਕਿ ਹੀ ਡਜ਼ਨਟ ਡਿਜ਼ਰਵ ਜੀ। ਅਸੀਂ ਕਹਿ ਦਿੰਦੇ ਹੁੰਦੇ ਵੀ ਕਈ ਵਾਰ ਜਿਹੜੀ ਜੀ ਵੀ ਹੁੰਦੀ ਆ ਨਾ, ਉਹ ਵੀ ਤੁਸੀਂ ਇੱਕ ਐਜ਼ ਏ ਕਟਾਕਸ਼ ਲਿਖ ਦਿੰਦੇ ਹੁੰਦੇ ਹੋ ਵੀ ਉਹ ਬੰਦਾ ਡਿਜ਼ਰਵ ਨਹੀਂ ਕਰਦਾ, ਪਰ ਉਹਨੂੰ ਮਹਿਸੂਸ ਹੁੰਦਾ ਵੀ ਯਾਰ ਮੈਂ ਜੀ ਦੇ ਕਾਬਲ ਤਾਂ ਹੈ ਨਹੀਂ, ਪਰ ਇਹਨਾਂ ਨੇ ਲਿਖਿਆ। ਐਂਡ ਉਸ ਤੋਂ ਬਾਅਦ ਇੱਕ ਸਾਡਾ ਇੰਪੋਰਟੈਂਟ ਚੀਜ਼ ਸੀਗੀ ਵੀ ਕਿਸੇ ਵੀ ਕਿਸਮ ਦੀ ਕੋਈ ਗਲੋਰੀਫਿਕੇਸ਼ਨ ਨਹੀਂ ਕਰਨੀ ਹੈਗੀ, ਨਾ ਹੀ ਸਾਡੀ ਟੀਮ ਦੇ ਵਿੱਚੋਂ, ਨਾ ਹੀ ਕਿਸੇ ਇੱਕ ਲੀਡਰ ਨੂੰ ਫੜ ਕੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਅੱਜ ਤੱਕ ਕਦੇ ਵੀ ਆਪਦੇ ਹੈਂਡਲ ਤੋਂ ਕਿਸੇ ਵੀ ਇੱਕ ਕਿਸਾਨ ਜਥੇਬੰਦੀ ਦੀ ਜਾਂ ਕਿਸੇ ਵੀ ਇੱਕ ਕਿਸਾਨ ਲੀਡਰ ਨੂੰ ਕਿਸੇ ਵੀ ਕਿਸਮ ਦੇ ਕਿਸੇ ਵੀ ਤਰੀਕੇ ਨਾਲ ਗਲੋਰੀਫਾਈ ਜਾਂ ਕ੍ਰਿਟੀਸਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਜਿਹੜੀਆਂ ਵੀ ਚੀਜ਼ਾਂ ਅਸੀਂ ਕੋਈ ਵੀ ਲਿਖਦੇ ਹਾਂ ਚੀਜ਼, ਅਸੀਂ ਕੋਈ ਬਹੁਤ ਜ਼ਿਆਦਾ ਉਹਦੇ ਉੱਪਰ ਐਨਾਲਿਸਿਸ ਨਹੀਂ ਕਰਦੇ। ਅਸੀਂ ਇਹ ਦੇਖਦੇ ਹਾਂ ਕਿ ਸਾਡੇ ਜਿਹੜੇ ਇਹ ਐਥਿਕਸ ਨੇਗੇ, ਇਹਦੇ ਨਾਲ ਕਨਫਲਿਕਟ ਤਾਂ ਨਹੀਂ ਕਰ ਰਿਹਾ ਉਹ। ਜਿਹੜੀ ਚੀਜ਼ ਇਹਦੇ ਨਾਲ ਕਨਫਲਿਕਟ ਨਹੀਂ ਕਰ ਰਹੀ ਹੈਗੀ ਉਹ ਅਸੀਂ ਆਪਦੇ ਹੈਂਡਲ ਤੇ ਪਾ ਦਿੰਦੇ ਹਾਂ। ਕੋਈ ਵੀ ਨਿਊਜ਼ ਹੁੰਦੀ ਆ, ਕੋਈ ਵੀ ਐਸੀ ਚੀਜ਼ ਲਿਖਣੀ ਹੁੰਦੀ ਆ। ਸੋ ਇਸ ਤਰੀਕੇ ਨਾਲ ਪਰਮਾਤਮਾ ਦੀ ਮਿਹਰ ਰਹੀ ਆ ਕਿ ਅਸੀਂ ਹੁਣ ਤੱਕ ਆਪਣੇ ਕੈਂਪੇਨ ਨੂੰ ਪੋਜ਼ਿਟਿਵਲੀ ਅੱਗੇ ਰੱਖਣ 'ਚ ਕਾਮਯਾਬ ਰਹੇ। ਇਹ ਵੀ ਵੇਖਣ 'ਚ ਆਇਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਜਿਵੇਂ ਉਸਦਾ IT ਸੈੱਲ ਤੇ ਉਸਦੇ ਮੋਦੀ ਭਗਤਾਂ ਦੀ ਜਿਹੜੀ ਲਾਈਨ ਹੈ, ਕਤਾਰ ਹੈ, ਉਹ ਕਿਵੇਂ ਕੰਮ ਕਰਦੀ ਹੈ ਕਿ ਜਦੋਂ ਕੋਈ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਗੱਲ ਕਰਦਾ ਹੈ, ਬਹੁਤ ਸਾਰੇ ਇਹ ਮੀਡੀਆ ਪਰਸਨੈਲਿਟੀਜ਼ ਜਾਂ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਇੰਡੀਵਿਜੂਅਲ ਲੈਵਲ ਤੇ ਆਪਣੇ ਵੈਬ ਚੈਨਲ ਬਣਾ ਕੇ ਬੈਠੇ ਹੋਏ ਨੇ ਜਾਂ ਹੋਰ ਜਿਹੜੇ ਨੇ, ਉਹਨਾਂ ਨੂੰ ਕਮੈਂਟਸ ਦੇ ਵਿੱਚ
ਇਸ ਤਰ੍ਹਾਂ ਉਹਨਾਂ ਤੇ ਹਮਲਾ ਬੋਲ ਦਿੱਤਾ ਜਾਂਦਾ ਜਿਵੇਂ ਡੂਮਣਾ ਛਿੜ ਦਿੱਤਾ ਹੋਵੇ ਕਿਸੇ ਨੇ, ਤੇ ਉਹ ਵਿਚਾਰੇ ਲਾਚਾਰ ਹੋ ਕੇ ਉਸ ਤੋਂ ਦੁਖੀ ਹੋ ਕੇ ਇੰਨਾ ਆਪਣਾ ਆਪ ਗਵਾ ਬੈਠਦੇ ਨੇ ਕਿ ਉਹ ਛੱਡ ਹੀ ਜਾਂਦੇ ਨੇ ਕਈ ਵਾਰੀ ਪਲੇਟਫਾਰਮ। ਕੀ ਤੁਹਾਨੂੰ ਵੀ ਇਹੋ ਜਿਹੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਦੇ IT ਸੈੱਲ ਨੇ ਜਾਂ ਇਕੱਠਾ ਧਾਵਾ ਬੋਲਿਆ ਹੋਵੇ ਕਿਤੇ ਕਿ ਜਿੱਥੇ ਤੁਹਾਨੂੰ ਜਵਾਬ ਨਾ ਔੜਿਆ ਹੋਵੇ? ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਬਟ BJP IT ਸੈੱਲ ਦਾ ਬਹੁਤ ਇੱਕ ਉਹਨਾਂ ਨੂੰ, ਜੇ ਤੁਸੀਂ ਉਹਨਾਂ ਨੂੰ ਕਾਊਂਟਰ ਕਰਨਾ ਤਾਂ ਬਹੁਤ ਸੌਖਾ ਚੀਜ਼ ਹੈ। ਜਿੱਥੋਂ ਉਹ ਭੱਜ ਜਾਂਦੇ ਆ, ਐਕਚੁਅਲੀ ਉਹ ਉੱਥੇ ਧਾਵਾ ਬੋਲਦੇ ਆ ਜਦੋਂ ਜਿਹੜੀ ਲੈਂਗੁਏਜ 'ਚ ਗੱਲ ਕਰਦੇ ਹੁੰਦੇ ਆ, ਜਦੋਂ ਆਪਾਂ ਉਹੀ ਸੇਮ ਲੈਂਗੁਏਜ 'ਚ ਉਹਨਾਂ ਨਾਲ ਗੱਲ ਕਰਨ ਲੱਗ ਜਾਂਦੇ ਆ ਤਾਂ ਉਹਨਾਂ ਕੋਲੇ ਮੈਟਰ ਮਿਲ ਜਾਂਦਾ। ਜੇ ਤੁਸੀਂ ਹਿੱਟ ਦਾ ਰਿਪਲਾਈ ਹਿੱਟ ਨਾ ਕਰਦੇ ਹੋ ਤਾਂ ਉਹ ਬਹੁਤ ਫਾਸਟ ਤੁਹਾਡੇ ਥੱਲੇ ਰਿਪਲਾਈ ਕਰਦੇ ਆ, ਪਰ ਸਾਡਾ ਸਿੱਧਾ ਹਿਸਾਬ ਹੁੰਦਾ, ਉਹਨਾਂ ਦਾ ਕੋਈ ਵੀ ਆਨਸਰ ਹੈਗਾ, ਕੁਝ ਵੀ ਕਰਦੇ ਆ ਜਾਂ ਸਾਡੇ ਨੀਚੇ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਫੈਕਟ ਦੇ ਨਾਲ ਰਿਪਲਾਈ ਕਰਦੇ ਆ, ਉਹਨਾਂ ਤੋਂ ਕੁਐਸਚਨ ਆਨਸਰਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਆਹ ਚੀਜ਼ ਦੱਸੋ ਕਿੱਦਾਂ ਆ। ਜੇ ਸਾਡੇ ਖਿਲਾਫ ਕੋਈ ਵੀ ਚੀਜ਼ ਬੋਲਦੇ ਆ, ਅਸੀਂ ਉਹਦੇ ਤੇ ਹੀ ਇੱਕ ਕੁਐਸਚਨ ਬਣਾ ਕੇ ਉਹਨਾਂ ਨੂੰ ਅੱਗੇ ਪੇਸ਼ ਕਰ ਦਿੰਦੇ ਆ। ਤੋਂ ਵੱਧ ਤੋਂ ਵੱਧ 1 ਜਾਂ 2 ਰਿਪਲਾਈ ਤੋਂ ਬਾਅਦ ਉਹ ਭੱਜ ਜਾਂਦਾ। ਉਸ ਤੋਂ ਬਾਅਦ ਹੋਰ ਕੋਈ ਵੀ ਤੁਸੀਂ BJP IT ਸੈੱਲ ਕਹਿ ਲਓ ਜਾਂ ਭਗਤ ਕਹਿ ਲਓ, ਉਹ ਤੋਂ ਬਾਅਦ ਉਹ ਮੋਸਟਲੀ ਪੰਗਾ ਨਹੀਂ ਲੈਂਦਾ। ਇਹ ਬਾਕੀਆਂ ਨੂੰ ਵੀ ਮੇਰੀ ਇਹੀ ਸਲਾਹ ਕਿ ਅਗਰ ਇਹਨਾਂ ਨਾਲ ਵਾਕਈ ਨਜਿੱਠਣਾ ਤਾਂ ਇਹਨਾਂ ਤੋਂ ਕੁਐਸਚਨ ਕਰ ਲਿਆ ਕਰੋ। ਇਹਨਾਂ ਕੋਲੇ ਆਨਸਰ ਨਹੀਂ ਹੁੰਦਾ, ਇਹਨਾਂ ਕੋਲ ਬਣਿਆ ਬਣਾਇਆ ਚੀਜ਼ ਹੁੰਦਾ ਜਿਹੜੀ ਇਹਨਾਂ ਨੂੰ ਕਾਪੀ ਪੇਸਟ ਕਰਨੀ ਆਉਂਦੀ ਹੈ, ਪਰ ਉਹਦੇ ਥੱਲੇ ਤੁਸੀਂ ਹੇਟ ਨਾਲ ਹੇਟ ਦਾ ਰਿਪਲਾਈ ਕਰੋਗੇ ਤਾਂ ਹੇਟ ਦਾ ਜਵਾਬ ਤਾਂ ਹਰੇਕ ਕੋਲ ਹੀ ਹੁੰਦਾ, ਪਰ ਸਹੀ ਆਨਸਰ ਸਹੀ ਤਰੀਕੇ ਨਾਲ ਸਹੀ ਫੈਕਟ ਨਾਲ ਤੁਸੀਂ ਇਹਨਾਂ ਮੂਹਰੇ ਗੱਲ ਰੱਖੋਗੇ ਤਾਂ ਉਹਦਾ ਆਨਸਰ ਨਹੀਂ ਕਰ ਪਾਉਂਦੇ ਤਾਂ ਆਟੋਮੈਟਿਕਲੀ ਭੱਜ ਜਾਂਦੇ। ਮੈਂ ਪਵਜੀਤ ਸਿੰਘ ਜੀ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਇੰਨਾ ਸਮਾਂ ਹੋ ਗਿਆ ਕਿਸਾਨ ਅੰਦੋਲਨ ਨੂੰ ਚੱਲਦੇ ਹੋਏ, ਤੁਸੀਂ ਕਦੇ ਸੋਚਿਆ ਸੀ ਵੀ ਇੰਨਾ ਲੰਬਾ ਸਮਾਂ ਇਹ ਚੱਲੇਗਾ ਤੇ ਤੁਸੀਂ ਵੀ ਆਪਣਾ ਜਿਹੜਾ ਪਲੇਟਫਾਰਮ ਹੈ ਕੀ ਤੁਹਾਨੂੰ ਉਹਦੇ ਪੈਰਲਲ ਇੰਨਾ ਰਨ ਕਰਨਾ ਪਏਗਾ ਤੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਜੌਬਸ ਹੁੰਦੇ ਹੋਏ ਆਪਣਾ ਪਰਸਨਲ ਲਾਈਫ ਹੁੰਦੇ ਹੋਏ ਕਿਵੇਂ ਹੈਂਡਲ ਕਰ ਰਹੇ ਹੋ? ਵੋਲੰਟਰੀਲੀ ਖਾਸ ਤੌਰ ਤੇ ਇੰਨਾ ਲੰਬਾ ਸਮਾਂ ਮੋਨੀਟਰ ਕਰਨਾ ਤੇ ਉਹਨੂੰ ਕੰਟੀਨਿਊ ਕਰਨਾ, ਕਿਵੇਂ ਸਾਰੀ ਚੀਜ਼ਾਂ ਹੈਂਡਲ ਕਰ ਰਹੇ ਹੋ? ਭਾਜੀ ਸ਼ੁਰੂ ਦੇ ਵਿੱਚ ਮੈਂ ਜਿਵੇਂ ਪਹਿਲਾਂ ਗੱਲ ਦੱਸੀ ਆ ਕਿ ਕਹਿਣ ਨੂੰ ਹੁਣ ਆਪਾਂ ਜੋ ਮਰਜ਼ੀ ਕਹੀ ਚੱਲੀਏ, ਬਟ 1% ਵੀ ਉਮੀਦ ਨਹੀਂ ਸੀ ਕਿ ਇਹ ਚੀਜ਼ ਇੰਨੀ ਜ਼ਿਆਦਾ ਚੱਲ ਜਾਏਗੀ ਜਾਂ ਲੋਕ ਇਹਨੂੰ ਇੰਨਾ ਐਕਸੈਪਟੈਂਸ ਦੇਣਗੇ। ਐਂਡ ਇਹ ਸ਼ੁਰੂਆਤ ਵੀ ਸਿਰਫ ਇਹੀ ਹੋਈ ਸੀ ਕਿ ਜਿਹੜੇ ਲੋਕ ਖੇਤੀ ਦੇ ਸੰਦ ਵਰਤਦੇ ਨੇ, ਟੂਲ ਵਰਤਦੇ ਨੇ, ਵੀ ਤੁਸੀਂ ਟਵਿੱਟਰ ਦੇ ਉੱਪਰ ਆ ਜਾਓ। ਉਸ ਤੋਂ ਬਾਅਦ ਕੀ ਹੁੰਦਾ ਜੀ, ਤੁਹਾਨੂੰ ਨਾ ਜਦੋਂ ਤੁਸੀਂ ਇੱਦਾਂ ਦਾ ਕੋਈ ਕੰਮ ਕਰਦੇ ਹੋ, ਇੱਕ ਹਿਊਮਨ ਨੇਚਰ ਆ ਕਿ ਜਦੋਂ ਤੁਹਾਨੂੰ ਕੋਈ ਪੋਜ਼ੀਟਿਵ ਚੀਜ਼ ਮਿਲਦੀ ਆ, ਤੁਹਾਨੂੰ ਫੀਡਬੈਕ ਮਿਲਦੀ ਆ, ਤੁਹਾਨੂੰ ਉਹਦੇ 'ਚੋਂ ਮੋਟੀਵੇਸ਼ਨ ਲੱਭਦੀ ਆ। ਜਦੋਂ ਲੋਕ ਤੁਹਾਨੂੰ ਪੋਜ਼ੀਟਿਵਲੀ ਤੁਹਾਨੂੰ ਮੈਸੇਜ ਕਰਦੇ ਨੇ ਕਿ ਯਾਰ ਤੁਸੀਂ ਵਧੀਆ ਕੰਮ ਕਰ, ਉਹ ਚੀਜ਼ ਤੁਹਾਨੂੰ ਹਾਰਨ ਨਹੀਂ ਦਿੰਦੀ ਹੈਗੀ ਉਹ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਹਾਡੇ ਆਲੇ ਦੁਆਲੇ ਜੰਜਾਲ, ਤੁਹਾਡੀ ਨਿੱਜੀ ਜ਼ਿੰਦਗੀ ਦੇ ਜੰਜਾਲ, ਤੁਹਾਡੇ ਉੱਪਰ ਜਦੋਂ ਲੋਕ ਅਟੈਕ ਕਰਦੇ ਨੇ, ਤੁਹਾਡੇ ਕੋਲ 100 ਕਾਰਨ ਹੋ ਸਕਦੇ ਕਿ ਗਿਵ ਅਪ ਕਰਨ ਦੇ, ਹਾਰਨ ਦੇ, ਵੀ ਠੀਕ ਆ ਜੀ ਇਨਫ ਇਜ਼ ਇਨਫ, ਮੈਨੂੰ ਕੀ ਲੋੜ ਆ ਹੁਣ ਇੰਨਾ ਪੰਗਾ ਲੈਣ ਦੀ, ਮੈਂ ਆਪਣੀ ਪੀਸ ਆਫ ਮਾਈਂਡ ਵੀ ਖਰਾਬ ਕਰ ਰਿਹਾ, ਮੈਂ ਟਾਈਮ ਵੀ ਖਰਾਬ ਕਰ ਰਿਹਾ, ਹੈ ਨਾ, ਮੈਂ ਜੋਬ ਵੀ ਮੇਰੀ ਸਫਰ ਕਰ ਰਿਹਾ ਆਪਾਂ। ਬਟ ਫਿਰ ਤੁਹਾਡੇ ਕੋਲੇ ਇੱਕ ਰੀਜ਼ਨ ਹੁੰਦਾ ਜਦੋਂ ਤੁਸੀਂ ਦੇਖਦੇ ਹੋ ਕਿ ਨਹੀਂ ਇਹ ਛੋਟੀਆਂ ਚੀਜ਼ਾਂ ਨੇ ਕਿ ਜਿਹੜੀ ਵੱਡੀ ਲੜਾਈ ਆ। ਅਸੀਂ ਹਰ ਵਾਰ ਕਹਿੰਦੇ ਹੁੰਦੇ ਹਾਂ ਕਿ ਸਾਡੇ ਚਲੋ 50,000 ਫੋਲੋਅਰ ਨੇ, ਕਿਸੇ ਟਾਈਮ 30 ਹੁੰਦੇ ਸੀ, 20 ਹੁੰਦੇ ਸੀ, ਪਰ ਜਿਹੜਾ ਇੱਕ ਕਿਸਾਨ ਉੱਥੇ ਠੰਡ ਦੇ ਮੌਸਮ ਦੇ ਵਿੱਚ ਤੰਬੂ 'ਚ ਬੈਠਾ, ਉੱਥੇ ਹਜ਼ਾਰਾਂ ਕਿਸਾਨ ਬੈਠੇ ਨੇ, ਪਰ ਅਸੀਂ ਉੱਥੇ ਇੱਕ ਕਿਸਾਨ ਦੇ ਬਰਾਬਰ ਵੀ ਨਹੀਂ ਹੈਗੇ ਜਿਹੜੀ ਉਹ ਕਮਿਟਮੈਂਟ ਨਾਲ ਉੱਥੇ ਬੈਠਾ ਉਹ। ਤੇ ਫਿਰ ਅਸੀਂ ਉੱਥੇ ਤਾਂ ਹਜ਼ਾਰਾਂ ਬੈਠੇ ਨੇਗੇ, ਉੱਥੇ ਤਾਂ ਲੱਖਾਂ ਬੈਠੇ ਨੇਗੇ, ਅਸੀਂ ਤਾਂ ਇੱਕ ਦੇ ਬਰਾਬਰ ਨਹੀਂ ਹੈਗੇ, ਫਿਰ ਅਸੀਂ ਕਿਵੇਂ ਗਿਵ ਅਪ ਕਰ ਜਾਈਏ? ਸੋ ਇਹ ਜਿਹੜੀ ਚੀਜ਼ ਆ, ਇਹ ਸਾਨੂੰ, ਜੇ ਅਸੀਂ ਸੋਚਦੇ ਵੀ ਹਾਂ ਵੀ ਅੱਜ ਮੈਂ 2 ਘੰਟੇ ਵੱਧ ਸੌਂ ਲਾਂ, ਤਾਂ ਇਹ ਚੀਜ਼ ਸਾਨੂੰ ਫਿਰ ਸੌਣ ਨਹੀਂ ਦਿੰਦੀ ਹੈਗੀ, ਸਾਨੂੰ ਅਲਾਰਮ ਤੋਂ ਪਹਿਲਾਂ ਹੀ ਉਠਾ ਦਿੰਦੀ ਆ ਵੀ ਨਹੀਂ, ਜੇ ਉਹ ਉੱਥੇ ਬੈਠ ਸਕਦੇ ਨੇ ਔਰ 60 ਸਾਲ ਤੋਂ 70 ਸਾਲ ਦੇ ਬਜ਼ੁਰਗ ਉੱਥੇ ਬੈਠ ਸਕਦੇ ਨੇ, ਫਿਰ ਯਾਰ ਇਹ ਤਾਂ ਔਰ ਇਹ ਵੀ ਕਈ ਵਾਰ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਰੇਅਰਲੀ ਆਉਣ ਵਾਲੀ ਇਵੈਂਟ ਹੁੰਦੀ ਆ, ਕਦੇ ਹੁਣ ਵਾਲੀ ਇਵੈਂਟ ਹੁੰਦੀ ਆ। ਇੱਥੋਂ ਫਿਰ ਆਪਾਂ ਜ਼ਿੰਮੇਵਾਰੀ ਤੋਂ ਭੱਜਦੇ ਚੰਗੇ ਨਹੀਂ ਲੱਗਦੇ ਹੈਗੇ। ਸੋ ਸਾਨੂੰ ਇਹ ਜ਼ਿੰਮੇਵਾਰੀ ਹੀ ਸਾਨੂੰ ਕਈ ਵਾਰ ਫਿਰ ਅੱਗੇ ਡਰਾਈਵ ਕਰਦੀ ਹੈ। ਭਵਜੀਤ ਸਿੰਘ ਜੀ, ਅਸੀਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਗੱਲਬਾਤ ਕਰਾਂਗੇ ਟੀਕਾਕਰਨ ਸੰਬੰਧੀ, ਵੈਕਸੀਨੇਸ਼ਨ ਦੇ ਸੰਬੰਧੀ, ਕਿ ਕਿਵੇਂ ਆਪ ਜੀ ਦਾ ਪਲੇਟਫਾਰਮ ਜਿਹੜਾ ਹੈ ਉਸ ਦੇ ਵਿੱਚ ਵੀ ਹੁਣ ਕੰਮ ਕਰ ਰਿਹਾ ਤੇ ਕੰਮ ਕਰਨ ਜਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਇਹ ਵੀ ਲੰਬਾ ਪ੍ਰੋਸੈਸ ਹੋਵੇਗਾ ਤੇ ਇਸ ਦੇ ਵਿੱਚ ਵੀ ਲੰਬਾ ਸਮਾਂ ਜਿਹੜੀ ਖੇਡ ਹੈ ਉਹ ਚੱਲਦੀ ਰਹੇਗੀ। ਔਰ ਪਰ ਇੱਕ ਛੋਟਾ ਜਿਹਾ ਸਵਾਲ, ਕਿਸਾਨ ਅੰਦੋਲਨ ਦੇ ਵਿੱਚੋਂ ਤੁਹਾਡੇ ਪਲੇਟਫਾਰਮ ਲਈ ਇੱਕ ਓਨੈਸਟਲੀ ਇੱਕ ਲੋਐਸਟ ਪੁਆਇੰਟ ਤੇ ਇੱਕ ਹਾਈਐਸਟ ਪੁਆਇੰਟ ਤੁਹਾਡੇ ਲਈ ਕਿਹੜਾ ਰਿਹਾ? ਲੋਐਸਟ ਪੁਆਇੰਟ ਤਾਂ ਨਹੀਂ ਜੀ ਕੋਈ ਹਾਲੇ ਤੱਕ ਏਡਾ ਰਿਹਾ, ਬਿਕੋਜ਼ ਪਰਮਾਤਮਾ ਨੇ ਬੜੀ ਮਿਹਰ ਰੱਖੀ ਆ। ਜਿਵੇਂ ਤੁਹਾਨੂੰ ਮੈਂ ਗੱਲ ਕਹੀ ਹੈ ਕਿ ਦੇਖੋ ਲੋਐਸਟ ਪੁਆਇੰਟ ਇਹ ਤੁਹਾਡਾ ਥਾਟ ਪ੍ਰੋਸੈਸ ਹੁੰਦਾ ਹੈ, ਤੁਸੀਂ ਕਿੰਨੀ ਕੁ ਜਲਦੀ ਗਿਵ ਅਪ ਕਰ ਜਾਂਦੇ ਹੋ। ਜਿਹੜੀ ਤੁਹਾਡਾ ਇੱਕ ਥ੍ਰੈਸ਼ਹੋਲਡ ਹੁੰਦਾ ਵਾ ਉਹ ਡਿਸਾਈਡ ਕਰਦਾ ਕਿ ਤੁਹਾਡੇ ਲਈ ਲੋਐਸਟ ਪੁਆਇੰਟ ਕੀ ਆ। ਹਾਲੇ ਤੱਕ ਸਾਡੀ ਟੀਮ ਬੜੀ ਵਧੀਆ, ਅਸੀਂ ਸਾਰੇ ਲਾਈਕ ਮਾਈਂਡਡ ਆ,
ਅਗਰ ਇੱਕ ਨੂੰ ਥੋੜਾ ਬਹੁਤ ਡੀਮੋਰਲਾਈਜੇਸ਼ਨ ਹੁੰਦੀ ਆ, ਕੋਈ ਤਾਂ ਦੂਜਾ ਬੰਦਾ ਉਹਨੂੰ ਸਪੋਰਟ ਕਰਦਾ, ਕੋਈ ਖਾਸ ਨਹੀਂ ਰਿਹਾ ਸਾਡਾ ਲੋਐਸਟ ਪੁਆਇੰਟ। ਹਾਂ, ਇੱਕ ਦਿਨ ਥੋੜਾ ਜਿਹਾ ਇਹ ਜ਼ਰੂਰ ਲੱਗਿਆ ਸੀ ਜਦੋਂ ਸਾਡਾ ਅਕਾਊਂਟ, ਸਾਡਾ ਹੈਂਡਲ ਸਸਪੈਂਡ ਹੋਇਆ ਸੀ। ਉਸ ਦਿਨ ਜ਼ਰੂਰ ਲੱਗਿਆ ਸੀ ਵੀ ਸ਼ਾਇਦ ਹੁਣ ਇਹ ਵਾਪਿਸ ਨਹੀਂ ਆਊਗਾ ਐਂਡ ਸਾਨੂੰ ਦੁਬਾਰਾ ਤੋਂ ਹੋਰ ਮਿਹਨਤ ਕਰਨੀ ਪੈਣੀ ਹੈ ਇਹਨੂੰ ਸੈਟਅਪ ਕਰਨ ਦੇ ਵਿੱਚ, ਹੈ ਨਾ। ਬਟ ਅਗੇਨ ਪਰਮਾਤਮਾ ਨੇ ਮਿਹਰ ਕੀਤੀ ਕਿ ਉਹ ਦੁਬਾਰਾ ਵਾਪਿਸ ਆ ਗਿਆ ਉਹ। ਤੇ ਹਾਈਐਸਟ ਪੁਆਇੰਟ ਤਾਂ ਫਿਰ ਮੈਂ ਰਿਪਲਾਈ ਕਰਨਾ ਚਾਹੂੰਗਾ, ਹਾਈਐਸਟ ਪੁਆਇੰਟ ਤੇ ਮੈਂ ਰਿਪਲਾਈ ਕਰਨਾ ਚਾਹੂੰਗਾ। ਹਾਈਐਸਟ ਪੁਆਇੰਟ ਬਹੁਤ ਸੋਹਣਾ ਹੈਗਾ ਸਾਡੇ ਕੋਲੇ। ਐਕਚੁਅਲੀ ਤੁਹਾਡੇ ਦੋ ਸਵਾਲਾਂ ਦਾ ਜਵਾਬ ਵਿੱਚ ਆਉਂਦਾ ਕਿ ਪਿੱਛੇ ਕਿ ਤੁਸੀਂ ਥੱਕਦੇ ਨਹੀਂ ਜਾਂ ਅੱਕੇ ਨਹੀਂ ਇਹਨਾਂ ਚੀਜ਼ਾਂ ਤੋਂ। ਹਾਈਐਸਟ ਪੁਆਇੰਟ ਇਹਦੇ ਵਿੱਚ ਇਹ ਆਇਆ ਸੀਗਾ ਜਦੋਂ ਸਟਾਰਟਿੰਗ ਦੇ ਵਿੱਚ ਸ਼ੁਰੂ ਕੀਤਾ ਸੀਗਾ ਨਾ, ਤਾਂ ਅਸੀਂ ਕੁਝ ਕਿਸਾਨਾਂ ਨੂੰ ਐਜੂਕੇਟ ਕਰਨ ਲੱਗੇ ਸੀਗੇ ਕਿ ਕਿੱਦਾਂ ਟਵਿੱਟਰ ਚਲਾਉਣਾ, ਇਹਦਾ ਵੈਲਿਊ ਕੀ ਆ, ਚੀਜ਼ ਕੀ ਆ, ਕਿੱਦਾਂ ਕੀ ਆ। ਇੱਕ ਸਾਡੀ ਟੀਮ 'ਚ ਹੀ ਹੈਗੇ ਨੇ ਵੀਰ ਨੇ ਬੱਬੂ ਖੋਸਾ ਵੀਰਾ, ਹੈ ਨਾ, ਉਹ ਕਿਸਾਨੀ ਨਾਲ ਸੰਬੰਧਿਤ ਆ, ਕਿਸਾਨੀ ਕਰਦਾ ਤੇ ਟਵਿੱਟਰ ਤੋਂ ਬਹੁਤ ਜ਼ਿਆਦਾ ਅਣਜਾਣ ਸੀ। ਤੇ ਉਹਨਾਂ ਤੋਂ ਅਸੀਂ ਸ਼ੁਰੂ ਕੀਤਾ ਵੀ ਇਹਨਾਂ ਨੂੰ ਟਵਿੱਟਰ ਸਿਖਾਈਏ ਕਿ ਆਹ ਟਵਿੱਟਰ ਹੁੰਦਾ, ਏਦਾਂ ਕੰਮ ਕਰਦਾ, ਏਦਾਂ ਤੁਸੀਂ ਕਿਸੇ ਨੂੰ ਵੀ ਮੈਂਸ਼ਨ ਕਰਕੇ ਆਹ ਚੀਜ਼ ਕਰ ਸਕਦੇ ਹੋ। ਉਹ ਸੇਮ ਡੇ ਜਿੱਦਣ ਸਿਖਾਇਆ ਗਿਆ, ਟਿੱਕਰੀ ਦੇ ਉੱਤੇ ਜਿਹੜਾ ਰੇਲਵੇ ਸਟੇਸ਼ਨ ਹੈਗਾ, ਉਹ ਉੱਥੋਂ ਉਹਨਾਂ ਨੇ ਆਪਣੀ ਟ੍ਰੇਨ ਲੈਣੀ ਸੀਗੀ ਆਉਣ ਦੇ ਲਈ। ਤੇ ਉੱਥੇ ਉਹਨਾਂ ਨੇ ਦੇਖਿਆ ਬਿਕੋਜ਼ ਆਫ ਟਿੱਕਰੀ ਬਾਰਡਰ ਦੇ ਉੱਤੇ ਪ੍ਰੋਟੈਸਟ ਕਰਕੇ ਟਿੱਕਰੀ ਰੇਲਵੇ ਸਟੇਸ਼ਨ ਦੇ ਉੱਤੇ ਉਹਨਾਂ ਨੇ ਸਾਰੇ ਵਾਸ਼ਰੂਮ ਵਗੈਰਾ ਜਿੰਨੀ ਵੀ ਚੀਜ਼ਾਂ ਬੰਦ ਕਰਤੀਆਂ ਸੀ, ਸਾਰਿਆਂ ਤੇ ਲੌਕ ਲਾਤਾ ਸੀ ਰੇਲਵੇ ਸਟੇਸ਼ਨ ਵਾਲੇ। ਉਹਨੇ ਕੀ ਕੀਤਾ, ਉਹਨੇ ਸਾਰੀਆਂ ਫੋਟੋਆਂ ਖਿੱਚੀਆਂ, ਫੋਟੋਆਂ ਖਿੱਚ ਕੇ ਟਵਿੱਟਰ ਦੇ ਉੱਤੇ ਪਾ ਕੇ ਇੰਡੀਅਨ ਰੇਲਵੇ ਨੂੰ ਮੈਂਸ਼ਨ ਕੀਤਾ ਵੀ ਆਹ ਚੀਜ਼ਾਂ ਤੁਸੀਂ ਗਲਤ ਕਰ ਰਹੇ ਹੋ ਤੇ ਇਹ ਮਤਲਬ ਸਾਡੇ ਸੰਵਿਧਾਨ ਦੇ ਵਿੱਚ ਜਾਂ ਸਾਡੇ ਰਾਈਟ ਨੇ, ਹਨਾ, ਵਾਸ਼ਰੂਮ ਸਾਡਾ ਰਾਈਟ ਨੇ। ਤੇ ਉਹ 15 ਮਿੰਟ ਦੇ ਵਿੱਚ ਸਾਰੇ ਵਾਸ਼ਰੂਮ ਖੁੱਲ ਗਏ ਸੀ। ਉਹ ਬੰਦਾ ਹੈਰਾਨ ਹੋ ਗਿਆ, ਉਹਨੇ ਫੋਨ ਕੀਤਾ ਕਿ ਯਾਰ ਕਿੰਨੀ ਪਾਵਰਫੁਲ ਚੀਜ਼ ਆ ਇਹ। ਤਾਂ ਉਹ ਇੱਕ ਲੱਗਿਆ ਸੀ ਵਾਓ, ਆਪਾਂ ਹਨਾ ਕਾਮਯਾਬ ਹੋ ਰਹੇ ਹਾਂ ਲੋਕਾਂ ਨੂੰ ਦੱਸਣ ਲਈ। ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਜਦੋਂ ਲੋਕ ਸਿੱਖਦੇ ਨੇ ਤੇ ਆਪ ਕੰਮ ਕਰਕੇ ਟਾਰਗੇਟ ਕਰਨ ਲੱਗਦੇ ਆ ਲੋਕਾਂ ਨੂੰ ਤੇ ਆਪਣੀ ਚੀਜ਼ਾਂ ਨੂੰ ਪਛਾਣ ਕੇ ਜਵਾਬ ਦੇਣ ਲੱਗਦੇ ਆ ਸਾਰਿਆਂ ਨੂੰ, ਤਾਂ ਮੇਰੇ ਹਿਸਾਬ ਨਾਲ ਇਹ ਤੋਂ ਵੱਡਾ ਹਾਈਐਸਟ ਪੁਆਇੰਟ ਕੋਈ ਨਹੀਂ ਹੁੰਦਾ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਵੈਕਸੀਨੇਸ਼ਨ ਦੇ ਬਾਰੇ ਗੱਲਬਾਤ ਅਸੀਂ ਕਰਾਂਗੇ। ਬੜਾ ਵੱਡਾ ਮਹਾਮਾਰੀ ਦਾ ਦੌਰ ਇਸ ਵੇਲੇ ਚੱਲ ਰਿਹਾ ਤੇ ਭਾਰਤ ਬੜੇ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ। ਸਾਡੇ ਵੀਰਾਂ ਨੇ ਕੋਈ ਜਾਣਕਾਰੀ ਇਕੱਤਰ ਕੀਤੀ ਹੋਈ ਹੈ ਇਸ ਦੇ ਬਾਰੇ, ਵੈਕਸੀਨੇਸ਼ਨ ਦੇ ਬਾਰੇ, ਕਿਵੇਂ ਉਹਨਾਂ ਨੇ ਗਾਈਡ ਕਰਨਾ ਹੈ ਲੋਕਾਂ ਨੂੰ, ਤੇ ਇਸ ਬਾਰੇ ਗੱਲਬਾਤ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਬ੍ਰੇਕ ਤੋਂ ਬਾਅਦ। ਅਸੀਂ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸਭ ਭਵਜੀਤ ਸਿੰਘ ਜੀ, ਤੁਸੀਂ ਮੈਨੂੰ ਇਹ ਦੱਸੋ, ਕਿਸਾਨ ਅੰਦੋਲਨ ਦੀ ਅਸੀਂ ਗੱਲਬਾਤ ਪ੍ਰੋਗਰਾਮ ਦੇ ਬਹੁਤੇ ਹਿੱਸੇ ਵਿੱਚ ਕੀਤੀ ਹੈ, ਉੱਥੋਂ ਹੀ ਸ਼ੁਰੂ ਕਰਕੇ ਤੇ ਫਿਰ ਇਸ ਟੀਕਾਕਰਨ ਵੱਲ ਨੂੰ ਆਉਂਦੇ ਹਾਂ। ਕਿਸਾਨ ਅੰਦੋਲਨ ਨੂੰ ਵੀ ਆਖਿਆ ਗਿਆ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਕਿ ਇਹ ਇੱਕ ਜਿਹੜਾ ਕੋਵਿਡ ਫੈਲਾਉਣ ਦਾ ਇੱਕ ਸੋਰਸ ਹੋ ਸਕਦਾ ਹੈ, ਤੇ ਥੋੜਾ ਜਿਹਾ ਤੌਖਲਾ ਜਿਹੜਾ ਹੈ ਉਹ ਕਿਤੇ ਕਿਤੇ ਲੱਗ ਵੀ ਰਿਹਾ ਹੈ ਕਿ ਉੱਥੋਂ ਆਏ ਕਿਸਾਨਾਂ ਦੀਆਂ ਪਰਤਦਿਆਂ ਦੀਆਂ ਕਈ ਪਿੰਡ ਆ ਕੇ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਆ। ਹਾਲਾਂਕਿ ਕੋਈ ਵੱਡੀ ਦੁਰਘਟਨਾ ਜਿਹੜੀ ਆ ਸਾਹਮਣੇ ਨਹੀਂ ਆਈ, ਪਰ ਫਿਰ ਵੀ ਕਿਤੇ ਨਾ ਕਿਤੇ ਚਿੰਤਾ ਹੈ ਕਿਉਂਕਿ ਬਿਮਾਰੀ ਤਾਂ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਕਿਸਾਨ ਅੰਦੋਲਨ ਦੀ ਗੱਲ ਦੱਸੋ ਤੇ ਫਿਰ ਪ੍ਰੀਕਾਸ਼ਨਸ ਐਂਡ ਵੈਕਸੀਨੇਸ਼ਨ, ਇਸ ਦੇ ਬਾਰੇ ਗੱਲਬਾਤ ਕਰੋ। ਕਿਸਾਨ ਅੰਦੋਲਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਤਾਂ ਕੰਪੈਰੇਟਿਵਲੀ ਜਦੋਂ ਆਪਾਂ ਉਹਨੂੰ ਦਿੱਲੀ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਕੰਪੈਰੇਟਿਵਲੀ ਕਿਸਾਨ ਸੰਘਰਸ਼ ਦੇ ਉੱਪਰ ਬੈਟਰ ਸਿਚੁਏਸ਼ਨ ਆ ਉੱਥੇ, ਕਿਉਂਕਿ ਜਦੋਂ ਕੋਵਿਡ ਫੈਲਦਾ ਵਾ ਤਾਂ ਜਿਹੜੀ ਦੀ ਇਨਫੈਕਸ਼ਨ ਆ ਉਹ ਜਿੰਨਾ ਕੰਜੈਸ਼ਨ ਜ਼ਿਆਦਾ ਹੋਊਗਾ ਉਹਦੇ ਨਾਲ ਇਹ ਜ਼ਿਆਦਾ ਅੱਗੇ ਟਰੈਵਲ ਕਰਦੀ ਆ, ਅੱਗੇ ਲੋਕਾਂ ਨੂੰ ਇਨਫੈਕਸ਼ਨ ਫੈਲਦੀ ਹੈ। ਤਾਂ ਜਿਹੜਾ ਆਪਣਾ ਕਿਸਾਨ ਮੋਰਚਾ ਵਾ ਉੱਥੇ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਆ, ਲੋਕ ਇੱਕ ਦੂਜੇ ਨੂੰ ਦੂਰ ਦੂਰ ਬੈਠੇ ਨੇ ਉੱਥੇ ਸਫਾਈ ਬਹੁਤ ਆ। ਸੋ ਇੱਕ ਤਾਂ ਸਰਕਾਰ ਦੀ ਨਾਕਾਮੀ ਦੀ ਵਜ੍ਹਾ ਕਰਕੇ ਉਹਨਾਂ ਨੇ ਜ਼ਿਆਦਾ ਹੀ ਲੋੜ ਤੋਂ ਜ਼ਿਆਦਾ ਪ੍ਰੋਪੇਗੈਂਡਾ ਕੀਤਾ ਕਿ ਇਹ ਕਿਸਾਨ ਸੰਘਰਸ਼ ਕਰਕੇ ਫੈਲ ਰਿਹਾ ਉੱਥੇ। ਠੀਕ ਹੈ, ਆਪਾਂ ਇਨਫੈਕਸ਼ਨ ਹੈ, ਕੋਵਿਡ ਹੈ, ਆਪਾਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ। ਆਪਾਂ ਨੂੰ ਬਹੁਤ ਹੀ ਸੀਰੀਅਸਲੀ ਇਹ ਗੱਲ ਲੈਣ ਦੀ ਲੋੜ ਹੈ, ਸਪੈਸ਼ਲੀ ਜਦੋਂ ਸਰਕਾਰੀ ਤੰਤਰ ਆਪਾਂ ਨੂੰ ਪਹਿਲਾਂ ਹੀ ਬਲੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਸਪੈਸ਼ਲੀ ਜਦੋਂ ਸਰਕਾਰੀ ਤੰਤਰ ਜਿਹੜਾ ਸਿਸਟਮ ਆ ਉਹ ਫੇਲ ਹੋ ਚੁੱਕਿਆ ਹੋਵੇ ਔਰ ਉਹਨਾਂ ਨੂੰ ਕੋਈ ਨਾ ਕੋਈ ਬਲੀ ਦਾ ਬੱਕਰਾ ਚਾਹੀਦਾ ਹੋਵੇ। ਹੁਣ ਸਰਕਾਰ ਦਾ ਕੀ ਜ਼ੋਰ ਲਾਉਣ ਲੱਗਿਆ ਹੋਇਆ ਉਹਨਾਂ ਨੇ ਇੱਕ ਨੈਰੇਟਿਵ ਥੋੜਾ ਲੋਕਾਂ 'ਚ ਸਿੱਟਣਾ ਸ਼ੁਰੂ ਕਰਤਾ, ਐਵੇਂ ਇੱਕ ਫੇਕ ਜੀ ਸਟੱਡੀ ਕਰਵਾ ਕੇ ਕਿ ਜਿਹੜਾ ਯੂਕੇ ਤੋਂ ਇੱਕ ਸਟ੍ਰੇਨ ਆਇਆ ਕੋਈ, ਉਹ ਪੰਜਾਬ ਦੇ ਵਿੱਚ ਆਇਆ, ਪੰਜਾਬ ਤੋਂ ਫਾਰਮਰ ਪ੍ਰੋਟੈਸਟ ਤੇ ਪਹੁੰਚਿਆ, ਫਾਰਮਰ ਪ੍ਰੋਟੈਸਟ ਤੋਂ ਉਹ ਦਿੱਲੀ ਜਾ ਕੇ ਅੱਗੇ ਫੈਲਿਆ ਹੋਰ। ਸੋ ਉਹਨਾਂ ਨੇ ਬੀਜੇਪੀ ਨੇ ਆਪਦੇ ਹੈਂਡਲ ਤੋਂ ਜਾਂ ਜਿਹੜੀ ਆਪਦੀ IT ਸੈੱਲ ਆ ਉਹਨਾਂ ਤੋਂ ਇਹ ਸ਼ੁਰੂ ਕਰਤੀ ਆ ਇੱਕ ਕੋਸ਼ਿਸ਼ ਵੀ ਇਹਨੂੰ ਬਦਨਾਮ ਕੀਤਾ ਜਾਵੇ। ਫੋਰਚੂਨੇਟਲੀ ਆਪਣੀ ਜਿਹੜੀਆਂ ਮੈਡੀਕਲ ਟੀਮਾਂ ਬੈਠੀਆਂ ਨੇਗੀਆਂ ਮੋਰਚਿਆਂ ਦੇ ਉੱਪਰ ਉਹ ਧਿਆਨ ਰੱਖ ਰਹੇ ਨੇ, ਉੱਥੇ ਅਲੱਗ-ਅਲੱਗ ਉਹ ਡਰਾਈਵ ਚਲਾ ਰਹੇ ਨੇ, ਮਾਸਕ ਵਾਲੀ ਸੈਨੀਟੇਸ਼ਨ ਦੀ ਡਰਾਈਵ ਚੱਲਦੀ ਆ ਉੱਥੇ ਮੈਡੀਸਨਸ ਹੈਗੀਆਂ ਨੇਗੀਆਂ। ਐਂਡ ਜਿਹੜੀ ਮੈਂ ਫਿਰ ਗੱਲ ਕਹਿ ਰਿਹਾ ਕਿ ਉੱਥੇ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਕਿਉਂਕਿ ਜਦੋਂ ਇਹਨੇ ਫੈਲਣਾ ਹੁੰਦਾ ਤਾਂ ਤੁਹਾਨੂੰ
ਇੱਕ ਕੰਜੈਸ਼ਨ ਆ ਜਿਹੜਾ ਲੋਕਾਂ ਦਾ ਇਕੱਠ ਆ, ਉਹ ਇੱਕ ਕੈਟਲਿਸਟ ਦਾ ਕੰਮ ਕਰਦਾ, ਉਹ ਇਹਨੂੰ ਫੈਲਾਉਣ ਦਾ ਕੰਮ ਕਰਦਾ, ਔਰ ਉੱਥੇ ਬਹੁਤ ਵਧੀਆ ਸਿਚੁਏਸ਼ਨ ਆ ਇਹ। ਤੇ ਸੋ ਮਤਲਬ ਆਪਾਂ ਜੋ ਬਿਮਾਰੀ ਦੀ ਗੱਲ ਕਰਦੇ ਹਾਂ, ਸੋ ਜਿਹੜਾ ਸਾਡਾ ਕੈਂਪੇਨ ਆ ਉਹ ਇਹਨੂੰ ਉਹਦੀ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਅਸੀਂ ਚਲਾਇਆ ਹੋਇਆ ਹੈ, ਕਿਉਂਕਿ ਅਗਰ ਇਹ ਚੀਜ਼ ਫੈਲਦੀ ਆ ਤਾਂ ਉਹਦਾ ਇਲਾਜ ਅੱਜ ਦੀ ਡੇਟ ਦੇ ਵਿੱਚ ਬੜਾ ਔਖਾ ਔਰ ਬੜਾ ਤਕਲੀਫਦੇਹ ਆ। ਲੋਕਾਂ ਨੂੰ ਹਸਪੀਟਲ ਦੇ ਵਿੱਚ ਜਾਣਾ ਪੈਂਦਾ, ਲੋਕਾਂ ਨੂੰ ਮੈਡੀਸਨ ਨਹੀਂ ਮਿਲ ਰਹੀ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ। ਸੋ ਸਾਡੀ ਕੋਸ਼ਿਸ਼ ਆ ਵੀ ਇਸ ਕੈਂਪੇਨ ਦੇ ਨਾਲ ਇੱਕ ਅਵੇਅਰਨੈਸ ਫੈਲਾਈ ਜਾਵੇ, ਕਿਉਂਕਿ ਹੁਣ ਦੇਖੋ ਸਾਰੀਆਂ ਕੰਟਰੀਜ਼ ਦੇ ਵਿੱਚ ਇੱਕ ਕਾਮਨ ਇਹ ਚੀਜ਼ ਹੈ ਕਿ ਆਪਾਂ ਇਹਨੂੰ ਵੈਕਸੀਨੇਸ਼ਨ ਦੇ ਨਾਲ ਹੀ ਰੋਕ ਸਕਦੇ ਹਾਂ, ਜੋ ਇਹਦਾ ਇੱਕ ਪ੍ਰੋਐਕਟਿਵ ਸੋਲਿਊਸ਼ਨ ਹੈ, ਇਹਦਾ ਜਿਹੜਾ ਪ੍ਰੀਵੈਂਟਿਵ ਸੋਲਿਊਸ਼ਨ ਆ। ਜਦੋਂ ਇੱਕ ਵਾਰ ਇਨਫੈਕਸ਼ਨ ਹੁੰਦੀ ਆ, ਫਿਰ ਤੁਹਾਡੀ ਬਾਡੀ ਦੀ ਸਿਚੁਏਸ਼ਨ ਕਿੱਦਾਂ ਵਾ, ਤੁਹਾਡਾ ਇਮਿਊਨ ਸਿਸਟਮ ਕਿੱਦਾਂ ਦਾ ਵਾ, ਫਿਰ ਤਾਂ ਉਦੋਂ ਮਗਰੋਂ ਉਹ ਗੱਲ ਰਾਮ ਭਰੋਸੇ ਹੋ ਜਾਂਦੀ ਆ। ਔਰ ਖਾਸ ਕਰਕੇ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਵੀ ਇੱਥੇ ਦਾ ਜਿਹੜਾ ਹੈਲਥ ਸਿਸਟਮ ਕਿੱਦਾਂ ਵਾ, ਉਹ ਤੋਂ ਤਾਂ ਫਿਰ ਰੱਬ ਹੀ ਬਚਾਵੇ। ਹੁਣ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਇੱਥੇ ਮਤਲਬ ਲੋਕਾਂ ਨੂੰ ਸ਼ਮਸ਼ਾਨ ਦੇ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਹੈਗੀ। ਸੋ ਸਾਡੀ ਕੋਸ਼ਿਸ਼ ਆ, ਆਪਾਂ ਇਹਨੂੰ ਐਕਸਪਲੇਨ ਕਰਾਂਗੇ ਅੱਗੇ ਇਹਨੂੰ ਕੈਂਪੇਨ ਨੂੰ, ਬਟ ਸਾਡੀ ਕੋਸ਼ਿਸ਼ ਇਹ ਆ ਕਿ ਜਿੰਨਾ ਕੁ ਹੋ ਸਕਦਾ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਵੈਕਸੀਨੇਸ਼ਨ ਦੇ ਰਿਗਾਰਡਿੰਗ। ਜੀ ਰਾਜ ਬੁੱਟਰ ਜੀ, ਮੈਂ ਆਪ ਜੀ ਨੂੰ ਹੁਣ ਪੁੱਛਣਾ ਚਾਹਾਂਗਾ ਕਿ ਵੈਕਸੀਨੇਸ਼ਨ ਦੀ ਜਿਹੜੀ ਇੱਕ ਟੀਕਾਕਰਨ ਦੀ ਮੁਹਿੰਮ ਆ, ਔਰ ਕਿਵੇਂ ਮਾਸਸ ਨੂੰ ਟੀਕੇ ਕਿਵੇਂ ਲੱਗਣਗੇ ਜਦੋਂ ਗਿਣਤੀ ਦੇ ਵਿੱਚ ਪੈ ਜਾਈਏ ਤੇ ਇੰਝ ਜਾਪਦਾ ਹੈ ਕਿ ਜਿੰਨੇ ਕੋ ਟੀਕੇ ਪ੍ਰੋਡਿਊਸ ਹੋ ਰਹੇ ਨੇ ਜਾਂ ਜਿੰਨੇ ਕੁ ਆ ਰਹੇ ਨੇ ਤੇ ਜਿੰਨੀ ਭਾਰਤ ਦੀ ਆਬਾਦੀ ਹੈ, ਇਹ ਸੰਭਵ ਨਹੀਂ 2-2.5 ਸਾਲ ਲੱਗ ਸਕਦੇ ਨੇ। ਤੇ ਸਾਰੇ ਲੋਕ ਪਹਿਲਾਂ ਬੜੀਆਂ ਗਲਤਫਹਿਮੀਆਂ ਵੀ ਫੈਲੀਆਂ, ਬਹੁਤ ਕੁਝ ਹੋਇਆ, ਇਸ ਨਾਲ ਆਹ ਹੁੰਦਾ, ਇਸ ਨਾਲ ਆਹ ਹੁੰਦਾ, ਦੇਖੋ ਜੀ ਆਉਂਦੇ ਡੈਥ ਹੋ ਗਈ, ਇਸ ਤੋਂ ਬਾਅਦ ਵੀ ਕੋਵਿਡ ਹੋ ਜਾਂਦਾ ਤਾਂ ਫਿਰ ਇਸ ਦਾ ਕੀ ਫਾਇਦਾ ਹੈ, ਫਲਾਨਾ ਟੀਕਾ ਚੰਗਾ ਫਲਾਨਾ ਮਾੜਾ, ਇਹ ਸਾਰੀਆਂ ਗੱਲਾਂ ਤੁਸੀਂ ਐਕਸਪਲੇਨ ਕਰੋ। ਦੋ ਚੀਜ਼ਾਂ ਨੇ ਜੀ, ਇੱਕ ਤਾਂ ਪੂਰੇ ਭਾਰਤ ਦੀ ਸਟੋਰੀ ਸ਼ਾਇਦ ਕੁਝ ਹੋਰ ਆ, ਪਰ ਪੰਜਾਬ ਦੀ ਸਟੋਰੀ ਕੁਝ ਹੋਰ ਆ। ਪੰਜਾਬ ਦੇ ਵਿੱਚ ਜਿੰਨਾ ਸਾਡੇ ਸਾਹਮਣੇ ਮਾਮਲੇ ਆਏ, ਚੀਜ਼ਾਂ ਆਈਆਂ, ਪੰਜਾਬ ਦੇ ਵਿੱਚ ਜਦੋਂ ਵੀ ਅਵੇਲੇਬਲ ਹੋਇਆ, ਇੰਜੈਕਸ਼ਨ ਅਵੇਲੇਬਲ ਵੀ ਹੋਇਆ, ਚਾਹੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਨੇ ਜਾਂ ਡਿਸਪੈਂਸਰੀਆਂ 'ਚ ਇੰਜੈਕਸ਼ਨ ਪਹੁੰਚੇ ਨੇ, ਤਾਂ ਮੋਸਟ ਆਫ ਇੰਜੈਕਸ਼ਨ ਉੱਥੋਂ ਮੁੜ ਕੇ ਆਉਂਦੇ ਨੇ। ਜਾਂ ਇੰਜੈਕਸ਼ਨ ਦਾ ਕੁਝ ਇੱਦਾਂ ਦਾ ਹੈਗਾ ਕਿ ਜਦੋਂ 10 ਦਾ ਸਲੋਟ ਖੋਲਿਆ ਜਾਂਦਾ ਤਾਂ 1-2 ਨੂੰ ਲੱਗਦਾ 8-8 ਇੰਜੈਕਸ਼ਨ ਖਰਾਬ ਹੋ ਰਹੇ ਨੇ। ਤੇ ਇਹਦੇ ਕਰਕੇ ਮਤਲਬ ਕਿ ਪੰਜਾਬ ਦੇ ਵਿੱਚ ਤਾਂ ਇੱਕ ਪਹਿਲੇ ਨੰਬਰ ਤੇ ਆਹ ਪ੍ਰੋਬਲਮ ਹੈਗੀ ਆ ਕਿ ਸਾਡੇ ਲੋਕਾਂ ਦੇ ਵਿੱਚ ਐਸਾ ਭਰਮ ਫੈਲਾਤਾ, ਤੁਸੀਂ ਉਹ WhatsApp ਯੂਨੀਵਰਸਿਟੀਆਂ ਦੇ ਥਰੂ ਕਹੋ ਜਾਂ ਕਿਹਨੇ ਫੈਲਾਇਆ, ਕੋਈ ਡੋਂਟ ਨੋ, ਹਨਾ, ਬਟ ਇਦਾਂ ਦਾ ਭਰਮ ਹੈ। ਨੰਬਰ 2, ਜਿੱਦਾਂ ਗਵਰਨਮੈਂਟ ਪ੍ਰੋਪੇਗੈਂਡਾ ਕਰ ਰਹੀ ਹੈ ਕਿ ਜਿਹੜੇ ਫਾਰਮਰਸ ਨੇ ਉਹ ਕੋਵਿਡ ਫੈਲਾ ਰਹੇ ਆ, ਚੀਜ਼ਾਂ ਫੈਲਾ ਰਹੇ ਆ, ਜਦੋਂ ਤੇ ਉਸ ਤੋਂ ਬਾਅਦ ਇਹ ਕੀ ਕਰ ਰਹੇ ਆ, ਸਾਡੇ ਉੱਥੇ ਨੇੜੇ ਕੈਂਪਸ ਲਾਉਂਦੇ ਨੇ, ਵੈਕਸੀਨੇਸ਼ਨ ਦੇ ਲਾਉਂਦੇ ਆ, ਚੀਜ਼ਾਂ ਦੇ ਲਾਉਂਦੇ ਆ, ਤਾਂ ਉੱਥੇ ਮੀਡੀਆ ਲਿਆਉਂਦੇ ਆ, 2-4 ਐਸੇ ਬੰਦੇ ਬੁਲਾਉਂਦੇ ਆ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਅਬਾਊਟ ਕੋਵਿਡ ਜਾਂ ਵਟਐਵਰ, ਜਾਂ ਡਿਨਾਈ ਕਰਦੇ ਨੇ, ਤਾਂ ਉਹਨਾਂ ਦੇ ਮੂਹਰੇ ਮਾਈਕ ਕਰਦੇ ਆ, ਉਹਨਾਂ ਨੂੰ ਕਹਿੰਦੇ ਵੀ ਦੱਸੋ ਜੀ ਅੱਜ ਤੁਹਾਨੂੰ ਵੈਕਸੀਨੇਸ਼ਨ ਕਰਾਉਂਦੇ ਆ, ਚੀਜ਼ਾਂ ਕਰਾਉਂਦੇ ਆ, ਤਾਂ ਉਹ ਕਹਿੰਦੇ ਵੀ ਅਸੀਂ ਕੋਵਿਡ ਨੂੰ ਨਹੀਂ ਮੰਨਦੇ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਵੈਕਸੀਨੇਸ਼ਨ ਨੂੰ ਨਹੀਂ ਮੰਨਦੇ। ਤਾਂ ਇਦਾਂ ਦੀ ਇਮੇਜ ਖੜੀ ਕੀਤੀ ਜਾ ਰਹੀ ਆ ਸਾਡੇ ਕਿਸਾਨਾਂ ਦੀ ਕਿ ਇਹ ਲੋਕ ਤਾਂ ਕੋਵਿਡ ਨੂੰ ਨਹੀਂ ਸਮਝਦੇ, ਵੈਕਸੀਨੇਸ਼ਨ ਨੂੰ ਨਹੀਂ ਸਮਝਦੇ, ਤਾਂ ਫਾਰਮ ਲਾਜ਼ ਨੂੰ ਕਿੱਦਾਂ ਸਮਝਦੇ ਹੋਣਗੇ। ਤਾਂ ਉਹਦੇ ਕਰਕੇ ਸਾਡੇ ਲੋਕਾਂ ਦੇ ਵਿੱਚ ਅਸੀਂ ਅਵੇਅਰਨੈਸ ਸ਼ੁਰੂ ਕੀਤੀ ਹੈ ਕਿ ਅਵੇਅਰਨੈਸ ਤਾਂ ਸ਼ੁਰੂ ਕਰੀਏ, ਚਲੋ ਠੀਕ ਆ, ਇੰਜੈਕਸ਼ਨ ਜਿਹੜੇ ਪੂਰਤੀ ਹੋਣ ਦੇ ਵਿੱਚ ਟਾਈਮ ਲੱਗੂਗਾ, ਪਰ ਅਵੇਅਰਨੈਸ ਨੂੰ ਵੀ ਟਾਈਮ ਲੱਗੂਗਾ, ਚੀਜ਼ਾਂ ਲੱਗਣਗੀਆਂ। ਦੂਜੇ ਨੰਬਰ ਦੇ ਉੱਤੇ ਸਾਡੇ ਲੋਕ ਜਦੋਂ ਵੱਧ ਤੋਂ ਵੱਧ ਮੂਹਰੇ ਇੰਜੈਕਸ਼ਨ ਲਵਾਉਣ ਲਈ ਆਉਣਗੇ, ਡਿਮਾਂਡ ਕਰਨਗੇ, ਚਲੋ ਡਿਮਾਂਡ ਪੂਰੀ ਨਹੀਂ ਹੋ ਰਹੀ, ਉਹ ਗਵਰਨਮੈਂਟ ਦਾ ਫੇਲੀਅਰ ਆ, ਪਰ ਗਵਰਨਮੈਂਟ ਕਹਿ ਰਹੀ ਹੈ ਵੀ ਇਹ ਡਿਨਾਈ ਕਰ ਰਹੇ ਆ, ਚੀਜ਼ਾਂ ਡਿਨਾਈ ਕਰ ਰਹੇ ਆ, ਤਾਂ ਇਹ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਸਾਡਾ ਫੇਲੀਅਰ ਆਉਂਦਾ ਜਦੋਂ ਪੂਰਾ ਵਰਲਡ ਤੁਹਾਡਾ ਸਾਥ ਦੇ ਰਿਹਾ ਨਾ। ਬੜੇ ਪੜ੍ਹੇ ਲਿਖੇ ਲੋਕ, ਇਵਨ ਇੰਡੀਆ ਦੇ ਜਿੰਨੇ ਪੜ੍ਹੇ ਲਿਖੇ ਲੋਕ ਨੇ, ਉਹ ਕਿਸਾਨਾਂ ਦੇ ਵੱਲ ਨੇ, ਕਿਸਾਨਾਂ ਦੇ ਫੇਵਰ 'ਚ ਨੇ। ਪਰ ਜਦੋਂ ਤੁਸੀਂ ਏਦਾਂ ਦੀ ਗੱਲ ਕਰਦੇ ਹੋ ਨਾ, ਕੋਵਿਡ ਹੈ ਹੀ ਨਹੀਂ, ਤੇ ਉਸ ਤੋਂ ਬਾਅਦ ਗੱਲ ਕਰਦੇ ਹੋ ਵੈਕਸੀਨੇਸ਼ਨ ਗਲਤ ਆ, ਵੈਕਸੀਨੇਸ਼ਨ ਤਾਂ ਗਵਰਨਮੈਂਟ ਨੇ ਸਾਨੂੰ ਮਾਰਨ ਲਈ ਬਣਾਈ ਹੋਈ ਆ, ਤਾਂ ਉਹ ਪੜ੍ਹੇ ਲਿਖੇ ਲੋਕ ਕਿਤੇ ਨਾ ਕਿਤੇ ਸਾਡੇ ਤੇ ਡਾਊਟ ਕਰਨ ਲੱਗ ਜਾਣਗੇ ਕਿ ਸ਼ਾਇਦ ਇਹਨਾਂ ਨੂੰ ਫਾਰਮ ਲਾਜ਼ ਦੀ ਵੀ ਸਹੀ ਨੌਲੇਜ ਹੈ, ਕਿ ਇਹਨਾਂ ਨੇ ਜਿੱਦਾਂ ਕੋਵਿਡ ਨੂੰ ਸਮਝਦੇ ਆ ਜਾਂ ਵੈਕਸੀਨੇਸ਼ਨ ਨੂੰ ਸਮਝਦੇ ਆ, ਉਦਾਂ ਹੀ ਇੱਕ ਆਵਾਜ਼ ਚੱਕ ਲਈ ਆ, ਤਾਂ ਉਹਦੇ ਪਿੱਛੇ ਤੁਰੇ ਫਿਰਦੇ ਆ। ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਵੀ ਡਾਊਟ ਖੜਾ ਹੁੰਦਾ। ਤਾਂ ਸਾਡਾ ਮੰਨਣਾ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਘਟਾਈਏ, ਫਾਰਮਰਸ ਨੂੰ ਲਈਏ, ਮੂਰੇ ਕਰੀਏ, ਉਹਨਾਂ ਚੋਂ ਜਿਹੜੀ ਵੀ ਗਲਤਫਹਿਮੀਆਂ ਨੇ ਦੂਰ ਕਰੀਏ, ਡਿਮਾਂਡ ਕਰੀਏ। ਉਸ ਤੋਂ ਬਾਅਦ ਗਵਰਨਮੈਂਟ ਦਾ ਫੇਲੀਅਰ ਅਗਰ ਗਵਰਨਮੈਂਟ ਪ੍ਰੋਵਾਈਡ ਨਹੀਂ ਕਰ ਪਾ ਰਹੀ। ਦੂਜੇ ਨੰਬਰ ਤੇ ਇੰਜੈਕਸ਼ਨ ਵਾਕਈ ਸਾਡੇ ਬਹੁਤ ਖਬਰਾਂ ਹੈਗੀਆਂ ਏਦਾਂ ਦੀਆਂ ਕਿ ਇਹਦੀ ਡੈਥ ਹੋ ਗਈ ਜਾਂ ਉਹਦੀ ਡੈਥ ਹੋ ਗਈ। ਸਾਡਾ ਵੀ ਕੰਮ ਹੁੰਦਾ, ਅਸੀਂ ਬਹੁਤ ਸ਼ੋਰ ਨਹੀਂ ਇਹਦੇ ਚੀਜ਼ ਲਈ ਕਿ ਨਹੀਂ ਡੈਥ ਹੁੰਦੀ, ਪਰ ਇੱਕ ਚੀਜ਼ ਲਈ ਸ਼ੋਰ ਆ, ਜਿਹੜਾ ਵੀ ਬੰਦਾ, ਜਿਹੜੇ ਵਿਊਵਰਸ ਦੇਖ ਰਹੇ ਉਹਨਾਂ ਲਈ ਵੀ ਇੱਕ ਹੈਗਾ ਤਰੀਕਾ, ਜਿਹੜਾ ਵੀ ਬੰਦਾ ਕਹਿੰਦਾ ਵੀ ਸਾਡੇ ਨਾਲ ਦੇ ਗੁਆਂਢੀ ਦੀ ਡੈਥ ਹੋ ਗਈ ਜਾਂ ਸਾਡੇ ਨਾਲ ਦੇ ਪਿੰਡ ਚੋਂ ਡੈਥ ਹੋ ਗਈ ਜਾਂ ਏਦਾਂ ਹੋ ਗਿਆ, ਤੁਸੀਂ ਜ਼ਰੂਰ ਉਹਨੂੰ ਕਹੋ ਵੀ ਉਹਦਾ ਨਾਮ, ਪਤਾ, ਫੋਨ, ਮੋਬਾਈਲ ਨੰਬਰ ਦੇ,
ਤੇ ਸਾਨੂੰ ਉਹ ਟਰੈਕਟਰ ਟੂ ਟਵਿੱਟਰ ਤੇ ਜ਼ਰੂਰ ਭੇਜੋ, ਅਸੀਂ ਜ਼ਰੂਰ ਉਹਨਾਂ ਤੱਕ ਪਹੁੰਚ ਕਰਾਂਗੇ, ਰੀਜ਼ਨ ਪਤਾ ਕਰਾਂਗੇ। ਕਿਉਂਕਿ ਜਿਹੜੀ ਡੈਥ ਹੁੰਦੀ ਆ ਉਹ ਤਾਂ ਜੀ ਕਈ ਵਾਰੀ ਡਿਸਪਲਿਨ ਨਾਲ ਵੀ ਬਹੁਤ ਹੁੰਦੀ ਹੈ, ਰਾਈਟ। ਜੇ ਕਹੀਏ ਕਿਉਂਕਿ 2.5-3 ਲੱਖ 4 ਲੱਖ 10 ਲੱਖ ਦੇ ਵਿੱਚੋਂ ਇੱਕ ਬੰਦਾ ਤਾਂ ਹੋਊਗਾ ਜਿਹਨੂੰ ਡਿਸਪਲਿਨ ਕੋਈ ਨਾ ਕੋਈ ਪ੍ਰੋਬਲਮ ਕਰ ਗਈ ਚੀਜ਼। ਕੋਈ ਵੀ ਦਵਾਈ ਆ ਜੋ ਕੈਮੀਕਲ ਆ ਉਹ ਕਿਤੇ ਨਾ ਕਿਤੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਰਿਐਕਸ਼ਨ ਕਰਦਾ ਹੀ ਕਰਦਾ। ਉਹ ਸਾਡੀ ਕੋਈ ਮੈਡੀਕਲ ਹਿਸਟਰੀ ਵੀ ਹੋ ਸਕਦੀ ਹੈ ਜਿਹੜੀ ਅਸੀਂ ਡਾਕਟਰ ਤੋਂ ਲੁਕੋ ਲਈ। ਹੋ ਸਕਦਾ ਜਿਵੇਂ ਉਹ ਕਹਿੰਦੇ ਜੀ ਆਲਰੇਡੀ ਤੁਹਾਨੂੰ ਕਰੋਨਾ ਹੈ, ਉਹਦੇ ਵਿੱਚ ਤੁਸੀਂ ਇੰਜੈਕਸ਼ਨ ਲਵਾਇਆ, ਉਹਦੇ ਵਿੱਚ ਤੁਹਾਨੂੰ ਸਾਈਡ ਇਫੈਕਟ ਕਰ ਗਿਆ, ਰਾਈਟ। ਤਾਂ ਅਸੀਂ ਕਿਉਂਕਿ ਅਸੀਂ ਲਗਵਾਉਂਦੇ ਨਹੀਂ ਜੀ, ਸਾਨੂੰ ਤਾਂ ਨਹੀਂ ਕਰੋਨਾ, ਸਾਨੂੰ ਤਾਂ ਸਾਡੇ ਸੈੱਲ ਘਟ ਗਏ ਨੇ, ਸਾਨੂੰ ਤਾਂ ਵੈਸੇ ਸਾਹ ਦੀ ਪ੍ਰੋਬਲਮ ਆ ਰਹੀ ਆ, ਸਾਨੂੰ ਬੁਖਾਰ ਜਿਹਾ ਫੀਲ ਹੁੰਦਾ, ਪਰ ਕਰੋਨਾ ਨਹੀਂ ਆ। ਡਿਨਾਈ ਬਹੁਤ ਆ ਸਾਡੇ ਦੇ ਵਿੱਚ, ਅਸੀਂ ਡਾਕਟਰਸ ਨੂੰ ਵੀ ਸਹੀ ਗੱਲਾਂ ਨਹੀਂ ਦੱਸਦੇ। ਤਾਂ ਬਹੁਤ ਰੀਜ਼ਨਸ ਹੋ ਸਕਦੇ ਆ। ਤਾਂ ਸਾਡੀ ਇਹੀ ਚੀਜ਼ ਆ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਈਏ। ਅਸੀਂ ਜਦੋਂ ਵੀ ਅਸੀਂ ਟਵਿੱਟਰ ਸਪੇਸਿਸ ਕਰਦੇ ਹਾਂ, ਚੀਜ਼ਾਂ ਕਰਦੇ ਹਾਂ, ਜਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਸਪੈਸ਼ਲਿਸਟ ਜਿਹੜੇ ਡਾਕਟਰ ਨੇ ਕੋਵਿਡ ਦੇ, ਵੈਕਸੀਨੇਸ਼ਨ ਦੇ, ਚੀਜ਼ਾਂ ਦੇ, ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਕੁਐਸਚਨ ਆਨਸਰ ਕਰਵਾਉਂਦੇ ਹਾਂ, ਜਿਨ੍ਹਾਂ ਤੋਂ ਸਾਨੂੰ ਵੀ ਨੌਲੇਜ ਮਿਲਦੀ ਹੈ, ਤੇ ਕੋਸ਼ਿਸ਼ ਕਰਦੇ ਹਾਂ ਲੋਕਾਂ ਤੱਕ ਵੱਧ ਤੋਂ ਵੱਧ ਅਸੀਂ ਸਹੀ ਤਰੀਕੇ ਨਾਲ ਸਹੀ ਗੱਲਾਂ ਪਹੁੰਚਾ ਸਕੀਏ। ਵੈਕਸੀਨੇਸ਼ਨ ਦੀ ਗੱਲ ਆਪਾਂ ਕਰਦੇ ਹਾਂ, ਤੇ ਵੈਕਸੀਨੇਸ਼ਨ ਦੇ ਵਿੱਚ ਜਿਹੜੀ ਘਾਟ ਹੈ ਟੀਕਿਆਂ ਦੀ, ਭਵਜੀਤ ਸਿੰਘ ਜੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਗੱਲ ਜੋ ਕਰ ਰਹੇ ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੈ ਕਿ ਜਾਈਏ ਕਿੱਥੇ ਤੇ ਕਿਵੇਂ ਜਾਈਏ, ਕੀ ਤੇ ਕਿਹੜਾ ਟੀਕਾ ਕਿਹੜੀ ਕੰਪਨੀ ਦਾ ਲਗਵਾ ਲਈਏ, ਕਿਹੜਾ ਸੇਫ ਆ ਕਿਹੜਾ ਅਨਸੇਫ ਹੈ। ਇਹ ਸਾਰੀ ਇਨਫੋਰਮੇਸ਼ਨ ਵੀ ਤੁਸੀਂ ਸ਼ੇਅਰ ਕਰ ਰਹੇ ਹੋ ਵਿਦ ਐਡਵਾਈਸ ਆਫ ਐਕਸਪਰਟਸ। ਜਿਵੇਂ ਰਾਜ ਨੇ ਪਹਿਲਾਂ ਦੱਸਿਆ, ਇਹਨਾਂ ਨੇ ਅਸੀਂ ਟਵਿੱਟਰ ਦੇ ਉੱਪਰ ਇੱਕ ਨਵਾਂ ਫੀਚਰ ਆਇਆ ਜੀ, ਸਪੇਸ। ਉਹ ਹੁੰਦਾ ਕਿ ਜਿਵੇਂ ਕਲੱਬ ਹਾਊਸ ਕਹਿੰਦੇ ਨੇ, ਜਾਂ ਤੁਸੀਂ ਇੱਕ ਸੈਸ਼ਨ ਹੋਸਟ ਕਰਦੇ ਹੋ, ਜਿਵੇਂ ਫੇਸਬੁੱਕ ਲਾਈਵ ਹੁੰਦਾ ਉਹ, ਬਟ ਜਸਟ ਉਹ ਆਡੀਓ ਹੁੰਦਾ ਹੈ ਨਾ। ਤੁਸੀਂ ਹੋਸਟ ਕਰਦੇ ਹੋ ਤਾਂ ਤੁਸੀਂ ਐਜ਼ ਏ ਸਪੀਕਰ ਲੋਕਾਂ ਨਾਲ ਗੱਲ ਕਰਦੇ ਹੋ, ਲੋਕ ਤੁਹਾਨੂੰ ਸੁਣਦੇ ਨੇ ਉੱਥੇ। ਤਾਂ ਅਸੀਂ ਹਰ ਬੁੱਧਵਾਰ, ਸੈਟਰਡੇ ਐਂਡ ਸੰਡੇ, ਜਿਵੇਂ ਅੱਜ ਵੀ ਰਾਤ ਨੂੰ ਇੰਡੀਆ ਦੇ 9 ਵਜੇ ਚੀਜ਼ ਹੋਊਗੀ ਉਹ, ਤਾਂ ਉਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਆ। ਦੇਖੋ, ਜਿਵੇਂ ਉਹਨਾਂ ਨੇ ਰਾਜ ਨੇ ਪਹਿਲਾਂ ਕਿਹਾ ਕਿ ਅਸੀਂ ਖੁਦ ਮੈਡੀਕਲ ਐਕਸਪਰਟ ਨਹੀਂ ਹੈਗੇ, ਅਸੀਂ ਹੈਲਥ ਐਕਸਪਰਟ ਨਹੀਂ ਹੈਗੇ, ਅਸੀਂ ਕਿਸੇ ਵੀ ਮੈਡੀਸਨ ਦੀ, ਕਿਸੇ ਵੀ ਵੈਕਸੀਨੇਸ਼ਨ ਦੀ ਐਡਵਾਈਸ ਨਹੀਂ ਦੇ ਸਕਦੇ ਕਿ ਤੁਸੀਂ ਆਹ ਲਵਾਉਣੀ ਆ, ਆਹ ਨਾ ਲਵਾਓ। ਸੋ ਇਸ ਕਰਕੇ ਅਸੀਂ ਉੱਥੇ ਜਿਹੜੇ ਕੋਵਿਡ ਐਕਸਪਰਟ ਹੁੰਦੇ ਨੇਗੇ, ਜਿਹੜੇ ਇੱਥੇ ਹਸਪੀਟਲਸ ਦੇ ਵਿੱਚ ਕੰਮ ਕਰ ਰਹੇ ਨੇਗੇ, ਅਸੀਂ ਉਹਨਾਂ ਨੂੰ ਬੁਲਾ ਕੇ ਕਈ ਵਾਰ ਇਹਦੇ ਉੱਪਰ ਡਿਸਕਸ਼ਨ ਕਰ ਚੁੱਕੇ ਹਾਂ। ਹੁਣ ਜਿਵੇਂ ਅਸੀਂ ਨਾ ਹਰ ਵਾਰ ਜਦੋਂ ਕੈਂਪੇਨ ਸ਼ੁਰੂ ਕੀਤਾ, ਅਸੀਂ ਇਹ ਨਹੀਂ ਕਿਹਾ ਵੀ ਵੈਕਸੀਨ ਲਵਾਓ ਜਾਂ ਕੁਛ ਵੀ ਕਰੋ, ਜਾਂ ਕਿਸੇ ਨੂੰ ਤੁਸੀਂ ਧੱਕੇ ਨਾਲ ਲਵਾਉਣ ਨੂੰ ਕਹੋ। ਅਸੀਂ ਕੈਂਪੇਨ ਦੇ ਵਿੱਚ ਜਿਹੜੇ ਲੋਕ ਜੁੜਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਆ ਕਿ ਤੁਸੀਂ ਲੋਕਾਂ ਨੂੰ ਕਾਉਂਸਲ ਕਰੋ। ਮਤਲਬ ਤੁਸੀਂ ਪਹਿਲਾਂ ਉਹਨਾਂ ਨੂੰ ਇਹ ਸੁਣੋ ਵੀ ਉਹਨਾਂ ਦੇ ਕੰਸਰਨ ਕੀ ਨੇਗੇ। ਹੁਣ ਜੇ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੋਵੇ ਤਾਂ ਲੋਕਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਸਰਨ ਆ ਉਹ ਇਹ ਆ ਕਿ ਫਲਾਣੇ ਨੇ ਵੈਕਸੀਨ ਲਵਾਈ ਸੀ ਬਟ ਉਹਨੂੰ ਕੋਵਿਡ ਹੋ ਗਿਆ। ਜਿਹੜੀ ਵੈਕਸੀਨ ਆ ਉਹਨੇ ਆਪਾਂ ਨੂੰ ਕੋਵਿਡ ਹੋਣ ਤੋਂ ਨਹੀਂ ਰੋਕਣਾ। ਇਹ ਕੋਈ ਆਪਾਂ ਨੂੰ ਬਖਤਰਬੰਦ ਗੱਡੀ ਨਹੀਂ ਮਿਲ ਗਈ ਹੈਗੀ। ਇਹਦੇ ਨਾਲ ਇਨਫੈਕਸ਼ਨ ਹੋਊਗੀ, ਬਟ ਜਿਹੜਾ ਉਸ ਇਨਫੈਕਸ਼ਨ ਦੇ ਜਿਹੜੇ ਮਾਰੂ ਪ੍ਰਭਾਵ ਨੇ, ਜਿਹਨੇ ਤੁਹਾਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਾ, ਤੁਹਾਡੇ ਲੰਗਸ ਦੇ ਉੱਪਰ ਅਟੈਕ ਕਰਨਾ, ਇਹਨੇ ਉਹ ਨਹੀਂ ਹੋਣ ਦੇਣਾ। ਜਿੱਦਾਂ US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ, ਫਲੂ ਸ਼ਾਟਸ ਲੱਗਦੇ ਨੇਗੇ ਆਪਣੇ ਉੱਥੇ, ਉੱਦਾਂ ਹੀ ਇਹ ਵੈਕਸੀਨ ਆ, ਇਹ ਕੋਈ ਵਨ ਸਟਾਪ ਸੋਲੂਸ਼ਨ ਨਹੀਂ ਹੈਗਾ। ਇਹ ਤੁਹਾਡੇ ਹਰ ਸਾਲ ਲੱਗਿਆ ਕਰੂਗੀ। ਇਹਦੀ ਇੱਕ ਵੈਲਿਡਿਟੀ ਆ 12 ਕੁ ਮਹੀਨੇ ਦੀ, ਜਿੱਦਾਂ ਫਲੂ ਸ਼ਾਟ ਦੀ ਵੈਲਿਡਿਟੀ ਹੁੰਦੀ ਆ। ਸੋ ਲੋਕਾਂ ਨੂੰ ਬੜਾ ਇੱਕ ਵਹਿਮ ਆ ਕਿ ਜੀ ਫਲਾਣੇ ਨੇ ਵੈਕਸੀਨ ਲਵਾਈ ਸੀ ਬਟ ਉਹਨੂੰ ਕੋਵਿਡ ਹੋ ਗਿਆ। ਭਾਜੀ, ਇਹਦੀ ਜਦੋਂ ਪਹਿਲਾ ਸ਼ਾਟ ਲੱਗਦਾ ਵਾ ਜਾਂ ਪਹਿਲੀ ਵੈਕਸੀਨ ਦੀ ਡੋਜ਼ ਲੱਗਦੀ ਆ, ਉਹਨੂੰ ਕੁਛ ਟਾਈਮ ਲੱਗਦਾ ਵਾ ਇਮਿਊਨਿਟੀ ਬਿਲਡ ਹੋਣ ਨੂੰ। ਉਦੋਂ ਮਗਰੋਂ ਜਿਹੜਾ ਤੁਸੀਂ ਸੈਕੰਡ ਡੋਜ਼ ਲੈਂਦੇ ਹੋ, ਉਹ ਤੁਹਾਡੀ ਉਸ ਇਮਿਊਨਿਟੀ ਨੂੰ ਹੋਰ ਸਟਰੋਂਗ ਕਰਦਾ ਵਾ। ਇਹ ਟੋਟਲ ਜੇ ਤੁਹਾਨੂੰ ਸੈਕੰਡ ਡੋਜ਼ ਟਾਈਮਲੀ ਮਿਲ ਜਾਵੇ ਤਾਂ ਟੋਟਲ ਤੁਹਾਡਾ 2 ਤੋਂ 2.5 ਮਹੀਨੇ ਦਾ ਪ੍ਰੋਸੈਸ ਆ, ਜਦੋਂ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਂਜੀ ਹੁਣ ਮੈਂ ਪੂਰੀ ਤਰੀਕੇ ਦੇ ਨਾਲ ਇਸ ਪੋਜੀਸ਼ਨ ਦੇ ਵਿੱਚ ਆ ਵੀ ਜੇ ਮੈਨੂੰ ਇਨਫੈਕਸ਼ਨ ਹੋਊਗੀ ਤਾਂ ਘੱਟੋ ਘੱਟ ਮੈਨੂੰ ਹਸਪੀਟਲ ਨਹੀਂ ਜਾਣਾ ਪਊਗਾ, ਮੈਨੂੰ ਖੰਘ ਜ਼ੁਕਾਮ ਦੇ ਤਰੀਕੇ ਦੇ ਨਾਲ ਮੈਨੂੰ ਇੰਨੇ ਸਿੰਪਟਮ ਆਉਣਗੇ ਔਰ ਮੈਂ ਉਹਨਾਂ ਚੱਲ ਲੂੰਗਾ। ਸੋ ਇਸ ਡਰਾਈਵ ਦਾ ਜਿਹੜਾ ਮੀਨਿੰਗ ਇਹੀ ਸੀ ਕਿ ਹੁਣ ਤੋਂ 2-2.5 ਮਹੀਨਿਆਂ ਤੱਕ ਜਾਂ 3 ਮਹੀਨਿਆਂ ਤੱਕ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਿਹੜਾ ਝੋਨੇ ਦਾ ਸੀਜ਼ਨ ਆ, ਉਹਦਾ ਲੋਡ ਕਿਸਾਨਾਂ ਤੇ ਘੱਟ ਜੂ ਥੋੜਾ ਜਿਹਾ। ਕਿਸਾਨ ਦੁਬਾਰਾ ਤੋਂ ਦਿੱਲੀ ਵਾਲੇ ਪਾਸੇ ਨੂੰ ਜਾਣ ਦੀ ਸ਼ੁਰੂਆਤ ਕਰਨਗੇ। ਐਂਡ ਉਦੋਂ ਤੱਕ ਸਾਨੂੰ ਇਹ ਲੱਗਦਾ ਕਿ ਬੀਜੇਪੀ ਨੇ ਆਪਦਾ ਪ੍ਰੋਪੇਗੈਂਡਾ ਹੋਰ ਤੇਜ਼ ਕਰ ਦੇਣਾ ਕਿ ਕਿਸਾਨ ਕੋਵਿਡ ਫੈਲਾ ਰਹੇ ਨੇ ਇੱਥੇ ਆ ਕੇ, ਤੇ ਆਪਾਂ ਉਦੋਂ ਤੱਕ ਘੱਟੋ ਘੱਟ ਲੋਕਾਂ ਨੂੰ ਮੈਂਟਲੀ ਪ੍ਰਿਪੇਅਰ ਕਰੀਏ। ਇੱਕ ਕੁਐਸਚਨ ਇਹ ਜ਼ਰੂਰ ਸਾਨੂੰ ਆਉਂਦਾ ਕਿ ਯਾਰ ਵੈਕਸੀਨ ਤਾਂ ਹੈ ਨਹੀਂ ਗੀ, ਤੁਸੀਂ ਕੈਂਪੇਨ ਕਾਹਦਾ ਚਲਾਇਆ ਹੋਇਆ। ਸੋ ਇਹਦੇ ਵਿੱਚ ਇਹ ਬਹੁਤ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਕਿ ਇਹਦੇ ਵਿੱਚ 2 ਚੀਜ਼ਾਂ ਨੇਗੀਆਂ। ਇੱਕ ਜਿਹੜੇ ਲੌਜਿਸਟੀਕਲ ਇਸ਼ੂਜ਼ ਨੇ, ਟੈਕਨੀਕਲ ਇਸ਼ੂਜ਼ ਨੇ ਵੀ ਵੈਕਸੀਨ ਪ੍ਰੋਵਾਈਡ ਕਰਵਾਉਣਾ, ਜਿਹੜਾ ਕਿ ਸਰਕਾਰ ਦਾ ਵੀ ਕੰਮ ਆ। ਲੋਕ ਵੀ ਆਪਦੇ ਪੱਧਰ ਦੇ ਉੱਪਰ ਵੈਕਸੀਨ ਨੂੰ ਪ੍ਰੋਕਿਊਰ ਕਰ ਸਕਦੇ ਨੇ। ਦੂਜਾ ਚੀਜ਼ ਹੈਗਾ ਜਿਹੜੇ ਤੁਹਾਡੀਆਂ ਕੰਜ਼ਰਵੇਸ਼ਨਸ ਨੇਗੀਆਂ, ਤੁਹਾਡੇ ਕੰਸਰਨ ਨੇ ਦਿਮਾਗ ਦੇ ਵਿੱਚ। ਅਸੀਂ ਐਗਜ਼ਾਮਪਲ ਦਿੰਦੇ ਹੁੰਦੇ ਹਾਂ ਹਮੇਸ਼ਾ ਕਿ ਜਦੋਂ ਤੁਹਾਡੀ ਬਾਂਹ ਤੇ ਵੈਕਸੀਨ ਲੱਗਣੀ ਆ ਤਾਂ ਜਦੋਂ ਸੂਈ 1 ਸੈਂਟੀਮੀਟਰ ਦੂਰ ਰਹਿੰਦੀ ਹੈ ਤੁਹਾਡੀ ਬਾਂਹ ਦੇ ਨਾਲੋਂ,
ਉਹ ਜਿਹੜਾ 1 ਸੈਂਟੀਮੀਟਰ ਦਾ ਡਿਫਰੈਂਸ ਆ ਉਹ ਸੂਈ ਔਰ ਤੁਹਾਡੀ ਬਾਂਹ ਦੇ ਵਿਚਕਾਰ, ਉਹ ਤੁਹਾਡੇ ਕੰਸਰਨ ਨੇਗੇ, ਉਹ ਤੁਹਾਡੀ ਰੈਜ਼ਰਵੇਸ਼ਨਸ ਨੇਗੀਆਂ, ਉਹ ਤੁਹਾਡੇ ਮਨ ਦੇ ਵਿੱਚ ਹੋ ਸਕਦਾ ਕੰਸਰਨ ਵੈਲਿਡ ਵੀ ਹੋ ਸਕਦੇ ਨੇਗੇ। ਸੋ ਸਾਡੀ ਕੋਸ਼ਿਸ਼ ਹੈ ਕਿ ਉਹ 1 ਸੈਂਟੀਮੀਟਰ ਦੇ ਗੈਪ ਨੂੰ ਕਵਰ ਕੀਤਾ ਜਾਵੇ, ਤਾਂ ਕਿ ਲੋਕ ਘੱਟੋ ਘੱਟ ਅਗਰ ਉਹਨਾਂ ਦੇ ਮਨ 'ਚ ਕੋਈ ਵਹਿਮ ਆ ਉਹਨੂੰ ਦੂਰ ਕੀਤਾ ਜਾਵੇ। ਹੁਣ ਮੈਂ ਸਟਾਰਟਿੰਗ ਜਿਹੜੀ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਉਹ ਇਹ ਆ ਕਿ ਅਸੀਂ ਲੋਕਾਂ ਨੂੰ ਸਿਰਫ ਇਹ ਕਹਾਂਗੇ, ਜਾਂ ਅਸੀਂ ਚਾਹੁੰਦੇ ਹਾਂ ਵੀ NRIs ਨੇ ਜਿਹੜੇ ਉਹ ਲੋਕਾਂ ਨੂੰ ਇਹ ਕਹਿਣ ਕਿ ਮਨ ਦੇ ਵਿੱਚ ਵਹਿਮ ਨਾ ਰੱਖੋ। ਕੋਈ ਤੁਹਾਡਾ ਕੰਸਰਨ ਆ, ਤੁਸੀਂ ਵੈਕਸੀਨ ਲਵਾਉਣੀ ਵੀ ਆ, ਸਭ ਤੋਂ ਪਹਿਲਾਂ ਆਪਦੇ ਲੋਕਲ ਡਾਕਟਰ ਨਾਲ ਗੱਲ ਕਰੋ। ਜਿਵੇਂ ਆਪਾਂ ਕਹਿੰਦੇ ਵੀ ਮੇਰਾ ਲੋਕਲ GP ਆ ਇਹ, ਤੁਸੀਂ ਉਹਨਾਂ ਨੂੰ ਆਪਦੀ ਬਿਮਾਰੀ ਬਾਰੇ ਅਗਰ ਕੋਈ ਹਿਸਟਰੀ ਆ ਤੁਹਾਡੀ ਉਹ ਜ਼ਰੂਰ ਦੱਸੋ। ਅਗਰ ਤੁਸੀਂ ਕੋਈ ਦਿਲ ਦੀ ਬਿਮਾਰੀ ਤੋਂ ਕੋਈ ਮੈਡੀਸਨ ਲੈ ਰਹੇ ਹੋ, ਵੈਕਸੀਨ ਲਵਾਉਣੀ ਜਾਂ ਨਹੀਂ ਲਵਾਉਣੀ, ਜਿਹੜਾ ਤੁਹਾਡਾ ਡਾਕਟਰ ਆ ਹੀ ਇਜ਼ ਦਾ ਰਾਈਟ ਪਰਸਨ ਟੂ ਆਸਕ। ਬਟ ਘੱਟੋ ਘੱਟ ਉਹਦੇ ਤੱਕ ਅਪਰੋਚ ਜ਼ਰੂਰ ਕਰੋ। ਜਿੱਦਾਂ ਸਾਨੂੰ 2-3 ਕੁਐਸਚਨ ਆਏ, ਦੇਖੋ ਕਹਿੰਦੇ ਜੀ ਮਤਲਬ ਕਈ ਵਾਰ ਹੱਸ ਤਾਂ ਨਹੀਂ ਸਕਦੇ ਆਪਾਂ ਕੁਐਸਚਨ ਦੇ ਉੱਪਰ, ਲੋਕਾਂ ਦੇ ਕਈ ਵਾਰ ਕੰਸਰਨ ਵੈਲਿਡ ਵੀ ਹੁੰਦੇ ਨੇ, ਬਟ ਇੱਦਾਂ ਦੀਆਂ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇਗੀਆਂ ਕਿ ਇਹ ਵੈਕਸੀਨ ਆਬਾਦੀ ਘਟਾਉਣ ਦੇ ਲਈ ਕਾਰਪੋਰੇਟਸ ਵੱਲੋਂ ਚਲਾਈ ਗਈ ਹੈ ਇਹ, ਤਾਂ ਕਿ ਤੁਹਾਡੀ ਆਬਾਦੀ ਘਟ ਜਾਵੇ, ਲੋਕ ਨਿਪੁੰਸਕ ਹੋ ਜਾਣ, ਠੀਕ ਹੈ। ਔਰ ਇਹ ਵੀ ਵਿੱਚ ਲੋਕ ਕਹਿੰਦੇ ਨੇ ਜੀ ਇਹ ਇੰਡੀਅਨ ਗਵਰਨਮੈਂਟ ਦੀ ਇੱਕ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਆ। ਜਿੱਦਾਂ ਤੁਹਾਡਾ ਥਾਟ ਪ੍ਰੋਸੈਸ ਕੰਮ ਕਰਦਾ, ਉੱਦਾਂ ਤੁਸੀਂ ਇੱਦਾਂ ਦੀ ਇਨਫੋਰਮੇਸ਼ਨ ਨੂੰ ਅਸੈਪਟ ਕਰਦੇ ਹੋ ਤੇ ਅੱਗੇ ਫੈਲਾਉਂਦੇ ਹੋ, ਹਨਾ। ਸੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਐਕਸਪਰਟ ਹਾਂ, ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਇਹਦੇ ਬਾਰੇ ਗੱਲ ਕਰੋ, ਇਹਦੇ ਬਾਰੇ ਚੁੱਪ ਨਾ ਬੈਠੋ। ਜੇ ਤੁਹਾਡਾ ਕੰਸਰਨ ਵੀ ਆ ਤਾਂ ਵੈਲਿਡ ਹੋਣਾ ਚਾਹੀਦਾ, ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ ਵਿੱਚ। ਗੱਲ ਕਰੋ ਇਹਦੇ ਬਾਰੇ, ਟਾਕ ਟੂ 3 ਬੰਦਿਆਂ ਨਾਲ ਗੱਲ ਕਰੋ, ਉਹਨਾਂ ਦੀ ਜ਼ਿੰਮੇਵਾਰੀ ਲਓ। ਤਾਂ 10 ਦਿਨ ਤੱਕ ਜਿੰਨੇ ਚਿਰ ਕਨਵਿੰਸ ਨਹੀਂ ਕਰ ਪਾਉਂਦੇ, ਅਸੀਂ ਤੁਹਾਨੂੰ ਨਾਲ ਰੱਖਾਂਗੇ। ਇੰਡੀਆ ਗਵਰਨਮੈਂਟ ਦੀ ਇੱਕ ਵੈਬਸਾਈਟ ਆ ਜਿੱਥੋਂ ਤੁਸੀਂ ਪਿੰਨ ਕੋਡ ਪਾ ਕੇ ਤੁਹਾਨੂੰ ਪਤਾ ਲੱਗ ਸਕਦਾ ਵੀ ਤੁਹਾਡੇ ਆਲੇ ਦੁਆਲੇ ਕਿਹੜੇ ਹੈਲਥ ਸੈਂਟਰ ਦੇ ਉੱਪਰ ਵੈਕਸੀਨ ਅਵੇਲੇਬਲ ਹੈ। ਤੁਸੀਂ ਉਹਨਾਂ ਦੀ ਹੈਲਪ ਕਰੋ, ਉਹਨਾਂ ਨੂੰ ਸਲੋਟ ਬੁੱਕ ਕਰਾ ਕੇ ਦਿਓ। ਮਤਲਬ ਰਿਸੋਰਸਿਸ ਅਵੇਲੇਬਲ ਹੈਗੇ ਨੇ, ਬਸ ਲੋਕਾਂ ਦੇ ਦਿਮਾਗ ਦੇ ਵਿੱਚੋਂ ਕੋਈ ਜਿਹੜੀ ਗਲਤਫਹਿਮੀ ਆ ਉਹ ਦੂਰ ਕਰੋ। ਠੀਕ ਹੈ ਜੀ, ਆਪ ਜੀ ਨੇ ਬਹੁਤ ਵਧੀਆ ਜਾਣਕਾਰੀ, ਵਿਸਥਾਰ ਨਾਲ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੇ ਮੀਡੀਆ ਚੈਨਲ ਦੇ ਥਰੂ ਆਪ ਜੀ ਦੀ ਸੰਸਥਾ ਨੂੰ, ਆਪ ਜੀ ਦੇ ਪਲੇਟਫਾਰਮ ਨੂੰ ਕਿਸੇ ਤਰੀਕੇ ਕੋਈ ਸਹਿਯੋਗ ਕਰ ਸਕੀਏ। ਆਪ ਜੀ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।